ਮੁਖਤਿਆਰ ਦੇ ਬਾਰੇ ਜਦੋਂ ਮੈਂ ਰੇਖਾ ਚਿੱਤਰ ਲਿਖਿਆ ਤਾਂ ਬਹੁਤ ਸਾਰੇ ਇੰਟਰਵਿਊ ਕਰਨ ਵਾਲੇ ਲੋਕਾਂ ਦੇ ਮੈਨੂੰ ਫੋਨ ਆਉਂਦੇ ਨੇ ਕਿ ਉਹ ਸਾਨੂੰ ਕਿਵੇਂ ਮਿਲਣਗੇ। ਉਹਨਾਂ ਨੂੰ ਲੱਗਦਾ ਸੀ ਕਿ ਬਹੁਤ ਵੱਡੀ ਚਿੱਤਰ ਜਦੋਂ ਸ਼ੁਰੂ ਕਰਦਾ ਜਾਂ ਅਜਮੇਰ ਸਿੰਘ ਔਲਖ ਦਾ ਰੇਖਾ ਚਿੱਤਰ ਸ਼ੁਰੂ ਕਰਦਾ। ਇਹ ਰੇਖਾ ਚਿੱਤਰ ਪੜ੍ਹਨ ਤੋਂ ਬਾਅਦ ਮੈਨੂੰ ਇੱਕ ਪਾਠਕ ਕਹਿੰਦਾ ਕਿ ਜੇ 2 ਸਤਰਾਂ ਹੀ ਲਿਖ ਦਿੰਦਾ ਤਾਂ ਤੇਰਾ ਰੇਖਾ ਚਿੱਤਰ ਕੰਪਲੀਟ ਸੀ। ਬਾਕੀ ਤਾਂ ਬੜਾ ਜਿਹਨੂੰ ਥੀਏਟਰ ਦੇ ਵਿੱਚ ਬਹੁਤ ਲੋਕ ਜਾਣਦੇ ਨੇ, ਪਰ ਮੈਨੂੰ ਇਹ ਲੱਗਦਾ ਹੁੰਦਾ ਕਿ ਉਹਦੇ ਪਿੰਡ ਹੋ ਸਕਦਾ ਉਹਨੂੰ ਉਹਦਾ ਗੁਆਂਢੀ ਨਾ ਜਾਣਦਾ ਹੋਵੇ। ਜਿਵੇਂ ਮੁਖਤਿਆਰ ਦੇ ਬਾਰੇ ਉਹਦਾ ਰੇਖਾ ਚਿੱਤਰ ਵੀ ਦੇਊਂਗਾ ਕਿ ਨੀਤੂ ਦਾ ਨਾਰੀਵਾਦ ਕੀ ਹੈ। ਇੱਕ ਬਸ ਮੈਂ ਸੁਖਵਿੰਦਰ ਨੂੰ ਵੀ ਉਸ ਕਿਤਾਬ ਦੇ ਵਿੱਚ ਕੋਟ ਕਰਨ ਦੀ ਕੋਸ਼ਿਸ਼ ਕਰੂੰਗਾ ਕਿ ਸੁਖਵਿੰਦਰ ਦਾ ਨਾਰੀ ਵੀ ਰੇਖਾ ਚਿੱਤਰ, ਜਿਵੇਂ ਪਿਛਲੇ ਦਿਨੀ ਬਰਾੜ ਸਾਹਿਬ ਦੀ ਕਿਤਾਬ ਆਈ ਆ ਦਾਨਸ਼ਵੰਦਰ ਵਿੱਚ, ਬਹੁਤ ਵੱਡੇ ਬੰਦੇ ਨੇ ਬਰਾੜ ਸਾਹਿਬ, ਪਰ ਉਹਨਾਂ ਰੇਖਾ ਚਿੱਤਰਾਂ ਦਾ ਫਾਰਮੈਟ ਇੱਕ ਹੈ। ਮੈਨੂੰ ਜਿਹੜੀ ਗੱਲ ਅਪੀਲ ਨਹੀਂ, ਮੈਨੂੰ ਲੱਗਦਾ ਕਿ ਜਦੋਂ ਮੈਂ ਤਨਵੀਰ ਨੂੰ ਪਹਿਲੇ ਵਾਰੀ ਵੇਖਿਆ ਸੀ, ਬੜਾ ਪੁਰਾਣੀ ਗੱਲ ਹੈ 8-10 ਸਾਲ ਦੀ, ਮੈਨੂੰ ਉਹਦੇ ਨੈਣ ਜਦੋਂ ਉਹਦੇ ਮੈਂ ਅੱਖਾਂ ਦੇ ਵਿੱਚ ਅੱਖਾਂ ਮਿਲਾਉਣ ਦੀ ਕੋਸ਼ਿਸ਼ ਕਰੀ ਤਾਂ ਮੈਨੂੰ ਲੱਗਿਆ ਕਿ ਬਹੁਤ ਕੁਛ ਲੱਗਿਆ। ਜਿਸ ਕਿਤਾਬ ਦਾ ਨਾਂ ਹੀ ਨਿੰਮ ਦੇ ਪੱਤੇ ਹੋਊਗਾ, ਜਿਸ ਕਿਤਾਬ ਦਾ ਨਾਂ ਹੀ ਕੋਡਿੰਗ ਵਾਲਾ ਸੱਪ ਹੋਊਗਾ, ਮੈਨੂੰ ਲੱਗਾ ਕਿ ਉਹ ਕਿਤਾਬਾਂ ਬੜੀਆਂ ਵਿਵਾਕ ਕਿਸਮ ਦੀਆਂ। ਜੋ ਉਹਦੇ ਨੇ ਲਿਖਿਆ ਕਿ ਉਹਦਾ ਬੜਾ ਵਿਵਾਕ ਕਿਸਮ ਦਾ ਬੰਦਾ, ਅਤੇ ਉਹਨੇ ਤਾਂ ਇਹ ਵੀ ਕਿਹਾ ਕਿ ਮੈਨੂੰ ਇਹ ਰੇਖਾ ਚਿੱਤਰ ਪੜ੍ਹਦਿਆਂ ਤੇਰੇ ਨਾਲ ਜੈਲਸੀ ਹੁੰਦੀ ਹੈ। ਮੈਨੂੰ ਲੱਗਦਾ ਕਿ ਇਹ ਸ਼ਬਦ ਹੀ ਮੈਨੂੰ ਬਹੁਤ, ਕਿਹੜੇ ਅਵਾਰਡਾਂ ਦੀ ਗੱਲ ਕਰਦਾ, ਮੈਨੂੰ ਲੱਗਦਾ ਕਿ ਬਹੁਤ ਵੱਡੇ ਵੱਡੇ ਅਵਾਰਡ ਇੱਕ ਸਤਰ ਨੇ ਦਿੱਤੇ ਹੈ। ਸਤਪਾਲ ਭੀਖੀ ਜਦੋਂ ਮੈਨੂੰ 14 ਵਾਹਿਦ ਨੇ ਤਾਂ ਇੱਕ ਵਾਰੀ ਇਹ ਕਹਿੰਦਾ ਸੀ ਕਿ ਗੈਂਗ ਨੇ, ਸਾਹਿਤਕ ਗੈਂਗ ਨੇ। ਮੈਨੂੰ ਲੱਗਦਾ ਹੁੰਦਾ ਇਹ ਗੱਲ ਠੀਕ ਹੈ। ਵਾ ਜਿਨ੍ਹਾਂ ਨੇ ਕਿਹਾ ਕਿ ਸੂਹੇ ਅੱਖਰ ਸੁਖਬੀਰ ਦਾ ਮੱਖੀਆਂ ਨਾਵਲ ਇੱਕ ਮਾਨਸਿਕ ਰੋਗੀ ਦੀ ਆਤਮ ਕਥਾ। ਪਿਆਰੇ ਦੀਪ ਦੋਸਤੋ, ਚੈਨਲ ਪੰਜਾਬ ਸਾਥ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਪਿੰਡ ਭੋਪਾਲ ਦੇ ਵਿੱਚ ਪ੍ਰੋਫੈਸਰ ਗੁਰਦੀਪ ਸਿੰਘ ਢਿੱਲੋਂ ਦੇ ਕੋਲ, ਜੋ ਕਿ ਨਵੀਂ ਪੰਜਾਬੀ ਆਲੋਚਨਾ ਦੇ ਵਿੱਚ ਇੱਕ ਵੱਡਾ ਨਾਮ ਨੇਗੇ, ਅਤੇ ਇਹਨਾਂ ਦੀਆਂ ਹੁਣ ਤੱਕ 5 ਕਿਤਾਬਾਂ ਆ ਚੁੱਕੀਆਂ ਨੇ, 4 ਆਲੋਚਨਾ ਦੀਆਂ, ਇੱਕ ਰੇਖਾ ਚਿੱਤਰਾਂ ਦੀ ਆ, ਕਿਉਂਕਿ ਰੇਖਾ ਚਿੱਤਰ 'ਤੇ ਬਹੁਤ ਘੱਟ ਕੰਮ ਹੋਇਆ ਗਾ। ਅਤੇ ਜੋ ਇਹਨਾਂ ਨੇ ਵਧੀਆ ਸ਼ੁਰੂਆਤ ਕੀਤੀ ਆ ਰੇਖਾ ਚਿੱਤਰਾਂ ਦੀ ਜਿਹੜੀ ਇਹਨਾਂ ਦੀ ਹੁਣ ਕਿਤਾਬ ਆਈ ਹੈਗੀ, ਉਹ ਹੈਗੀ ਆ ਮਾਣ ਸੁੱਚੇ ਇਸ਼ਕ ਦਾ। ਅਤੇ ਇਹਨਾਂ ਨਾਲ ਗੱਲਬਾਤ ਕਰਾਂਗੇ। ਪਹਿਲਾਂ ਤਾਂ ਇਹਨਾਂ ਦਾ ਸਵਾਗਤ ਕਰਦੇ ਆਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗੁਰਦੀਪ ਸਿੰਘ ਜੀ, ਪਹਿਲਾਂ ਤਾਂ ਆਪਣੀ ਜਿਹੜੀ ਤੁਹਾਡੀ ਲੇਟੈਸਟ ਨਵੀਂ ਕਿਤਾਬ ਆਈ ਹੈਗੀ ਰੇਖਾ ਚਿੱਤਰਾਂ ਦੀ, ਇਹਦੇ ਵਿੱਚ ਸਾਨੂੰ ਦੱਸੋ ਵੀ ਜਿਹੜੀ ਪਬਲਿਸ਼ ਹੋਈ ਆ, ਕਿੱਥੋਂ ਪਬਲਿਸ਼ ਹੋਈ ਆ, ਅਤੇ ਇਹਦੇ ਵਿੱਚ ਰੇਖਾ ਚਿੱਤਰ ਕਿੰਨਾ ਦੇ ਨੇ। ਚੈਨਲ ਪੰਜਾਬ ਸੱਚ ਦਾ ਮੈਂ ਸਵਾਗਤ ਕਰਦਾ। ਮੇਰੇ ਵਿਹੜੇ ਆਏ ਨੇ, ਜੀ ਆਇਆਂ ਨੂੰ, ਖੁਸ਼ ਆਮਦੀਦ। ਬਹੁਤ ਹੀ ਸੁਹਿਰਦ ਦੋਸਤੋ, ਇਹਨਾਂ ਦਿਨਾਂ ਦੇ ਵਿੱਚ ਵਾਰਤਕ ਦੀ ਮੇਰੀ ਕਿਤਾਬ ਆਈ ਹੈ। ਇਹ ਤਾਂ ਨਹੀਂ ਗੱਲ ਕਿ ਵਾਰਤਕ ਦੇ ਵਿੱਚ ਕੋਈ ਮੇਰਾ ਕੰਮ ਬਹੁਤ ਵੱਡਾ ਹੈ। ਇਹ ਕਿਤਾਬ ਮਾਣ ਸੁੱਚੇ ਇਸ਼ਕ ਦਾ ਕੈਲੀਵਰ ਪਬਲੀਕੇਸ਼ਨ ਤੋਂ ਛਪੀ ਹੈ, ਪਟਿਆਲੇ ਤੋਂ ਸੁਖਵਿੰਦਰ ਸੁੱਖੀ ਹੋਰਾਂ ਨੇ ਛਾਪੀ ਹੈ। ਇਹ ਕਿਤਾਬ ਦਾ ਨਾਮ ਮੈਨੂੰ ਜਦੋਂ ਅੰਮ੍ਰਿਤਾ ਯਾਦ ਆਉਂਦੀ ਹੈ, ਕਿਉਂਕਿ ਅੰਮ੍ਰਿਤਾ ਬਹੁਤ ਹੀ ਵੱਡੀ ਸਾਡੇ ਕੋਲ ਇਸ ਸਮੇਂ ਦੀ, ਜਾਂ ਜਿਸ ਦੌਰ ਦੇ ਵਿੱਚ ਉਹ ਹੋਈ, ਵੱਡੀ ਪੋਇਟ ਹੈਗੀ ਆ। ਉਹਦੀ ਇੱਕ ਨਜ਼ਮ ਸੀ ਕਿ ਮਾਣ ਸੁੱਚੇ ਇਸ਼ਕ ਦਾ ਹੁਨਰ ਦਾ ਦਾਵਾ ਨਹੀਂ। ਮੈਨੂੰ ਲੱਗਿਆ ਕਿ ਇਹ ਮੇਰੇ ਜਿਹੜੇ ਰੇਖਾ ਚਿੱਤਰ ਨੇ, ਖਾਸ ਕਰਕੇ ਜਿਸ ਮਾਲਵੇ ਨੂੰ ਮੈंने ਰੇਖਾ ਚਿੱਤਰਾਂ ਦੇ ਵਿੱਚ ਫੜਨ ਦੀ ਕੋਸ਼ਿਸ਼ ਕਰੀ ਹੈ, ਕਿਉਂਕਿ ਮਾਲਵੇ ਨੂੰ ਮੈਨੂੰ ਲੱਗਦਾ ਹੁਣ ਤੱਕ ਕਿ ਮਾਲਵੇ ਬਾਰੇ ਜਿਸ ਤਰ੍ਹਾਂ ਦੀਆਂ ਗੱਲਾਂ ਸਾਡੇ ਕੋਲ ਲਿਟਰੇਚਰ ਦੇ ਵਿੱਚ ਵੀ ਨੇ, ਜਾਂ ਦੰਤ ਕਥਾਵਾਂ ਦੇ ਵਿੱਚ ਵੀ ਨੇ, ਜਾਂ ਪੂਰੇ ਸੁਸਾਇਟੀ ਦੇ ਵਿੱਚ ਪਈਆਂ ਹੋਈਆਂ ਨੇ, ਮਾਲਵੇ ਨੂੰ ਉਸ ਤਰੀਕੇ ਨਾਲ ਫੜਿਆ ਨਹੀਂ ਗਿਆ ਅਜੇ ਤੱਕ। ਮੈਨੂੰ ਲੱਗਦਾ ਸੀ ਕਿ ਮਾਲਵੇ ਦੇ ਵਿੱਚ ਬਹੁਤ ਸਾਰੇ ਕਰੈਕਟਰ ਨੇ ਜਿਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਦੀ ਕੋਸ਼ਿਸ਼ ਬਹੁਤ ਹੀ ਖੂਬਸੂਰਤ ਕੋਸ਼ਿਸ਼ ਕਰੀ ਸੀ ਕਿਰਪਾਲ ਕਜ਼ਾਕ ਨੇ, ਜਿਹਨੇ ਮੇਲੋ ਮਲਵੈਣ ਵਰਗੇ ਰੇਖਾ ਚਿੱਤਰ ਲਿਖੇ। ਨਿੰਦਰ ਨੇ ਕਰੀ ਸੀ। ਮੈਨੂੰ ਲੱਗਿਆ ਸੀ ਕਿ ਸਾਡੇ ਕੋਲ ਬਹੁਤ ਸਾਰੇ ਲੋਕ ਨੇ ਜਿਨ੍ਹਾਂ, ਉਹਦੇ ਵਿੱਚ ਮੇਰੇ ਅਧਿਆਪਕ ਵੀ ਨੇ। ਦੌਦਰ ਬਹੁਤ ਵੱਡਾ ਪਿੰਡ ਹੈ ਮਾਲਵੇ ਦਾ, ਜਿਹੜਾ ਸਦਾ ਹੀ ਮਸ਼ਹੂਰ ਰਿਹਾ, ਲੋਕ ਬੋਲੀਆਂ ਦੇ ਵਿੱਚ ਵੀ ਮਸ਼ਹੂਰ ਰਿਹਾ, ਧੰਨਕੁਰ ਦੌਦਰ ਦੀ। ਜਾਂ ਉਸ ਦੌਰ ਦੇ ਵਿੱਚ ਲਿਟਰੇਰੀ ਲੋਕਾਂ ਕਰਕੇ, ਗਦਰੀ ਮੂਵਮੈਂਟਸ ਕਰਕੇ, ਬਹੁਤ ਸਾਰੀਆਂ ਮੂਵਮੈਂਟਸ ਕਰਕੇ ਮਕਬੂਲ ਰਿਹਾ। ਉੱਥੋਂ ਦੇ ਮੇਰੇ ਬਹੁਤ ਹੀ
ਕੰਪਲੀਟ ਅਧਿਆਪਕ ਮੈਨੂੰ ਲੱਗਦਾ ਹੁੰਦਾ ਸੁਖਦੇਵ ਸਿੰਘ ਸਿਰਸਾ, ਇਹਨਾਂ ਨੇ ਬਹੁਤ ਲੰਮਾ ਸਮਾਂ ਸਿਰਸੇ ਕਾਲਜ ਦੇ ਵਿੱਚ ਪੜ੍ਹਾਇਆ। ਮੈਂ ਉਹਨਾਂ ਤੋਂ 2 ਸਾਲ ਲਗਾਤਾਰ ਪੜ੍ਹਿਆ, ਹੁਣ ਵੀ ਉਹਨਾਂ ਦੇ ਸੰਪਰਕ ਦੇ ਵਿੱਚ ਲਗਾਤਾਰ। ਮੈਨੂੰ ਲੱਗਿਆ ਕਿ ਉਹ ਬੰਦਾ ਪੂਰੇ ਮਾਲਵੇ ਨੂੰ ਅਕੈਡਮਿਕਸ ਦੇ ਵਿੱਚ ਕੰਪਲੀਟ ਕਰਦਾ ਹੈ, ਅਤੇ ਉਹਦੇ ਅੰਦਰਲਾ ਜਿਹੜਾ ਜੱਟਪੁਣਾ ਹੈ ਮੈਨੂੰ ਲੱਗਦਾ ਹੁੰਦਾ ਅਕਸਰ ਕਿ ਉਹ ਜੱਟਪੁਣਾ ਇਨਸਾਫ ਦਿਵਾਉਣ ਵਾਲਾ ਜੱਟਪੁਣਾ ਹੈ, ਜਿਹੜਾ ਮੈਂ ਉਹਨਾਂ ਦਿਨਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਵੇਖਿਆ ਜਾਂ ਉਹਨਾਂ ਦੇ ਵਿਚਰਦਿਆਂ ਵੇਖਿਆ, ਉਹਨਾਂ ਦੀਆਂ ਸਟੇਟਮੈਂਟਾਂ ਲਿਟਰੇਚਰ ਦੇ ਸੰਬੰਧ ਵਿੱਚ ਜਿਸ ਤਰ੍ਹਾਂ ਦੀਆਂ ਸੀ। ਮੈਨੂੰ ਲੱਗਿਆ ਕਿ ਇਸ ਅਧਿਆਪਕ ਬਾਰੇ ਘੱਟੋ ਘੱਟ ਮੈਨੂੰ ਜਿੰਨੀ ਕੁ ਸਮਝ ਹੈ ਓਨਾ ਕੁ ਲਿਖਣਾ ਚਾਹੀਦਾ। ਦੂਸਰਾ ਮਸਲਾ ਇਹ ਵੀ ਹੈ ਕਿ ਰੇਖਾ ਚਿੱਤਰ ਨੂੰ ਨਾ ਜਿਵੇਂ ਜੇ ਅਸੀਂ ਬਣਾ ਰੱਖਿਆ, ਇੱਕ ਵਿਧਾ ਐਸਟੈਬਲਿਸ਼ ਹੋ ਗਈ ਹੈ। ਮੈਨੂੰ ਲੱਗਦਾ ਕਿ ਵਿਧਾ ਦੇ ਮਸਲੇ ਹੁੰਦੇ ਨੇ, ਆਪਣੇ ਵਿਧਾ ਦੀਆਂ ਆਪਣੀਆਂ ਸੀਮਾਵਾਂ ਹੁੰਦੀਆਂ ਨੇ, ਸਿਰਜਕ ਨੇ ਉਹ ਸੀਮਾਵਾਂ ਨੂੰ ਤੋੜ ਦੇਣਾ ਹੁੰਦਾ। ਮੈਂ ਅਕਸਰ ਇਹ ਗੱਲਾਂ ਹੀ ਕਰਦਾ ਹੁੰਦਾ। ਅਸੀਂ ਗਲਪ ਨੂੰ ਗਲਪ, ਕਵਿਤਾ, ਵਾਰਤਕ, ਮੈਨੂੰ ਲੱਗਦਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਸੁਰਜੀਤ ਪਾਤਰ ਨੂੰ ਪੜ੍ਹੋ, ਸੂਰਜ ਮੰਦਰ ਦੀਆਂ ਪੌੜੀਆਂ, ਉਹਦੇ ਵਿੱਚ ਕਵਿਤਾ ਵੀ ਹੈ, ਉਹ ਵਾਰਤਕ ਲਿਖਣ ਲੱਗਦਾ ਕਵਿਤਾ ਬਣ ਜਾਂਦੀ ਹੈ। ਤੁਸੀਂ ਪੁੱਟ ਸਿੱਧ ਪੜ੍ਹੋ ਨਵਤੇਜ ਭਾਰਤੀ ਦੀ, ਵੱਡੇ ਬੰਦਿਆਂ ਦੀ। ਤੁਸੀਂ ਇਸ ਤਰ੍ਹਾਂ ਦੀਆਂ ਹੋਰ ਲਿਖਤਾਂ ਪੜ੍ਹੋ ਜਿਹਦੇ ਵਿੱਚ ਗਲਪ ਵੀ ਹੈ, ਜਿਹਦੇ ਵਿੱਚ ਵਰਤਾਂਤ ਵੀ ਨੇ, ਜਿਹਨਾਂ ਦੇ ਵਿੱਚ ਕਵਿਤਾ ਵੀ ਹੈ, ਜਿਹਨਾਂ ਦੇ ਵਿੱਚ ਵਾਰਤਕ ਵੀ ਹੈ। ਪਰ ਮੈਨੂੰ ਲੱਗਦਾ ਹੁੰਦਾ ਕਿ ਮੈਂ ਤਾਂ ਕਰਕੇ ਉਸ ਪਾਸੇ ਨੂੰ ਵਧਿਆ। ਫਿਰ ਮੈਨੂੰ ਲੱਗਦਾ ਸੀ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਵੈਲੀਪੁਣਾ ਹੈਗਾ, ਜਿਸ ਤਰ੍ਹਾਂ ਦਾ ਨਾਬਰਪੁਣਾ ਹੈਗਾ, ਜਿਸ ਤਰ੍ਹਾਂ ਦੀ ਪੰਜਾਬ ਨੇ ਜਿਉਇਆ ਆਪਣਾ ਜਿਉਣ, ਅਣਖ ਦਾ ਜਿਉਣ ਹੈ, ਮੈਨੂੰ ਉਹ ਤਨਵੀਰ ਦੇ ਵਿੱਚੋਂ ਲੱਭਿਆ। ਮਾਨਸਾ ਨਹਿਰੂ ਮੈਮੋਰੀਅਲ ਕਾਲਜ ਦੇ ਪ੍ਰੋਫੈਸਰ ਹੈਗੇ ਨੇ ਤਨਵੀਰ, ਬੜਾ ਚਰਚਿਤ ਨਾਮ ਹੈ ਅੱਜ ਕੱਲ੍ਹ, ਉਹਨਾਂ ਦੀ ਬਹੁਤ ਮਕਬੂਲ ਹੈ ਕਿਤਾਬ, ਜੋ ਉਹਨਾਂ ਦਾ ਮੈਗਜ਼ੀਨ ਕੱਢਿਆ ਪ੍ਰੀਪੋਟਿਕ, ਕਿਉਂਕਿ ਉਹਨੂੰ ਫੜਨਾ ਬਹੁਤ ਔਖਾ ਹੈ। ਜਿਨ੍ਹਾਂ ਪਾਤਰਾਂ ਦੇ ਜ਼ਰੀਏ ਉਹ ਸਾਡੇ ਕੋਲ ਆਉਂਦਾ ਜਾਂ ਜਿਨ੍ਹਾਂ ਪਾਤਰਾਂ ਨੂੰ ਪੇਸ਼ ਕਰਦਾ, ਉਹਦੀ ਪੇਸ਼ਕਾਰੀ ਹੈ, ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਉਹਦੇ ਵਿੱਚ ਸਿੱਧਾ ਹੀ ਜੱਟਪੁਣਾ ਹੈਗਾ। ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਗੱਲ ਨਹੀਂ ਹੈ, ਕਿਉਂਕਿ ਉਹਦੇ ਪਾਤਰ ਨੂੰ ਵੇਖਣ ਦੀ ਬਹੁਤ ਵੱਡੀ ਜ਼ਰੂਰਤ ਹੈ। ਮੈਂ ਇਸ ਰੇਖਾ ਚਿੱਤਰ ਦੇ ਵਿੱਚ ਉਹਦੀ ਕਵਿਤਾ ਦੀ ਵੀ ਇੱਕ ਪੜਤ ਤਿਆਰ ਕਰਨ ਦੀ ਜਿਹੜੀ ਕੋਸ਼ਿਸ਼ ਕਰੀ ਹੈ, ਕਿਉਂਕਿ ਉਹਦਾ ਜਿਹੜਾ ਸੁਭਾਅ ਹੈ, ਉਹ ਸੁਭਾਅ ਦੇ ਵਿੱਚ ਜਿਸ ਤਰ੍ਹਾਂ ਦਾ ਇੱਕ ਛੁਪਿਆ ਹੋਈ ਗੱਲ ਪਈ ਹੋਈ ਹੈ, ਉਹ ਗੱਲ ਨੂੰ ਮੈਂ ਆਪਣੇ ਰੇਖਾ ਚਿੱਤਰ ਦੇ ਵਿੱਚ ਪੜ੍ਹਿਆ। ਕਿਉਂਕਿ ਉਹਦਾ ਜਿਹੜਾ 1992 93 ਦੇ ਵਿੱਚ ਜਦੋਂ ਅਸੀਂ ਪਹਿਲੀ ਦੂਜੀ ਕਲਾਸ ਦੇ ਵਿੱਚ ਪੜ੍ਹਦੇ ਸੀ, ਉਹ ਬੰਦਾ ਉਸ ਸਮੇਂ ਜੇਲ੍ਹ ਦੇ ਵਿੱਚ ਸੀ। ਹੁਣ ਜੇਲ੍ਹ ਬਾਰੇ ਉਹਨੂੰ ਮੇਰੇ ਨਾਲੋਂ ਵੱਧ ਸਮਝ ਆ। ਮੈਂ ਲਿਟਰੇਚਰ ਦੇ ਜ਼ਰੀਏ ਜੇਲ੍ਹ ਬਾਰੇ ਪੜ੍ਹਿਆ, ਲਿਟਰੇਚਰ ਦੇ ਰਾਹੀਂ ਜੇਲ੍ਹ ਬਾਰੇ ਪੜ੍ਹਿਆ। ਮੈਨੂੰ ਲੱਗਦਾ ਤਨਵੀਰ ਇਸ ਮਾਮਲੇ 'ਚ ਸਾਡੇ ਤੋਂ ਬਹੁਤ ਅਗਾਂਹ ਹੈ। ਉਹਦੇ ਜਿਸ ਤਰ੍ਹਾਂ ਦੇ ਤਜਰਬੇ ਨੇ, ਮੈਨੂੰ ਲੱਗਦਾ ਸੀ ਕਿ ਇਹਨਾਂ ਨੂੰ ਫੜਿਆ ਜਾਵੇ ਕਿਸੇ ਵੀ ਤਰੀਕੇ ਨਾਲ। ਤਾਂ ਕਰਕੇ ਮੈਂ ਉਹ ਕੰਪਲੀਟ ਤਨਵੀਰ ਨੂੰ ਕਵਿਤਾ ਦੇ ਰਾਹੀਂ ਵੀ ਫੜਨ ਦੀ ਕੋਸ਼ਿਸ਼ ਕਰੀ ਹੈ, ਅਤੇ ਉਹਦੀ ਪਰਸਨੈਲਿਟੀ, ਉਹਦੀ ਇੰਟਰਵਿਊਜ਼ ਰਾਹੀਂ ਫੜਨ ਦੀ ਕੋਸ਼ਿਸ਼ ਕਰੀ ਹੈ। ਤੀਸਰਾ ਮੈਨੂੰ ਲੱਗਦਾ ਸੀ ਕਿ ਮਾਲਵਾ ਨੂੰ ਅਸੀਂ ਪਛੜਿਆ, ਜਦੋਂ ਕਹਿੰਦੇ ਹਾਂ ਕਿ ਮਾਲਵਾ ਪਛੜਿਆ ਹੋਇਆ ਇਲਾਕਾ ਹੈ, ਮਤਲਬ ਕਿ ਕਹਿਣ ਨਾਲ ਕੋਈ ਇਲਾਕਾ ਪਛੜਿਆ ਹੋਇਆ ਇਲਾਕਾ ਨਹੀਂ ਹੁੰਦਾ। ਬਹੁਤ ਸਾਰੀਆਂ ਨਜ਼ਮਾਂ ਪਿੰਡਾਂ ਬਾਰੇ, ਖਾਸ ਕਰਕੇ ਦੇਵਨੀਤ ਦੀ ਤੁਸੀਂ ਨਜ਼ਮ ਪੜ੍ਹ ਲਓ, ਰਾਮ ਸਿੰਘ ਚਹਿਲ ਦੀਆਂ ਨਜ਼ਮਾਂ ਪੜ੍ਹ ਲਓ, ਜਾਂ ਕਮਲ ਦੇ ਨਾਵਲ ਪੜ੍ਹ ਲਓ, ਜਾਂ ਹੋਰ ਬਹੁਤ ਵੱਡੇ ਲਿਟਰੇਚਰ ਦੇ ਵਿੱਚ ਬੰਦੇ ਇੱਥੇ ਪੈਦਾ ਹੋਏ, ਜਿਨ੍ਹਾਂ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕਰੀ। ਅਸੀਂ ਰੱਦ ਕਰਕੇ ਅਗਾਂਹ ਤੁਰਦੇ ਰਹੇ ਬਹੁਤ ਲੋਕਾਂ ਨੂੰ, ਹਰਮਨ ਵੀ ਈਵਨ ਕਿ, ਕਿਉਂਕਿ ਜਿਸ ਤਰ੍ਹਾਂ ਦੀ ਡਾਇਵਰਸਿਟੀ ਸਾਡੀ ਸੁਸਾਇਟੀ ਦੇ ਵਿੱਚ ਹੈਗੀ ਆ, ਅਸੀਂ ਇਹਨੂੰ ਅਸੈਪਟ ਨਹੀਂ ਕਰ ਰਹੇ। ਤਾਂ ਮੈਨੂੰ ਲੱਗਦਾ ਕਿ ਤਨਵੀਰ ਉਸ ਤਰ੍ਹਾਂ ਦੀ ਪਰਸਨੈਲਿਟੀ ਸੀ, ਜਿਸ ਤਰ੍ਹਾਂ ਦਾ ਕੰਮ ਮੈਨੂੰ ਲੱਗਦਾ ਹੁੰਦਾ ਕਿ ਸੁਖਜੀਤ ਨੇ ਪੰਜਾਬੀ ਕਹਾਣੀ, ਜਾਂ ਇੱਕ ਉਹਦੀ ਕਿਤਾਬ ਵਾਰਤਕ ਦੀ, ਉਹਦੇ ਵਿੱਚ ਕਰਿਆ, ਜਾਂ ਮਿੰਟੂ ਗੁਰੂਸਰੀਏ ਨੇ ਕਰਿਆ, ਜਾਂ ਸ਼ਰਾਰਤੀ ਤੱਤ ਵਾਲੇ ਮੁੰਡੇ ਨੇ ਕਰਿਆ। ਤਨਵੀਰ ਦੀ ਲਾਈਫ ਬਿਲਕੁਲ ਉਹਦੇ ਪੈਰਲਲ ਚੱਲਦੀ ਹੈ, ਪਰ ਉਹਨਾਂ ਦੀ ਲਾਈਫ ਨਾਲੋਂ ਡਿਫਰੈਂਟ ਖੜ੍ਹਦਾ। ਤਾਂ ਕਰਕੇ ਮੈਂ ਤਨਵੀਰ ਬਾਰੇ ਵੀ ਇਸ ਕਿਤਾਬ ਦੇ ਵਿੱਚ ਇੱਕ ਰੇਖਾ ਚਿੱਤਰ, ਬਹੁਤ ਲੰਮਾ ਚੌੜਾ ਰੇਖਾ ਚਿੱਤਰ ਮੈਨੂੰ ਇਸ ਕਿਤਾਬ ਦੇ ਵਿੱਚ ਲਿਖਣ ਦੀ ਲੋੜ ਪਈ। ਫਿਰ ਮੈਨੂੰ ਲੱਗਿਆ ਕਿ ਮਾਲਵਾ ਮੂਵਮੈਂਟਸ ਦਾ ਗੜ੍ਹ ਹੈ। ਭਾਵੇਂ ਕੋਈ ਵੀ ਮੂਵਮੈਂਟ ਚੱਲੀ, ਭਾਵੇਂ 84 ਦੇ ਸੰਬੰਧ ਵਿੱਚ ਸੀ, ਭਾਵੇਂ ਇਸ ਤੋਂ ਪਹਿਲਾਂ ਜਿੰਨੀਆਂ ਵੀ ਮੂਵਮੈਂਟਸ ਚੱਲੀਆਂ ਜਾਂ ਬਾਅਦ ਦੇ ਵਿੱਚ ਹੁਣ ਚੱਲ ਰਹੀਆਂ ਨੇ, ਹੁਣ ਵੀ ਮਾਲਵਾ ਮੋਹਰੀ ਭੂਮਿਕਾ ਨਿਭਾਉਂਦਾ। ਤਾਂ ਮੇਰੇ ਕੋਲ ਇੱਕ ਅਧਿਆਪਕ ਸੀ ਸਤਿਗੁਰ ਸਿੰਘ। ਮੈਨੂੰ ਲੱਗਦਾ ਕਿ ਉਹਨਾਂ ਨੂੰ ਜੇਕਰ ਮੈਂ ਨਹੀਂ ਪੇਸ਼ ਕਰਦਾ ਸੀ ਤਾਂ ਮਾਲਵੇ ਦਾ ਇੱਕ ਕੰਪਲੀਟ ਪੱਖ ਹੈ ਜਿਹੜਾ ਨਾ, ਉਹ ਰਹਿ ਜਾਂਦਾ। ਅਸ਼ੋਕ ਬੰਸਲ, ਜਿਹਨੂੰ ਪਤਾ ਹੀ ਨਹੀਂ ਕਿੱਡੇ ਕੁ ਤਸਬੀਹਾਂ ਲੋਕ ਦਿੰਦੇ ਨੇ, ਮੈਂ ਉਹਨੂੰ ਮਾਨਸਾ ਦੇ ਇੰਦਰ ਬਾਣੀ ਦੇ ਰਾਹੀਂ ਪੇਸ਼ ਕਰਿਆ। ਸਾਡੇ ਕੋਲ ਫਿਲਮ ਦੀ ਡਾਇਰੈਕਸ਼ਨ ਹੈਗੀ ਹੈ, ਸਾਡੇ ਕੋਲ ਨਾਟਕਾਂ ਦੀ ਡਾਇਰੈਕਸ਼ਨ ਦੇ ਵਿੱਚ ਸੁਰਿੰਦਰ ਸਾਗਰ ਦਾ ਬਹੁਤ ਵੱਡਾ ਨਾਮ ਹੈ। ਮੈਨੂੰ ਲੱਗਿਆ ਕਿ ਉਸ ਬੰਦੇ ਦੇ ਰਾਹੀਂ ਮੈਨੂੰ ਇੱਥੋਂ ਦੇ ਆਰਟ ਨੂੰ ਪੇਸ਼ ਕਰਨਾ ਚਾਹੀਦਾ। ਮੈਨੂੰ ਇਹ ਵੀ ਲੱਗਿਆ ਕਿ ਸਾਡੀ ਕਥਾ ਦੇ ਵਿੱਚ ਜਿਸ ਤਰ੍ਹਾਂ ਦੇ ਲੋਕ ਨੇ, ਦਰਸ਼ਨ ਜੋਗਾ, ਜਿਹਦੀ ਪੁਤਲਾ ਪੱਟ ਬਹੁਤ ਮਕਬੂਲ ਕਹਾਣੀ ਹੋਈ, ਜਾਂ ਜਿਹਦੀ ਸ਼ੁਕਰ ਹੈ ਬਹੁਤ ਮਕਬੂਲ ਕਹਾਣੀ ਹੋਈ, ਤਪੀ ਮਿੱਟੀ ਬਹੁਤ ਮਕਬੂਲ ਕਹਾਣੀ ਹੋਈ, ਇਹਨਾਂ ਦਿਨਾਂ ਦੇ ਵਿੱਚ ਉਹਦੀ ਕਹਾਣੀ ਦੇ ਉੱਤੇ ਫਿਲਮ ਬਣ ਰਹੀ ਆ, ਬੜੀ ਮਕਬੂਲ ਕਹਾਣੀ ਹੋਈ। ਉਹ ਕਥਾ ਦੇ ਵਿੱਚ
ਅਣਖੀ ਤੋਂ ਬਾਅਦ ਜੇ ਕੋਈ ਸਾਡੇ ਕੋਲੇ ਤੁਰਦੇ ਨੇ ਜਿਹੜੇ ਲੋਕ, ਮੈਨੂੰ ਲੱਗਦਾ ਕਿ ਉਹਨਾਂ ਨੂੰ ਮੈਂ ਫੜਨ ਦੀ ਕੋਸ਼ਿਸ਼ ਕਰੀ। ਜਾਂ ਖਾਸ ਕਰਕੇ ਖੇਡਾਂ ਦੇ ਖੇਤਰ ਦੇ ਵਿੱਚ ਮੈਨੂੰ ਲੱਗਦਾ ਕਿ ਜਿੰਨੀ ਸਾਡੇ ਕੋਲੇ ਸਟਰੈਂਥ ਹੈਗੀ ਆ, ਪੰਜਾਬ ਦੇ ਮੁਕਾਬਲੇ ਮਾਲਵੇ ਦੇ ਕੋਲੇ ਸਿੱਧੇ ਤਕੜੇ ਖਿਡਾਰੀ ਪੈਦਾ ਹੋਏ ਨੇ। ਉਹ ਮੇਰੇ ਗੁਆਂਢ ਦੇ ਪਿੰਡ ਆਤਲਾ ਕਲਾਂ, ਉੱਥੋਂ ਦੀ ਮੁਖਤਿਆਰ, ਜਿਹਦਾ ਨਾਮ ਕਿਸੇ ਸਮੇਂ ਲੋਕ ਸਹਿਮ ਜਾਂਦੇ ਸੀ ਕਬੱਡੀ ਦੇ ਗਰਾਊਂਡਾਂ ਦੇ ਵਿੱਚ ਵੀ, ਹੁਣ ਸਾਥੋਂ ਨਹੀਂ ਖੇਡਿਆ ਜਾਣਾ ਕਿ ਮੁਖਤਿਆਰ ਆ ਗਈ। ਮਤਲਬ ਕਿ ਮੇਰਾ ਚਾਚਾ ਆਪਦਾ, ਜਿਹੜਾ 1 ਮਿੰਟ ਦੇ ਵਿੱਚ ਤੁਰਿਆ ਜਾਂਦਾ, ਬਹੁਤ ਵੱਡੀ ਗੱਲ ਕਰ ਜਾਂਦਾ। ਜਿਵੇਂ ਇੱਕ ਦਿਨ ਮੈਂ ਬੜੀ ਸਹਿਜ ਦੇ ਵਿੱਚ ਚੰਡੀਗੜ੍ਹ ਤੋਂ ਆਇਆ ਸੀ ਅਤੇ ਕਵੀ ਦਰਬਾਰ ਵੇਖਣਾ ਸ਼ੁਰੂ ਕਰਿਆ। ਇੱਕ ਪੰਜਾਬੀ ਦੇ ਨਵੇਂ ਕਵੀ ਨੇ ਕਵਿਤਾ ਪੜ੍ਹੀ, ਅਤੇ ਉਹ ਮੇਰੇ ਕੋਲ ਆਉਂਦਾ ਕਿ ਕੀ ਵੇਖ ਰਿਹਾ। ਮੈਂ ਕਹਿੰਦਾ ਕਵਿਤਾ ਸੁਣ ਰਿਹਾ ਮੈਂ, ਜਾਂ ਦੇਖ ਰਿਹਾ ਜਾਂ। ਉਹ ਕਹਿੰਦਾ ਛੱਡ ਇਹਨੂੰ, ਆਪਾਂ ਪਹਿਲਾਂ ਖਬਰਾਂ ਸੁਣਦੇ। ਮੈਨੂੰ ਲੱਗਦਾ ਕਿ ਇੱਕ ਬਹੁਤ ਵੱਡਾ ਕਮੈਂਟ ਸੀ ਉਸ ਕਵੀ ਦੇ ਬਾਰੇ, ਜਿਹੜਾ ਆਲੋਚਨਾ ਨੇ ਆਪਣੇ ਤਰੀਕੇ ਨਾਲ ਕਰਨਾ ਹੁੰਦਾ, ਇੱਕ ਸਧਾਰਨ ਬੰਦੇ ਨੇ ਆਪਣੇ ਤਰੀਕੇ ਨਾਲ ਕਰਨਾ ਹੁੰਦਾ। ਜਾਂ ਇਸ ਕਿਤਾਬ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਬੰਦੇ ਜਿਹੜੇ ਆਊਟਸਾਈਡਰ ਟਾਈਪ ਬੰਦੇ ਨੇ। ਮੈਂ 13 ਬੰਦਿਆਂ ਬਾਰੇ, ਜਿਹੜੇ ਦੇਬੀ ਮਖਸੂਸਪੁਰੀ ਆ, ਬਹੁਤ ਵੱਡਾ ਸਾਡੇ ਕੋਲ ਗਾਇਕ ਹੈ, ਜਿਹਦਾ ਡਿਫਰੈਂਟ ਜਿਹਾ ਕੰਮ ਹੈਗਾ, ਉਹਨੂੰ ਵੀ ਫੜਨ ਦੀ ਕੋਸ਼ਿਸ਼ ਕਰੀ ਹੈ। ਜਾਂ 1-2 ਬੰਦੇ ਹੋਰ ਨੇ ਜਿਨ੍ਹਾਂ ਬਾਰੇ ਮੈਨੂੰ ਲੱਗਦਾ ਕਿ ਲਕੀਰਾਂ ਰੱਦ ਕਰਦਾ ਪੰਡਤ ਹੈ, ਜਿਹੜਾ ਸਾਰੀ ਉਮਰ ਸਕੂਲ ਦੇ ਵਿੱਚ ਪੜ੍ਹਾਉਂਦਾ ਰਿਹਾ ਅਤੇ ਬੱਚੇ ਨੂੰ ਤਾਇਆ ਕਹਿ ਕੇ ਬੁਲਾਉਂਦੇ ਰਹੇ। ਮੈਨੂੰ ਲੱਗਦਾ ਕਿ ਇਹ ਇੱਕ ਵੱਡੀ ਸਾਡੇ ਕੋਲ ਵੱਖਰੀ ਮਿਸਾਲ ਅਸੀਂ ਜਿਹੜੀ। ਅਤੇ ਇਹਨਾਂ ਰੇਖਾ ਚਿੱਤਰਾਂ ਦੇ ਬਹਾਨੇ ਮੈਂ ਬਹੁਤ ਕੁਝ ਉਹ ਸਿਰਜਣ ਦੀ ਕੋਸ਼ਿਸ਼ ਕਰੀ ਹੈ ਜਿਹੜਾ ਮੈਨੂੰ ਲੱਗਦਾ ਕਿ ਜੇ ਰਹਿ ਗਿਆ ਸੀ। ਤਾਂ ਕਰਕੇ ਮੈਨੂੰ ਲੱਗਦਾ ਕਿ ਇੰਨੀ ਕੁ ਜਿਹੜੀ ਰੇਖਾ ਚਿੱਤਰਾਂ ਦੇ ਸੰਬੰਧ ਵਿੱਚ ਮੇਰੀ ਜਿਹੜੀ ਗੱਲ ਸੀ। ਪ੍ਰੋਫੈਸਰ ਸਾਹਿਬ, ਇਹ ਜਿਹੜੀ ਰੇਖਾ ਚਿੱਤਰਾਂ ਦੀ ਵਿਧਾ ਹੈਗੀ, ਇਹਦੇ ਵਿੱਚ ਬੰਦੇ ਨੂੰ ਨੇੜਿਓਂ ਦੇਖਣਾ ਜ਼ਰੂਰੀ ਹੁੰਦਾ ਗਾ ਅਤੇ ਜੀਵਨ ਦੇ ਅੰਸ਼ ਪੇਸ਼ ਕਰਨੇ ਹੁੰਦੇ ਨੇ। ਜਿਹੜੇ ਤੁਸੀਂ ਇਹਦੇ ਵਿੱਚ 13 ਬੰਦੇ ਪੇਸ਼ ਕੀਤੇ ਨੇ, ਤੁਹਾਡੇ ਵਾਕਫ ਸੀ ਜਾਂ ਇਹਨਾਂ ਨੂੰ ਤੁਸੀਂ ਕੁਛ ਨੂੰ ਪੜ੍ਹਿਆ ਗਾ? ਕਿਵੇਂ ਦਾ ਤੁਹਾਨੂੰ ਇਹਨਾਂ ਦੇ ਨਾਲ ਜਿਹੜਾ ਜੀਵਨ ਦੇ ਅੰਸ਼ ਤੁਸੀਂ ਇਹਨਾਂ ਦੇ ਪੜ੍ਹੇ? ਮੈਨੂੰ ਲੱਗਦਾ ਕਿ ਅਸੀਂ ਨਾ ਇੱਕ ਰੇਖਾ ਚਿੱਤਰਾਂ ਦੀ ਇੱਕ ਪਰਿਭਾਸ਼ਾ ਜਿਹੀ ਕ੍ਰੀਏਟ ਕਰ ਲਈ। ਪਿਛਲੇ ਦਿਨੀ ਵੀ ਗੁਰਬਚਨ ਭੁੱਲਰ ਨੇ ਮੇਰੀ ਇੱਕ ਟਿੱਪਣੀ 'ਤੇ ਟਿੱਪਣੀ ਕਰੀ ਸੀ ਕਿ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਵਾਰਤਕ ਬੰਦੇ ਅੰਦਰ ਨਾ ਸਿਸਤ ਲਾਈ ਬੈਠੀ ਹੁੰਦੀ ਹੈ। ਮੈਨੂੰ ਅਕਸਰ ਲੱਗਦਾ ਹੁੰਦਾ ਕਿ ਉਹ ਇੱਕ ਕੰਪਲੈਕਸ ਪੈਦਾ ਕਰਦੀ ਹੈ, ਜਿਹੜਾ ਬੰਦੇ ਨੂੰ ਤੰਗ ਜਮ੍ਹਾਂ ਨਹੀਂ ਕਰਦਾ। ਰੇਖਾ ਚਿੱਤਰ ਬੰਦੇ ਨੂੰ ਡਿਸਟਰਬ ਨਹੀਂ ਕਰਦਾ। ਕਵਿਤਾ ਬੰਦੇ ਨੂੰ ਬਹੁਤ ਡਿਸਟਰਬ ਕਰਦੀ ਹੈ, ਤੁਸੀਂ ਆਪ ਕਵੀ ਹੋ। ਨਾਵਲ ਬੰਦੇ ਨੂੰ ਬਹੁਤ ਡਿਸਟਰਬ ਕਰਦਾ, ਠਿੱਠ ਕਰਦਾ, ਇਹਨੂੰ ਮੈਂ ਕਹਿੰਦਾ ਹੁੰਦਾ। ਰੇਖਾ ਚਿੱਤਰ ਨਹੀਂ। ਅਸੀਂ ਨਾ ਇੱਕ ਲਕੀਰ ਮਿਥ ਲਈ ਵੀ ਰੇਖਾ ਚਿੱਤਰ, ਜਿਵੇਂ ਪਿਛਲੇ ਦਿਨੀ ਬਰਾੜ ਸਾਹਿਬ ਦੀ ਕਿਤਾਬ ਆਈ ਆ ਦਾਨਸ਼ਵੰਦਰ ਵੇਸ਼, ਬਹੁਤ ਵੱਡੇ ਬੰਦੇ ਨੇ ਬਰਾੜ ਸਾਹਿਬ, ਪਰ ਉਹਨਾਂ ਰੇਖਾ ਚਿੱਤਰਾਂ ਦਾ ਫਾਰਮੈਟ ਇੱਕ ਹੈ। ਮੈਨੂੰ ਜਿਹੜੀ ਗੱਲ ਅਪੀਲ ਨਹੀਂ ਕਰਦੀ ਕਿ ਅਸੀਂ ਪਹਿਲਾਂ ਜਨਮ ਕਿੱਥੇ ਹੋਇਆ, ਫਿਰ ਉਹ ਕਿਵੇਂ, ਉਹਨੇ ਕੀ ਕੁਛ ਲਿਖਿਆ, ਕਿਵੇਂ ਅਸੀਂ ਵਿਚਰੇ, ਉਹਦਾ ਅੰਤ ਕਿਵੇਂ ਹੋਇਆ। ਇਹ ਮੈਨੂੰ ਲੱਗਦਾ ਕਿ ਇਹ ਰੇਖਾ ਚਿੱਤਰ ਨਹੀਂ ਆ। ਸਾਨੂੰ ਨਾ ਵੱਢ ਮਾਰਨੇ ਪੈਣਗੇ ਇਹਨਾਂ ਗੱਲਾਂ ਦੇ ਵਿੱਚ। ਜ਼ਰੂਰੀ ਨਹੀਂ ਕਿ ਤੁਸੀਂ ਬੰਦੇ ਨੂੰ ਮਿਲੇ ਹੋਵੋ। ਫਿਜ਼ਾਵਾਂ ਦੇ ਵਿੱਚ ਬਹੁਤ ਕੁਛ ਤੁਰਿਆ ਫਿਰਦਾ। ਫਿਜ਼ਾ ਦੇ ਵਿੱਚ ਹਜ਼ਾਰਾਂ ਸਵਾਲ ਤੁਰੇ ਫਿਰਦੇ ਨੇ ਕਿਸੇ ਬੰਦੇ ਦੇ ਬਾਰੇ। ਮੈਨੂੰ ਲੱਗਦਾ ਕਿ ਜਦੋਂ ਮੈਂ ਤਨਵੀਰ ਨੂੰ ਪਹਿਲੇ ਵਾਰੀ ਵੇਖਿਆ ਸੀ, ਬੜਾ ਪੁਰਾਣੀ ਗੱਲ ਹੈ 8-10 ਸਾਲ ਦੀ, ਮੈਨੂੰ ਉਹਦੇ ਨੈਣ, ਜਦੋਂ ਉਹਦੇ ਮੈਂ ਅੱਖਾਂ ਦੇ ਵਿੱਚ ਅੱਖਾਂ ਮਿਲਾਉਣ ਦੀ ਕੋਸ਼ਿਸ਼ ਕਰੀ ਤਾਂ ਮੈਨੂੰ ਲੱਗਿਆ ਕਿ ਬਹੁਤ ਕੁਛ ਹੈ ਇਸ ਬੰਦੇ ਅੰਦਰ। ਫਿਰ ਅਸੀਂ ਪਤਾ ਨਹੀਂ ਕਿੰਨੇ ਕੁ ਵਾਰ ਅਸੀਂ ਮਿਲੇ ਇੱਕ ਦੂਜੇ ਨੂੰ, ਕਿੰਨੇ ਕੁ ਅਸੀਂ ਆਪਸ ਦੇ ਵਿੱਚ ਗੱਲਾਂ ਕਰਦੇ ਰਹੇ ਕਾਲਜਾਂ ਦੇ ਵਿੱਚ ਲਗਾਤਾਰ 10-10 12-12 ਘੰਟੇ। ਮੈਨੂੰ ਲੱਗਦਾ ਕਿ ਜ਼ਰੂਰੀ ਨਹੀਂ ਹੁੰਦਾ ਕੋਈ ਬੰਦੇ, ਜੇ ਤੁਸੀਂ ਮਿਲੇ ਹੋ ਤਾਂ ਇਹ ਵੱਖਰਾ ਸਵਾਦ ਹੁੰਦਾ। ਫਿਰ ਉਹਦੇ ਵਿੱਚ ਤੁਸੀਂ ਕਿਹੜੀਆਂ ਗੱਲਾਂ ਲੱਭਦੇ ਹੋ। ਮੈਂ ਡਾਕਟਰ ਆਪਣੇ 3 ਅਧਿਆਪਕਾਂ ਨੂੰ ਬਹੁਤ ਨੇੜਿਓਂ ਜਾਣਦਾ, ਤਾਂ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਬਹੁਤ ਬੰਦੇ ਨੂੰ ਨੇੜਿਓਂ ਜਾਣਦੇ ਹੋ ਤਾਂ ਲਿਖਣ ਵਾਲਾ ਕੰਮ ਕਿਤੇ ਨਾ ਕੰਪਲੀਟ ਹੋ ਜਾਂਦਾ। ਤੁਸੀਂ ਜਿਹਨੂੰ ਬਹੁਤ ਨੇੜਿਓਂ ਜਾਣਦੇ ਹੋ, ਕਈ ਵਾਰੀ ਤੁਸੀਂ ਉਹਦੇ ਬਾਰੇ ਇੱਕ ਵੀ ਲਫ਼ਜ਼ ਨਹੀਂ ਲਿਖ ਸਕਦੇ ਹੁੰਦੇ। ਜਿਹਨੂੰ ਬਿਲਕੁਲ ਨਹੀਂ ਜਾਣਦੇ, ਤੁਸੀਂ ਉਹਦੇ ਬਾਰੇ ਹਜ਼ਾਰਾਂ ਪੰਨੇ ਵੀ ਕਈ ਵਾਰੀ ਮੈਨੂੰ ਲੱਗਦਾ ਹੁੰਦਾ ਭਰ ਲੈਂਦੇ ਹੁੰਦੇ। ਪ੍ਰੋਫੈਸਰ ਸਾਹਿਬ, ਤੁਹਾਡਾ ਆਲੋਚਨਾ ਦੇ ਵਿੱਚ ਵੱਡਾ ਨਾਮ ਹੈਗਾ, ਤੁਸੀਂ ਪਰਚੇ ਵੀ ਪੜ੍ਹਦੇ ਰਹਿੰਦੇ ਹੋ, ਅਤੇ ਜਿਹੜੀ ਤੁਹਾਡੀ ਇਹ ਕਿਤਾਬ ਆ ਰੇਖਾ ਚਿੱਤਰਾਂ ਦੀ ਮਹਾਨ ਸੁੱਚੇ ਇਸ਼ਕ ਦਾ, ਅਤੇ ਇਹਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਿਆ? ਜਿਹੜੇ ਇਹਦੇ ਕਿਹੜੇ ਪੱਖਾਂ ਨੂੰ ਤੁਸੀਂ ਛੋਹਿਆ ਗਾ, ਅਤੇ ਕਿਹੜੇ ਪੱਖ ਤੁਸੀਂ ਇਹਦੇ 'ਚੋਂ ਦੇਖੇ? ਜਦੋਂ ਮੈਂ ਆਪਣੀ ਕਿਤਾਬ ਨੂੰ ਇੱਕ ਆਲੋਚਕ ਦੇ ਰੂਪ ਦੇ ਵਿੱਚ ਪੜ੍ਹਦਾ, ਮੈਨੂੰ ਲੱਗਦਾ ਕਿ ਤੁਸੀਂ ਇਹ ਸਵਾਲ ਪੁੱਛਣਾ ਚਾਹੁੰਦੇ ਹੋ, ਤਾਂ ਮੈਨੂੰ ਤੁਹਾਡੇ ਸਵਾਲ ਦੇ ਵਿੱਚ ਬੜੀ ਗੰਭੀਰਤਾ ਨਜ਼ਰ ਆਉਂਦੀ ਹੈ। ਇੱਕ ਮੇਰਾ ਵੀ ਇਮਤਿਹਾਨ ਹੈ ਰੇਖਾ ਚਿੱਤਰ ਲਿਖਦਿਆਂ। ਜਦੋਂ ਮੈਂ ਮੇਰੀ ਆਪਣੀ ਕਿਤਾਬ ਜਦੋਂ ਮੈਂ ਆਪਣੇ ਆਪ ਪੜ੍ਹਦਾ, ਮੈਨੂੰ ਲੱਗਦਾ ਕਿ ਕੁਛ ਲੋਕ ਹੁੰਦੇ ਨੇ ਜਿਹੜੇ ਆਪਣੇ ਆਪ ਨੂੰ ਰੱਦ ਕਰ ਲੈਂਦੇ ਹੁੰਦੇ ਨੇ। ਜਿਹੜੇ ਲੋਕ ਆਪਣੇ ਆਪ ਨੂੰ ਰੱਦ ਕਰ ਸਕਦੇ ਨੇ, ਮੈਨੂੰ ਲੱਗਦਾ ਕਿ ਉਹਨਾਂ ਦੇ ਵਿੱਚ ਕੋਈ ਨਾ ਕੋਈ ਵੱਖਰਤਾ ਹੁੰਦੀ ਆ। ਜਦੋਂ ਮੈਂ ਕਿਤਾਬ ਆਉਣ ਤੋਂ ਬਾਅਦ ਮੈਨੂੰ ਸੁਖਵਿੰਦਰ ਨੇ ਕਿਤਾਬ ਦਿੱਤੀ, ਮੈਂ 2 ਦਿਨ ਇਸ ਕਿਤਾਬ ਨੂੰ ਇੱਕ ਪਾਠਕ ਦੇ ਰੂਪ ਦੇ ਵਿੱਚ ਪੜ੍ਹਦਾ ਰਿਹਾ। ਮੈਨੂੰ ਲੱਗਿਆ ਕਿ ਜਿਹੜੀ ਮੇਰੀ ਸਭ ਤੋਂ ਵੱਡੀ ਸਮੱਸਿਆ ਰਹੀ ਕਿ ਮੈਂ ਵਿਵਾਕ ਨਹੀਂ ਹਾਂ ਰੇਖਾ ਚਿੱਤਰਾਂ ਦੇ ਵਿੱਚ, ਜਿਹੜਾ ਹੋਣਾ ਚਾਹੀਦਾ ਹੈ। ਕਿਉਂਕਿ ਸੰਕੇਤਕ ਰੂਪ ਦੇ ਵਿੱਚ ਮੈਂ ਬਹੁਤ ਕੁਛ ਗੱਲਾਂ ਕਰੀਆਂ,
ਪਰ ਮੈਨੂੰ ਲੱਗਦਾ ਕਿ ਸੀ ਕਿ ਉਹਨੂੰ ਠੋਸ ਤਰੀਕੇ ਨਾਲ ਉਹ ਗੱਲਾਂ ਕਰਨ ਦੀ ਮੈਨੂੰ ਲੱਗਿਆ ਸੀ ਕਿ ਜ਼ਰੂਰਤ ਸੀ। ਜੇ ਮੈਂ ਕਿਸੇ ਹੋਰ ਕਿਤਾਬ ਨੂੰ, ਜੇ ਕਿਸੇ ਹੋਰ ਬੰਦੇ ਦੀ ਕਿਤਾਬ ਹੁੰਦੀ, ਮੈਂ ਇਹ ਗੱਲ ਜ਼ਰੂਰ ਕਰਦਾ। ਦੂਸਰਾ, ਇਹ ਦੌਰ ਨਾ ਹੈਗਾ ਜਿਹੜਾ ਸੈਲੀਬ੍ਰਿਟੀ ਦਾ ਦੌਰ ਹੈ। ਹਾਲਾਂਕਿ ਮੈਂ ਬਹੁਤ ਸੁਚੇਤ ਹਾਂ ਕਿ ਸੈਲੀਬ੍ਰਿਟੀ ਬੰਦੇ ਦੇ ਆਰਟ ਨੂੰ ਖਤਮ ਕਰਦੀ ਹੈ। ਸਾਡੇ ਬਹੁਤੇ ਲੇਖਕ ਇਸ ਪਾਸੇ ਤੁਰੇ ਨੇ, ਪਰ ਮੈਨੂੰ ਲੱਗਦਾ ਹੈ ਕਿ ਮੈਂ ਵੀ ਕਈ ਥਾਵਾਂ ਦੇ ਉੱਤੇ ਇਸ ਕਿਤਾਬ ਦੇ ਵਿੱਚ ਉਸ ਸੈਲੀਬ੍ਰਿਟੀ ਦੇ ਜਿਹੜਾ ਪੂਰਾ ਜਾਲ ਹੈਗਾ ਉਹਦੇ ਵਿੱਚ ਫਸਿਆ। ਉਹਦਾ ਕਾਰਨ ਹੈ ਕਿ ਮੈਂ ਉੱਥੇ ਜਾ ਕੇ ਕਿਤੇ ਨਾ ਕਿਤੇ ਸੁਚੇਤ ਹੋਊਂਗਾ। ਉਹਨਾਂ ਦਿਨਾਂ ਦੇ ਵਿੱਚ, ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਜਦੋਂ ਮੈਂ ਲਿਖਦਾ ਸੀ, ਮਤਲਬ ਕਿ ਲਿਟਰੇਚਰ ਸੈਲੀਬ੍ਰਿਟੀ ਤੋਂ ਬਾਹਰ ਦੀ ਗੱਲ ਹੁੰਦੀ ਹੈ। ਪਰ ਮੈਨੂੰ ਜਦੋਂ ਆਪ ਦੀ ਕਿਤਾਬ ਮੈਂ ਆਪ ਪਾਠਕ ਦੇ ਰੂਪ ਦੇ ਵਿੱਚ ਪੜ੍ਹਦਾ ਤਾਂ ਮੈਨੂੰ ਲੱਗਿਆ ਕਿ ਬਹੁਤ ਥਾਵਾਂ 'ਤੇ ਨਾ ਮੈਂ ਇਸ ਤਰ੍ਹਾਂ ਦੀਆਂ ਸਤਰਾਂ ਕੰਪਲੀਟ ਲੋਕਾਂ ਦੀਆਂ ਕੰਪਲੀਟ ਗੱਲਾਂ ਇੱਕ ਸੈਲੀਬ੍ਰਿਟੀ 'ਤੇ ਲਿਆਉਣ ਦੀ ਕੋਸ਼ਿਸ਼ ਕਰੀ। ਮੈਨੂੰ ਲੱਗਦਾ ਕਿ ਇਹ ਇਸ ਕਿਤਾਬ ਦਾ ਸਭ ਤੋਂ ਵੱਡਾ ਸੰਕਟ ਬਣੂਗਾ ਆਉਣ ਵਾਲੇ ਸਮੇਂ ਦੇ ਵਿੱਚ, ਕਿ ਜਦੋਂ ਤੁਸੀਂ ਐਜ਼ ਏ ਕ੍ਰਿਟਿਕ ਪੜ੍ਹਦੇ ਹੋ, ਕਿਤਾਬ ਦੀ ਜ਼ਿਲਦ ਬਹੁਤ ਸੋਹਣੀ ਆ, ਹੈ ਨਾ। ਜੋਧੇ ਨੇ ਵੀ ਇਹ ਬਹੁਤ ਕਮਾਲ ਦੀ ਗੱਲ ਕਰੀ ਕਿ ਸਾਡੇ ਅੰਦਰ ਨਾ ਰੇਖਾ ਚਿੱਤਰਾਂ ਦੇ ਬਾਰੇ ਇੱਕ ਇਸ ਤਰ੍ਹਾਂ ਦੀ ਗੱਲ ਵੀ ਹੈਗੀ ਹੈ ਕਿ ਜਿਹੜੇ ਗਾਰਗੀ ਨੇ ਰੇਖਾ ਚਿੱਤਰ ਲਿਖੇ, ਜਿਸ ਕਿਤਾਬ ਦਾ ਨਾਂ ਹੀ ਨਿੰਮ ਦੇ ਪੱਤੇ ਹੋਊਗਾ, ਜਿਸ ਕਿਤਾਬ ਦਾ ਨਾਂ ਹੀ ਕੋਡਿੰਗ ਵਾਲਾ ਸੱਪ ਹੋਊਗਾ, ਮੈਨੂੰ ਲੱਗਦਾ ਕਿ ਉਹ ਕਿਤਾਬਾਂ ਬੜੀਆਂ ਬੇਬਾਕ ਕਿਸਮ ਦੀਆਂ ਕਿਤਾਬਾਂ ਹੋਣਗੀਆਂ। ਹੁਣ ਜਿਸ ਕਿਸਮ ਦਾ ਕਿਤਾਬ ਦਾ ਨਾਮ ਹੈ ਮਾਣ ਸੁੱਚੇ ਇਸ਼ਕ ਦਾ, ਅਤੇ ਦੂਜਾ ਮੈਂ ਇਹ ਵੀ ਹੈ ਕਿ ਉਹਦੀ ਪਿੱਠ ਭੂਮੀ 'ਚ ਇੱਕ ਸਤਰ ਰਹਿ ਗਈ, ਹੁਨਰ ਦਾ ਦਾਅਵਾ ਨਹੀਂ ਹੈ। ਹੁਨਰ ਦਾ ਕੋਈ ਦਾਅਵਾ ਨਹੀਂ ਹੈ। ਇਹ 'ਚ ਬਹੁਤ ਸਾਰੀਆਂ ਸਮੱਸਿਆਵਾਂ ਹੋਣਗੀਆਂ ਜਦੋਂ ਇੱਕ ਪਾਠਕ ਦੇ ਤੌਰ 'ਤੇ ਲੋਕ ਇਹਨੂੰ ਪੜ੍ਹਨਗੇ। ਮੈਨੂੰ 2-3 ਗੱਲਾਂ ਜਿਹੜੀਆਂ ਲੱਗਦੀਆਂ ਨੇ ਕਿ ਮੈਨੂੰ ਕਈ ਥਾਵਾਂ 'ਤੇ ਨਾ ਮੈਂ ਲੋੜ ਤੋਂ ਵੱਧ ਵਿਸਥਾਰ ਦਿੱਤਾ, ਅਤੇ ਕਈ ਥਾਵਾਂ 'ਤੇ ਮੈਂ ਬੜਾ ਸੰਕੇਤਕ ਗੱਲਾਂ ਕਰੀਆਂ। ਮੈਨੂੰ ਲੱਗਦਾ ਕਿ ਇਹ ਘੱਟੋ ਘੱਟ ਕਲੈਰਿਟੀ ਗੱਲਾਂ ਦੇ ਵਿੱਚ ਹੋਣੀ ਚਾਹੀਦੀ ਸੀ। ਰੇਖਾ ਚਿੱਤਰ ਮੈਂ ਸੁਚੇਤ ਸੀ ਉਸ ਸਮੇਂ ਵੀ। ਮੈਨੂੰ ਲੱਗਦਾ ਸੀ ਕਿ ਜਿਸ ਤਰ੍ਹਾਂ ਦੀ ਅਸੀਂ ਨਾ ਇੱਕ ਵਿਧਾ ਬਣਾ ਲਈ ਹੈ, ਇਹ ਲਕੀਰ ਖਿੱਚ ਲਈ ਹੈ ਵੀ ਇਸ ਤੋਂ ਬਾਅਦ ਰੇਖਾ ਚਿੱਤਰ ਨਹੀਂ ਹੈ। ਮੈਨੂੰ ਲੱਗਦਾ ਕਿ ਉਹ ਲਕੀਰ ਰੱਦ ਕਰਦਿਆਂ ਮੇਰੇ 'ਚ ਬਹੁਤ ਸਾਰੀਆਂ ਮੇਰੇ ਰੇਖਾ ਚਿੱਤਰਾਂ ਦੇ ਸੰਕਟ ਆਏ ਹੋਣਗੇ। ਰੇਖਾ ਚਿੱਤਰ ਕਿਵੇਂ ਸ਼ੁਰੂ ਕਰਨਾ ਹੈ? ਹੁਣ 2 ਬੰਦੇ ਆਪਸ ਦੇ ਵਿੱਚ ਗੱਲ ਕਰ ਰਹੇ ਨੇ, ਮੈਂ ਆਪਣੇ ਚਾਚੇ ਦਾ ਰੇਖਾ ਚਿੱਤਰ ਜਦੋਂ ਸ਼ੁਰੂ ਕਰਦਾ, ਜਾਂ ਅਜਮੇਰ ਸਿੰਘ ਔਲਖ ਦਾ ਰੇਖਾ ਚਿੱਤਰ ਸ਼ੁਰੂ ਕਰਦਾ, ਇਹ ਰੇਖਾ ਚਿੱਤਰ ਪੜ੍ਹਨ ਤੋਂ ਬਾਅਦ ਮੈਨੂੰ ਇੱਕ ਪਾਠਕ ਕਹਿੰਦਾ ਕਿ ਜੇ 2 ਸਤਰਾਂ ਹੀ ਲਿਖ ਦਿੰਦਾ ਤਾਂ ਤੇਰਾ ਰੇਖਾ ਚਿੱਤਰ ਕੰਪਲੀਟ ਸੀ, ਬਾਕੀ ਤਾਂ ਤੂੰ ਵਿਸਥਾਰ ਦੇ ਗਿਆ। ਜਦੋਂ ਮੈਂ ਇਸ ਰੇਖਾ ਚਿੱਤਰ ਨੂੰ ਪਾਠਕ ਦੇ ਰੂਪ ਦੇ ਵਿੱਚ ਪੜ੍ਹਿਆ, ਮੈਨੂੰ ਲੱਗਦਾ ਕਿ ਬਿਲਕੁਲ ਸੱਚ ਹੈ। ਸਤਰਾਂ ਸੀ ਕਿ ਉਹਦੇ ਨਾਟਕਾਂ 'ਚ ਬਹੁਤੀਆਂ ਥਾਵਾਂ 'ਤੇ ਫਰਮਾਹੀ ਵਾਲਾ ਅਜਮੇਰ ਬੋਲਦਾ, ਕੁਝ ਥਾਵਾਂ 'ਤੇ ਸ਼ਹਿਰੀਆ ਅਜਮੇਰ, ਕਈ ਥਾਵਾਂ 'ਤੇ ਔਲਖ। ਉਹਦੇ ਨਾਟਕਾਂ 'ਚ ਅਜਮੇਰ ਸਿੰਘ ਘੱਟ ਬੋਲਦਾ। ਮੈਂ ਆਪਣੀ ਗੱਲ ਜਿਸ ਸੰਦਰਭ ਦੇ ਵਿੱਚ ਕਰਨੀ ਚਾਹੁੰਦਾ ਸੀ, ਉਹ ਪਹਿਲੀਆਂ 2 ਸਤਰਾਂ ਦੇ ਵਿੱਚ ਪਾਠਕ ਵੀ ਕਹਿੰਦੇ ਨੇ ਅਤੇ ਮੈਨੂੰ ਵੀ ਲੱਗਦਾ ਕੰਪਲੀਟ ਹੋ ਗਈ। ਫਿਰ ਇਸ ਤਰ੍ਹਾਂ ਦੀ ਕਿਹੜੀ ਸਮੱਸਿਆ ਸੀ ਕਿ ਮੈਂ ਆਪਣੀ ਗੱਲ ਨੂੰ ਵਿਸਥਾਰ ਦੇਣ ਦੇ ਚੱਕਰ ਦੇ ਵਿੱਚ ਪਿਆ। ਮੈਨੂੰ ਲੱਗਦਾ ਕਿ ਇਹ ਇੱਕ ਸੰਕਟ ਹੈਗਾ ਆਪਣੇ ਆਪ ਦੇ ਵਿੱਚ, ਇੱਕ ਸਿਰਜਕ ਦਾ ਵੀ ਹੁੰਦਾ। ਮੈਨੂੰ ਲੱਗਦਾ ਕਿ ਮੰਨ ਲੈਣਾ ਚਾਹੀਦਾ ਸਾਨੂੰ, ਜਦੋਂ ਅਸੀਂ ਸੈਲੀਬ੍ਰਿਟੀ ਵੱਲ ਤੁਰਦੇ ਹਾਂ, ਟਰੈਂਡਿੰਗਤਾ ਵੱਲ ਤੁਰਦੇ ਹਾਂ ਨਾ, ਟਰੈਂਡਿੰਗ ਲਿਟਰੇਚਰ ਨੂੰ ਖਤਮ ਕਰਦਾ। ਟਰੈਂਡ ਹੁਣ ਵੱਖਰੇ ਨਾਮ ਲੈ ਕੇ ਆਉਣੇ ਲਿਟਰੇਚਰ ਦੇ ਵਿੱਚ, ਬਹੁਤ ਇਸ ਤਰ੍ਹਾਂ ਦਾ ਨੁਕਸਾਨ ਲਿਟਰੇਚਰ ਪਹਿਲਾਂ ਹੀ ਮੈਨੂੰ ਲੱਗਦਾ ਕਿ ਮਾਰ ਝੱਲ ਹਟਿਆ। ਮੈਂ ਜਦੋਂ ਇਸ ਕਿਤਾਬ ਨੂੰ ਆਪਣੇ ਆਪ ਪੜ੍ਹਦਾ ਤਾਂ ਇਸ ਕਿਤਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹੈਗੀਆਂ ਨੇ। ਦੂਸਰੀ, ਮੈਨੂੰ ਲੱਗਦਾ ਸੀ ਕਿ ਇਸ ਕਿਤਾਬ ਦੇ ਬਾਰੇ ਮੈਨੂੰ ਜਿਹੜਾ ਹੁਣ ਲੱਗਦਾ ਕਿ ਨਹੀਂ ਗੱਲ ਮੈਨੂੰ ਲਿਖਵਾਉਣੀ ਚਾਹੀਦੀ ਸੀ ਕਿਸੇ ਤੋਂ। ਮੈਂ ਡਾਕਟਰ ਯਾਦਵਿੰਦਰ ਸਿੰਘ ਦੀ ਇੱਕ ਟਿੱਪਣੀ ਲਿਖਵਾਈ, ਜਿਹੜੀ ਬਹੁਤ ਖੂਬਸੂਰਤ ਟਿੱਪਣੀ ਆ। ਉਹ ਮੇਰੇ ਰੇਖਾ ਚਿੱਤਰਾਂ ਨੂੰ ਕੰਪਲੀਟ ਫੜਨ ਦੀ ਕੋਸ਼ਿਸ਼ ਕਰਦੀ ਹੈ ਟਿੱਪਣੀ। ਯੋਧੇ ਨੇ ਲਿਖਿਆ, ਯੋਧਾ ਬੜਾ ਵਿਵਾਕ ਕਿਸਮ ਦਾ ਬੰਦਾ, ਅਤੇ ਉਹਨੇ ਤਾਂ ਇਹ ਵੀ ਕਿਹਾ ਕਿ ਮੈਨੂੰ ਇਹ ਰੇਖਾ ਚਿੱਤਰ ਪੜ੍ਹਦਿਆਂ ਤੇਰੇ ਨਾਲ ਜੈਲਸੀ ਹੁੰਦੀ ਹੈ। ਮੈਨੂੰ ਲੱਗਦਾ ਕਿ ਇਹ ਸ਼ਬਦ ਹੀ ਮੈਨੂੰ ਬਹੁਤ, ਕਿਹੜੇ ਅਵਾਰਡਾਂ ਦੀ ਗੱਲ ਕਰਦਾ, ਮੈਨੂੰ ਲੱਗਦਾ ਕਿ ਬਹੁਤ ਵੱਡੇ ਅਵਾਰਡ ਇੱਕ ਸਤਰ ਨੇ ਦਿੱਤੇ ਹੈ। ਸਤਪਾਲ ਭੀਖੀ ਜਦੋਂ ਮੈਨੂੰ 14ਵੀਂ ਦਾ ਚੰਨ ਕਹਿੰਦਾ, ਮੈਨੂੰ ਲੱਗਦਾ ਕਿ ਇੱਕ ਅਲੰਕਾਰਕ ਵਿਸ਼ੇਸ਼ਣ ਹੈਗੇ ਨੇ ਜਿਨ੍ਹਾਂ ਤੋਂ ਆਲੋਚਨਾ ਨੂੰ ਵੀ ਬਚਣ ਦੀ ਜ਼ਰੂਰਤ ਹੈਗੀ ਹੈ, ਇੱਕ ਸਿਰਜਕ ਨੂੰ ਵੀ ਬਚਣ ਦੀ ਜ਼ਰੂਰਤ ਹੈ। ਮੇਰੀ ਜਿਹੜੀ ਭਾਸ਼ਾ ਉਹ ਕਵਿਤਾ ਦੇ ਨੇੜੇ ਚਲੀ ਜਾਂਦੀ ਹੈ, ਬਹੁਤ ਵਾਰੀ ਗਲਪ ਦੇ ਨੇੜੇ ਚਲੀ ਜਾਂਦੀ ਹੈ, ਕਿਉਂਕਿ ਮੈਂ ਸੁਚੇਤ ਰੂਪ ਦੇ ਵਿੱਚ ਉਹ ਵੱਢ ਮਾਰਨ ਦੀ ਕੋਸ਼ਿਸ਼ ਕਰੀ, ਜਿਹੜਾ ਰੇਖਾ ਚਿੱਤਰਾਂ ਦੇ ਵਿੱਚ, ਜਿਵੇਂ ਬਰਾੜ ਸਾਹਿਬ ਦੀ ਨਜ਼ਮ ਉਹ ਰੇਖਾ ਚਿੱਤਰਾਂ 'ਚ ਆਉਂਦਾ, ਜਾਂ ਗੁਰਬਚਨ ਸਿੰਘ ਭੁੱਲਰ ਦੀ ਕਲਮਾਂ ਵਾਲੀਆਂ ਦੇ ਵਿੱਚ ਆਉਂਦਾ, ਜਾਂ ਨਿੰਦਰ ਬਹੁਤ ਖੂਬਸੂਰਤ ਰੇਖਾ ਚਿੱਤਰ ਲਿਖਦਾ, ਜਾਂ ਹੋਰ ਜਿਸ ਤਰ੍ਹਾਂ ਦੇ ਬੰਦੇ ਨੇ, ਉਹ ਵੱਢ ਮਾਰ ਕੇ ਨਾ ਮੈਂ ਬਹੁਤ ਅਗਾਂਹ ਤੁਰਨ ਦੀ ਇੱਕ ਪਲਾਂਘ ਪੁੱਟਣ ਦੀ ਕੋਸ਼ਿਸ਼ ਕਰੀ, ਜਿਹੜੀ ਮੇਰੇ ਅੰਦਰ ਛਾਲ ਸੀ ਮੈਂ ਮਾਰੀ ਹੈ। ਇਹ ਪਾਠਕ ਨੇ ਵੇਖਣਾ। ਹੁਣ ਮੈਨੂੰ ਆਪਣੇ ਆਪ ਦੇ ਵਿੱਚ ਇਹ ਗੱਲਾਂ ਲੱਗਦੀਆਂ ਨੇ। ਪ੍ਰੋਫੈਸਰ ਸਾਹਿਬ, ਇੱਕ ਲੋਕਾਂ ਦੇ ਵਿੱਚ ਮਿੱਥ ਸੀਗੀ ਵੀ ਜਿਹੜੇ ਰੇਖਾ ਚਿੱਤਰ ਨੇ ਉਹ ਕਿਸੇ ਸੈਲੀਬ੍ਰਿਟੀ ਦੀ ਲਿਖੀ ਜਾਂਦੇ ਨੇ, ਕਿਸੇ ਸ਼ਖਸੀਅਤ ਦੀ ਲਿਖੀ ਜਾਂਦੇ ਨੇਗੇ, ਕਿ ਕੀ ਤੁਸੀਂ ਇਹ ਆਪਣੀ ਕਿਤਾਬ ਦੇ ਵਿੱਚ ਸਿਰਫ ਸ਼ਖਸੀਅਤਾਂ ਨੂੰ, ਸੈਲੀਬ੍ਰਿਟੀ ਨੂੰ ਲਿਆ, ਜਾਂ ਕੋਈ ਅਣਜਾਣ ਲੋਕ ਵੀ ਇਹਦੇ ਵਿੱਚ ਸ਼ਾਮਿਲ ਕੀਤੇ ਨੇਗੇ? ਗੁਰਦਿੱਤ, ਬਹੁਤ ਸੋਹਣਾ ਸਵਾਲ ਹੈ ਤੇਰਾ ਇਹ। ਮੈਨੂੰ ਇਹ ਲੱਗਦਾ ਹੁੰਦਾ ਕਿ ਸੈਲੀਬ੍ਰਿਟੀ ਬਾਰੇ ਬਹੁਤ ਲੋਕ ਲਿਖਦੇ ਆ। ਜਦੋਂ ਅਸੀਂ ਕਿਸੇ ਤੋਂ, ਮੈਂ ਅਕਸਰ ਸਿੱਧਾ ਹੀ ਕਹਿਣਾ ਹੁੰਦਾ ਕਿ ਜਦੋਂ ਕੰਮ ਲੈਣੇ ਹੋਣ ਨਾ, ਅਸੀਂ
ਸਾਹਿਤ ਦੇ ਵਿੱਚ ਜਿਸ ਤਰ੍ਹਾਂ ਦੀਆਂ ਜੁਗਾੜਬੰਦੀਆਂ ਚੱਲੀਆਂ ਹੋਈਆਂ ਨੇ ਕਿ ਅਵਾਰਡ ਲੈਣਾ ਹੈ ਜਾਂ ਇਸ ਪੁਸਤਕ ਨੂੰ ਅੱਗੇ ਲੈ ਕੇ ਜਾਣਾ ਅਤੇ ਐਮਫਿਲ ਦਾ ਕੰਮ ਕਰਾਉਣਾ, PhD ਦਾ ਕੰਮ ਕਰਾਉਣਾ, ਉਸ ਪ੍ਰੋਸੈਸ ਦੇ ਵਿੱਚ ਪੈ ਕੇ ਬਹੁਤ ਸਾਰੇ ਲੋਕ ਸੈਲੀਬ੍ਰਿਟੀ ਲੋਕਾਂ ਦੇ ਉੱਤੇ ਖਾਸ ਕਰਕੇ ਜਿਨ੍ਹਾਂ ਨੂੰ ਬਹੁਤ ਉਹਨਾਂ ਨੇ ਨਜ਼ਦੀਕੀ ਕੰਮ ਦੇਣੇ ਹੁੰਦੇ ਨੇ ਉਹਨਾਂ ਬਾਰੇ ਲਿਖਦੇ ਨੇ। ਮੈਨੂੰ ਲੱਗਦਾ ਕਿ ਵੱਡੇ ਬੰਦੇ ਬੜੇ ਛੁਪ ਕੇ ਰਹਿਣ ਵਾਲੇ ਲੋਕ ਹੁੰਦੇ ਨੇ। ਮੰਨ ਲਓ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਅਸੀਂ ਸਾਰੇ ਲੋਕ ਰਹਿੰਦੇ ਨੇ ਆਲੇ ਦੁਆਲੇ, ਮੇਰੀ ਮਾਂ ਹੈ, ਭਾਵੇਂ ਮੇਰੀ ਪਤਨੀ ਹੈ, ਭਾਵੇਂ, ਪਰ ਉਹਨਾਂ ਨੂੰ ਕੋਈ ਜਾਣਦਾ ਨਹੀਂ ਹੈ। ਮੈਨੂੰ ਲੱਗਦਾ ਕਿ ਉਹਨਾਂ ਦੇ ਅੰਦਰ ਜਿੱਡੀਆਂ ਵੱਡੀਆਂ ਗੱਲਾਂ ਨੇ, ਉਹ ਜਿੱਡੀਆਂ ਵੱਡੀਆਂ ਪਰਸਨੈਲਿਟੀਆਂ ਨੇ, ਮੈਨੂੰ ਲੱਗਦਾ ਕਿ ਉਹਨਾਂ ਨੂੰ ਸਮਝਣ ਦੀ ਬਹੁਤ ਜ਼ਰੂਰਤ ਹੈ। ਇਸ ਤਰ੍ਹਾਂ ਦਾ ਕੰਮ ਬਹੁਤ ਵਧੀਆ ਕੀਤਾ ਕਿਰਪਾਲ ਕਜ਼ਾਕ ਨੇ। ਉਹਨੇ ਚਹਿਲ ਦੀ ਵਾਈਫ ਦੇ ਉੱਤੇ ਮੇਲੋ ਮਲਵੈਣ ਦੇ ਨਾਂ ਹੇਠ ਇੱਕ ਬਹੁਤ ਕਮਾਲ ਦਾ ਰੇਖਾ ਚਿੱਤਰ ਲਿਖਿਆ। ਆਪਣੀ ਮਾਂ ਬਾਰੇ ਆ ਉਹ ਰੇਤ ਫੱਕੀ ਲਿਖਿਆ ਜਗੂਨਾਂ ਦੀ ਬੈਂਗੀ ਕਿਤਾਬ ਦੇ ਵਿੱਚ। ਬਾਕੀ ਉਹਨੇ ਸੈਲੀਬ੍ਰਿਟੀ, ਮੇਰੀ ਕਿਤਾਬ ਦੇ ਵਿੱਚ ਵੀ 5-6 ਬੰਦੇ ਉਹ ਨੇ ਜਿਨ੍ਹਾਂ ਨੂੰ ਜੇ ਤੁਸੀਂ ਕਿਸੇ ਵੀ ਮੋੜ 'ਤੇ ਖੜ੍ਹ ਕੇ, ਸਾਹਿਤਕ ਮੋੜ 'ਤੇ ਖੜ੍ਹ ਕੇ ਆਵਾਜ਼ ਮਾਰੋ ਵੀ ਸੁਖਦੇਵ ਸਿੰਘ, ਅਗਲਾ ਕਹਿ ਦਿੰਦਾ ਸਿਰਸਾ। ਜਿਵੇਂ ਇੱਕ ਇਸ ਤਰ੍ਹਾਂ ਜ਼ਿਕਰ ਵੀ ਕਿਤਾਬ ਦੇ ਵਿੱਚ ਆਉਂਦਾ ਕਿ ਅਸੀਂ ਡਿਪਾਰਟਮੈਂਟ ਪੜ੍ਹਦੇ ਹੁੰਦੇ ਸੀ ਤੋਂ 2011 ਦੇ ਵਿੱਚ। ਅਸੀਂ ਇੱਕ ਦਿਨ ਪੌੜੀਆਂ ਚੜ੍ਹ ਰਹੇ ਸੀ ਡਿਪਾਰਟਮੈਂਟ ਦੀਆਂ, ਅਤੇ ਇੱਕ ਬਜ਼ੁਰਗ ਨਾ ਇੱਕ ਮੁੰਡੇ ਦਾ ਸਹਾਰਾ ਲੈ ਕੇ ਉੱਪਰ ਚੜ੍ਹ ਰਿਹਾ ਸੀ। ਉਹਦੇ ਕੋਲ ਸਟਿੱਕ ਸੀ। ਅਸੀਂ ਉਹਦੇ ਵੀ ਨਹੀਂ ਵੇਖਿਆ, ਉਹਨੇ ਸਾਡੇ ਵੀ ਨਹੀਂ ਵੇਖਿਆ। ਉਹ ਇੱਕ ਸਵਾਲ ਪੁੱਛਦਾ ਸਾਨੂੰ ਬੜੇ ਸੁਚੇਤ ਅਚੇਤ ਕਿ ਮੁੰਡਿਓ ਇੱਥੇ ਮੁਖੀ ਕੌਣ ਹੈ ਵਿਭਾਗ ਦਾ? ਜਦੋਂ ਅਸੀਂ ਕਿਹਾ ਸੁਖਦੇਵ ਸਿੰਘ, ਤਾਂ ਉਹਨੇ ਕਿਹਾ ਕਿ ਸਿਰਸਾ, ਸਿਰਸਾ ਜਿੰਦਾਬਾਦ, ਜਿੰਦਾਬਾਦ। ਸਾਨੂੰ ਲੱਗਿਆ ਕਿ ਉਹਦੇ ਅੰਦਰ ਇੱਕ ਗੁਆਚੀ ਤਾਕਤ ਸੀ ਜਿਹੜੀ ਉਸ ਸਮੇਂ ਉਹਨੂੰ ਲੱਭ ਗਈ, ਕਿਉਂਕਿ ਸੁਖਦੇਵ ਸਿੰਘ ਨੂੰ ਸਿਰਸਾ ਦੇ ਨਾਂ ਕਰਕੇ ਪੂਰਾ ਵਰਲਡ ਜਾਣਦਾ। ਸਤਨਾਮ ਸਿੰਘ ਨੂੰ ਬਹੁਤ ਸਾਰੇ ਲੋਕ ਜਾਣਦੇ ਨੇ ਸਾਰੇ। ਮੈਨੂੰ ਲੱਗਦਾ ਕਿ ਸਤਿਗੁਰ ਸਿੰਘ ਇਸ ਤਰ੍ਹਾਂ ਦੀ ਪਰਸਨੈਲਿਟੀ ਇਸ ਦੇ ਵਿੱਚ ਨੇ, ਭਾਵੇਂ ਬਹੁਤ ਵੱਡੇ ਅਧਿਆਪਕ ਨੇ ਜਿਨ੍ਹਾਂ ਨੂੰ ਮੈਨੂੰ ਲੱਗਦਾ ਕਿ ਸਮਝਿਆ ਹੀ ਨਹੀਂ ਜਾ ਸਕਦਾ, ਜਿਨ੍ਹਾਂ ਦੀਆਂ ਗੱਲਾਂ ਨੂੰ, ਜਿਨ੍ਹਾਂ ਦੇ ਡਾਇਲੋਗ ਨੂੰ, ਜਿਨ੍ਹਾਂ ਦੇ ਇੱਕ ਥੀਸਜ ਨੂੰ, ਉਹਨਾਂ ਦੇ ਅੰਦਰ ਪਿਆ ਜਿਹੜਾ ਥੀਸਜ ਹੈ ਉਹਨੂੰ ਸਮਝਿਆ ਨਹੀਂ ਜਾ ਸਕਦਾ। ਉਹ ਸਾਰੀ ਕਮਿਊਨਿਸਟ ਧਿਰ ਨੂੰ ਵੱਖਰਾ ਕੱਢ ਕੇ ਆਪਣਾ ਡਾਇਲੋਗ ਲੈ ਕੇ ਆਉਂਦੇ ਨੇ, ਜਿਹੜਾ ਜਿੱਥੋਂ ਮੈਂ ਬਹੁਤ ਕੁਝ ਅਕਸਰ ਸਿੱਖਦਾ ਰਹਿੰਦਾ ਕਿ ਗੱਲ ਇੰਝ ਵੀ ਕੀਤੀ ਜਾ ਸਕਦੀ ਹੈ। ਮੈਨੂੰ ਲੱਗਦਾ ਕਿ ਬਹੁਤ ਕੁਛ ਉਸ ਪਰਸਨੈਲਿਟੀ ਦੇ ਵਿੱਚ ਸੀ ਜਿਹੜਾ ਸਾਹਮਣੇ ਆਉਣ ਦੀ, ਕਿਉਂਕਿ ਸਾਡੇ ਅੰਦਰ ਇੱਕ ਡਰ ਹੈ। ਖਾਸ ਕਰਕੇ ਮੈਂ ਇਹਨੂੰ ਕਹਿੰਦਾ ਹੁੰਦਾ ਕਿ ਸਾਹਿਤਕ ਦੱਬ ਹੈ। ਜਦੋਂ ਮੈਂ ਇੱਥੇ ਗੱਲ ਕਰਦਾ, ਮੈਨੂੰ ਲੱਗਦਾ ਕਿ ਜਦੋਂ ਮੈਂ ਇਹ ਗੱਲ ਕਰਾਂਗਾ ਕਿ ਬਰਾੜ ਸਾਹਿਬ ਦੀ ਕਿਤਾਬ ਦਾ ਜਿਹੜਾ ਰੇਖਾ ਚਿੱਤਰਾਂ ਦਾ ਇੱਕ ਲਕੀਰੀ ਜਿਹਾ ਕੰਮ ਹੈਗਾ, ਤਾਂ ਮੈਂ ਬਹੁਤ ਸਾਰੇ ਕੰਮ ਲੈਣੇ ਆ, ਹੈ ਨਾ। ਮੈਨੂੰ ਲੱਗਦਾ ਕਿ ਨਹੀਂ ਕਰਨੀ ਚਾਹੀਦੀ, ਉਹ ਮੇਰੇ ਦਾਬਾ ਬਣਿਆ। ਮੈਨੂੰ ਲੱਗਦਾ ਕਿ ਲਿਟਰੇਚਰ ਨੂੰ ਦਾਬਿਆਂ ਤੋਂ ਪਾਰ ਹੋਣਾ ਚਾਹੀਦਾ। ਮੈਨੂੰ ਲੱਗਦਾ ਸੀ ਕਿ ਉਸ ਸਮੇਂ ਦੇ ਦੌਰ ਦੇ ਵਿੱਚ ਬਹੁਤ ਸਾਰੇ ਲੋਕ ਨਾ ਇੱਕ ਦਾਬੇ ਦੇ ਵਿੱਚ ਵਿਚਰੇ। ਉਹਦੇ ਵਿੱਚ ਅਜਮੇਰ ਸਿੰਘ ਔਲਖ ਵੀ ਇੱਕ ਹੈ, ਭਾਵੇਂ ਕਿ ਸੈਲੀਬ੍ਰਿਟੀ ਆ। ਉਹਦੇ ਵੱਖਰੇ ਨੁਕਤੇ ਮੈਂ ਇਸ ਰੇਖਾ ਚਿੱਤਰਾਂ 'ਚ ਲੈ ਕੇ ਆਇਆ। ਹੁਣ ਚਾਚੇ ਨੂੰ ਮੇਰੇ ਨੂੰ ਕੌਣ ਜਾਣਦਾ, ਪਰ ਇਹ ਤਾਂ ਸਾਨੂੰ ਪਤਾ ਨਾ ਕਿ ਜਿੰਨਾ ਲਿਟਰੇਚਰ ਗੱਲ ਕਰਦਾ ਉਹ ਸਮਾਜ ਦੇ ਬੜੇ, ਜਿਹੜੇ ਸਮਾਜ 'ਚ ਰਹਿਣ ਵਾਲੇ ਬੜੇ ਸਧਾਰਨ ਬੰਦੇ ਨੇ। ਜਿਵੇਂ ਕਿਸੇ ਵਕਤ ਜਸਬੀਰ ਰਾਣੇ ਨੇ ਆਪਣੇ ਮਾਮੇ ਬਾਰੇ ਲਿਖਿਆ, ਜਾਂ ਰੇਖਾ ਚਿੱਤਰਾਂ ਦੇ ਵਿੱਚ ਬਹੁਤ ਕਮਾਲ ਦਾ ਕੰਮ ਜਿਹੜਾ ਜਸਵੰਤ ਦੀਦ ਨੇ ਕਰਿਆ, ਉਹਨੇ ਵੀ ਇਸ ਤਰ੍ਹਾਂ ਦਾ ਲਿਖਿਆ। ਜਾਂ ਬਲਦੇਵ ਸਿੰਘ ਧਾਲੀਵਾਲ ਨੇ ਆਪਣੇ ਬਾਪ ਬਾਰੇ ਲਿਖਿਆ, ਬਹੁਤ ਖੂਬਸੂਰਤ ਆਪਣੀ ਮਾਂ ਅਤੇ ਬਾਪ ਬਾਰੇ ਲਿਖਿਆ। ਮਤਲਬ ਕਿ ਉਹਨਾਂ ਬੰਦਿਆਂ ਨੂੰ ਕੌਣ ਜਾਣਦਾ, ਉਹਨਾਂ ਬੰਦਿਆਂ ਬਾਰੇ ਗੱਲ ਕਰਨ ਦੀ ਜ਼ਰੂਰਤ ਆ। ਮੰਨ ਲਓ ਮੁਖਤਿਆਰ ਕੌਰ ਹੈ, ਗਰਾਊਂਡ ਦੇ ਵਿੱਚ ਸੀ, ਉਹਨੂੰ ਸਾਰੇ ਲੋਕ ਮੁਖਤਿਆਰ ਮੁਖਤਿਆਰ ਕਹਿ ਕੇ ਬੁਲਾਉਂਦੇ ਰਹੇ। ਹੁਣ ਕਿੱਥੇ ਹੈ, ਕਿਵੇਂ ਹੈ, ਇਹਦੇ ਬਾਰੇ ਗੱਲ ਨਹੀਂ। ਜਾਂ ਮੈਨੂੰ ਲੱਗਦਾ ਹੁੰਦਾ ਕਿ ਮੇਰਾ ਇੱਕ ਦੋਸਤ ਹੈ ਮਲਕੋਂ ਸਕੂਲ ਦਾ ਪ੍ਰਿੰਸੀਪਲ ਇੰਚਾਰਜ ਹੈ ਸਮੇਲ ਸਿੰਘ, ਉਹਦੀਆਂ ਗੱਲਾਂ ਨੇ ਜਿਸ ਤਰ੍ਹਾਂ ਦੀਆਂ, ਉਹਦੇ ਅੰਦਰ ਜਿਸ ਤਰ੍ਹਾਂ ਦਾ ਡਿਸਿਪਲਿਨ ਹੈ, ਉਹਦੇ ਅੰਦਰ ਜਿਸ ਤਰ੍ਹਾਂ ਦੀ ਇੱਕ ਗੱਲ ਪਈ ਹੋਈ ਹੈ ਨਾ, ਮੈਨੂੰ ਲੱਗਦਾ ਕਿ ਉਹ ਬੰਦੇ ਨੂੰ ਸਾਹਮਣੇ ਲੈ ਕੇ ਆਉਣ ਦੀ ਬਹੁਤ ਜ਼ਰੂਰਤ ਸੀ। ਜਾਂ ਮੈਨੂੰ ਲੱਗਦਾ ਕਿ ਸੁਰਿੰਦਰ ਸਾਗਰ ਬੜਾ, ਜਿਹਨੂੰ ਥੀਏਟਰ ਦੇ ਵਿੱਚ ਬਹੁਤ ਲੋਕ ਜਾਣਦੇ ਨੇ, ਪਰ ਮੈਨੂੰ ਇਹ ਲੱਗਦਾ ਹੁੰਦਾ ਕਿ ਉਹਦੇ ਪਿੰਡ ਹੋ ਸਕਦਾ ਉਹਨੂੰ ਉਹਦਾ ਗੁਆਂਢੀ ਨਾ ਜਾਣਦਾ ਹੋਵੇ। ਜਿਵੇਂ ਮੁਖਤਿਆਰ ਦੇ ਬਾਰੇ ਜਦੋਂ ਮੈਂ ਰੇਖਾ ਚਿੱਤਰ ਲਿਖਿਆ, ਤਾਂ ਬਹੁਤ ਸਾਰੇ ਇੰਟਰਵਿਊ ਕਰਨ ਵਾਲੇ ਲੋਕਾਂ ਦੇ ਮੈਨੂੰ ਫੋਨ ਆਉਂਦੇ ਨੇ ਕਿ ਉਹ ਸਾਨੂੰ ਕਿਵੇਂ ਮਿਲਣਗੇ। ਉਹਨਾਂ ਨੂੰ ਲੱਗਦਾ ਸੀ ਕਿ ਬਹੁਤ ਵੱਡੀ ਅਹੁਦੇ 'ਤੇ ਹੋਊਗੀ ਵਿਚਾਰੀ ਉਹ, ਅਤੇ ਮੈਨੂੰ ਲੱਗਦਾ ਸੀ ਕਿ ਪਰ ਉਹ ਇੱਕ ਸਧਾਰਨ ਪਰਿਵਾਰ ਦੇ ਵਿੱਚ ਸਧਾਰਨ ਤਰੀਕੇ ਨਾਲ ਰਹਿ ਰਹੀ ਕੁੜੀ ਆ, ਹੈ ਨਾ। ਤਾਂ ਪਰ ਜਦੋਂ ਉਹ ਗਰਾਊਂਡ ਤੋਂ ਤੋੜ ਕੇ ਅਸੀਂ ਪਿੰਡ ਦੇ ਵਿੱਚ ਲੈ ਕੇ ਉਹਨਾਂ ਤੱਕ ਹੋਰ ਤਰ੍ਹਾਂ ਦੀ ਪਰਸਨੈਲਿਟੀ ਆ, ਉਹਨਾਂ ਬਾਰੇ ਲਿਖਣ ਦੀ ਮੈਨੂੰ ਲੱਗਦਾ ਕਿ ਲਿਟਰੇਚਰ ਨੂੰ ਨਾ ਸੈਲੀਬ੍ਰਿਟੀ 'ਚੋਂ ਨਿਕਲਣ ਦੀ ਬਹੁਤ ਜ਼ਰੂਰਤ ਆ। ਸਾਹਿਤ ਬਹੁਤ ਸਾਡੇ ਕੋਲ ਪਿਆ। ਗੁਰਮੀਤ ਕੜਿਆਲ ਵੀ ਸਾਡਾ ਬਹੁਤ ਵੱਡਾ ਕਹਾਣੀਕਾਰ ਹੈ। ਮੈਨੂੰ ਲੱਗਦਾ ਕਿ ਜਿੱਥੋਂ ਕਹਾਣੀ ਉਹ ਫੜਦਾ, ਜਸਬੀਰ ਰਾਣਾ ਉੱਥੋਂ ਕਹਾਣੀ ਨਹੀਂ ਫੜ ਸਕਦਾ। ਜਾਂ ਜਿੱਥੋਂ ਪਾਤਰ ਮੈਂ ਫੜਦਾ, ਮੈਨੂੰ ਲੱਗਦਾ ਕਿ ਚੰਡੀਗੜ੍ਹ ਬੈਠਾ ਬੰਦਾ ਉਹ ਪਾਤਰ ਨੂੰ ਉਸ ਤਰੀਕੇ ਨਾਲ ਨਹੀਂ ਫੜ ਸਕਦਾ ਜਿਸ ਤਰੀਕੇ ਨਾਲ ਮੈਂ ਫੜ ਰਿਹਾ। ਇਹਨਾਂ ਦਿਨਾਂ ਦੇ ਵਿੱਚ ਮੈਂ ਇੱਕ ਨਵੀਂ ਤਰ੍ਹਾਂ ਦਾ ਰੇਖਾ ਚਿੱਤਰ ਸ਼ੁਰੂ ਕਰਿਆ, ਮਾਂ ਜੋ ਮਰਦੀ ਨਹੀਂ ਹੈ। ਸਾਡੇ ਇਲਾਕੇ ਦੀ ਇੱਕ ਬਹੁਤ ਹੋਣਹਾਰ ਪਰਸਨੈਲਿਟੀ, ਜਿਹਨੂੰ ਕੋਈ ਵੀ ਨਹੀਂ ਜਾਣਦਾ,
ਹੋਣਹਾਰ ਮੈਂ ਤਾਂ ਕਿਹਾ ਕਿ ਵਿਅੰਗ ਦੇ ਰੂਪ ਦੇ ਵਿੱਚ। ਮਾਂ ਜੋ ਮਰਦੀ ਨਹੀਂ ਹੈ, ਉਹਦੇ ਬਾਰੇ ਮੈਂ 2 ਪੰਨੇ ਲਿਖੇ ਨੇ। ਮੈਨੂੰ ਲੱਗਦਾ ਕਿ ਇੰਨੀ ਗੰਭੀਰ ਗੱਲ, ਪੰਜਾਬ ਦਾ ਨਾਰੀਵਾਦ ਕੀ ਹੈ, ਪੰਜਾਬ ਦਾ ਨਾਰੀਵਾਦ ਕਿਸ ਤਰ੍ਹਾਂ ਜਿਵੇਂ ਪਿਛਲੇ ਤਸਕੀਨ ਨੇ ਗੋਦੀ ਨਾਰੀਵਾਦ ਬਾਰੇ ਗੱਲਾਂ ਕਰੀਆਂ, ਮੈਨੂੰ ਲੱਗਦਾ ਕਿ ਪੰਜਾਬ ਦਾ ਨਾਰੀਵਾਦ ਕੀ ਹੈ, ਉਸ ਰੇਖਾ ਚਿੱਤਰ ਦੇ ਵਿੱਚੋਂ ਨਾ ਕੰਪਲੀਟ ਸਮਝ ਆਉਣ ਦੀ ਕੋਸ਼ਿਸ਼ ਮੈਂ ਇੱਕ ਥੀਸਿਸ ਦੇਵਾਂਗਾ ਇੱਕ ਤਰੀਕੇ ਨਾਲ। ਮੈਨੂੰ ਲੱਗਦਾ ਕਿ ਪੰਜਾਬ ਦੇ ਨਾਰੀਵਾਦ ਬਾਰੇ ਮੈਂ ਸੁਚੇਤ ਹਾਂ, ਉਸ ਔਰਤ ਦੇ ਜ਼ਰੀਏ ਥੀਸਿਸ ਦੇਵਾਂਗਾ। ਸਤਿਗੁਰ ਸਿੰਘ ਦੀ ਮਾਂ ਹੈ ਉਹ ਔਰਤ, ਜਿਹਦਾ ਨਾਮ ਬਲਵੰਤ ਕੌਰ ਹੈ। ਇੱਕ ਪਾਸੇ ਮੈਂ ਨੀਤੂ ਦਾ ਰੇਖਾ ਚਿੱਤਰ ਵੀ ਦੇਵਾਂਗਾ ਕਿ ਨੀਤੂ ਦਾ ਨਾਰੀਵਾਦ ਕੀ ਹੈ। ਇੱਕ ਪਾਸੇ ਮੈਂ ਸੁਖਵਿੰਦਰ ਨੂੰ ਵੀ ਉਸ ਕਿਤਾਬ ਦੇ ਵਿੱਚ ਕੋਟ ਕਰਨ ਦੀ ਕੋਸ਼ਿਸ਼ ਕਰੂੰਗਾ ਕਿ ਸੁਖਵਿੰਦਰ ਦਾ ਨਾਰੀਵਾਦ ਕੀ ਹੈ। ਫਿਰ ਸਾਨੂੰ ਸਮਝ ਆਊਗਾ ਕਿ ਪੰਜਾਬ ਦਾ ਨਾਰੀਵਾਦ ਕੀ ਹੈ, ਜਿਹੜਾ ਸਾਡੇ ਕੋਲ ਅਕੈਡਮਿਕਸਤਾ ਦੇ ਵਿੱਚ ਤੁਰਿਆ ਫਿਰਦਾ ਨਾਰੀਵਾਦ ਹੈ ਉਹ ਕੀ ਹੈ। ਮੈਨੂੰ ਲੱਗਦਾ ਕਿ ਇਹ ਇੱਕ ਕੋਸ਼ਿਸ਼ ਜਿਹੜੀ ਮੈਂ ਉਹਨਾਂ ਰੇਖਾ ਚਿੱਤਰਾਂ ਦੇ ਵਿੱਚ ਸੁਚੇਤ ਰੂਪ ਦੇ ਵਿੱਚ ਕਰੂੰਗਾ, ਪਰ ਮੇਰੀ ਭਾਸ਼ਾ ਉਸ ਤਰ੍ਹਾਂ ਦੀ ਨਹੀਂ ਹੋਊਗੀ ਜਿਸ ਤਰ੍ਹਾਂ ਦੀ ਆਲੋਚਨਾ ਦੇ ਵਿੱਚ ਕਿਸੇ ਨੂੰ ਸਮਝ ਨਹੀਂ ਆਉਂਦੀ। ਜਾਂ ਹੋਰ ਵੀ ਜਿਵੇਂ ਅਸ਼ੋਕ ਨੂੰ ਬਹੁਤ ਲੋਕ ਜਾਣਦੇ ਨੇ, ਅਸ਼ੋਕ ਸੈਲੀਬ੍ਰਿਟੀ ਹੈ। ਤਨਵੀਰ ਨੂੰ ਬਹੁਤ ਲੋਕ ਜਾਣਦੇ ਨੇ। ਇੱਕ ਮਹਿੰਦਰਪਾਲ ਹੈਗਾ ਜਿਹੜਾ ਅੱਕਾਂ ਵਾਲੇ ਸਕੂਲ ਦੇ ਵਿੱਚ ਸਦਾ ਹੀ ਅਧਿਆਪਕ ਰਿਹਾ, ਹੁਣ ਵੀ ਉੱਥੋਂ ਦੀ ਅਧਿਆਪਕ ਹੈ, ਭਾਵੇਂ ਰਿਟਾਇਰ ਹੋ ਗਿਆ। ਉੱਥੇ ਉਹ ਕਦੇ ਫੱਗੂ ਦੀ ਮੰਡੀ 'ਤੇ ਮੱਝ ਵੀ ਖਰੀਦਦਾ ਫਿਰਦਾ ਹੁੰਦਾ ਅਤੇ ਕਦੇ ਬੱਚਿਆਂ ਨੂੰ ਪੜ੍ਹਾਉਂਦਾ ਵੀ ਫਿਰਦਾ ਹੁੰਦਾ, ਕਦੇ ਨਿਰਮਲ ਸਿੱਧੂ ਨੂੰ ਗੀਤ ਵੀ ਦੇ ਰਿਹਾ ਹੁੰਦਾ। ਉਸ ਤਰ੍ਹਾਂ ਦੀਆਂ ਪਰਸਨੈਲਿਟੀਜ਼ ਮੈਨੂੰ ਲੱਗਦਾ ਕਿ ਸਾਨੂੰ ਸਾਹਮਣੇ ਲਿਆਉਣ ਦੀ ਬਹੁਤ ਵੱਡੀ ਜ਼ਰੂਰਤ ਹੈ। ਮੈਨੂੰ ਲੱਗਦਾ ਕਿ ਔਲਖ ਬਹੁਤ ਵੱਡੀ ਸੈਲੀਬ੍ਰਿਟੀ ਹੈ ਮਾਨਸਾ ਦੇ ਵਿੱਚ, ਪਰ ਉਹਦੇ ਪੈਰਲਲ ਬਹੁਤ ਵੱਡੇ ਬੰਦੇ ਨੇ ਜਿਨ੍ਹਾਂ ਨੂੰ ਸਾਹਮਣੇ ਨਹੀਂ ਅਸੀਂ ਲਿਆ ਸਕੇ। ਇਹ ਸਾਡਾ ਸੰਕਟ ਹੈ, ਇਹ ਔਲਖ ਦਾ ਜਾਂ ਆਲੇ ਦੁਆਲੇ ਦਾ ਸੰਕਟ ਨਹੀਂ ਹੈ ਕਿ ਉਹਨਾਂ ਬਾਰੇ ਗੱਲ ਕਿਉਂ ਨਹੀਂ ਹੋਈ। ਤੁਹਾਡੇ ਪਿੰਡਾਂ ਦੇ ਵਿੱਚ ਧਰਮ ਸਿੰਘ ਫੱਕਰ ਵਰਗੇ ਬੰਦੇ ਪੈਦਾ ਹੋਏ ਜਿਨ੍ਹਾਂ ਦਾ ਇੰਨਾ ਕੰਮ ਹੈ, ਜਦੋਂ ਅਸੀਂ ਸਮਾਜ ਦੇ ਵਿੱਚ ਤੁਰਦੇ ਫਿਰਦੇ ਉਹਨਾਂ ਨੂੰ ਵੇਖਦੇ ਹਾਂ ਕਿ ਉਹਨਾਂ ਬਾਰੇ ਇੱਕ ਕਿ 10 20 30 ਕਿਤਾਬਾਂ ਲਿਖੀਆਂ ਜਾ ਸਕਦੀਆਂ ਨੇ। ਜਾਂ ਹੋਰ ਇਸ ਤਰ੍ਹਾਂ ਦੇ ਬੰਦੇ ਪਿੰਡਾਂ ਦੇ ਵਿੱਚ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਨੇ ਸਾਰੀ ਉਮਰ ਇੱਕੋ ਕੁੜਤੇ ਵਿੱਚ ਲੰਘਾਤੀ ਹੈ ਨਾ, ਇੱਕੋ ਤੇੜ ਦੇ ਵਿੱਚ ਲੰਘਾਤੀ, ਪਰ ਉਹਨਾਂ ਨੇ ਜੋੜਿਆ ਕੁਛ ਨਹੀਂ, ਸਦਾ ਹੀ ਸਮਾਜ ਲਈ ਤੁਰੇ ਫਿਰਦੇ ਰਹੇ। ਉਹਨਾਂ ਬੰਦਿਆਂ ਨੂੰ ਲਿਟਰੇਚਰ ਨੇ ਸਾਹਮਣੇ ਲਿਆਂਦਾ, ਪਰ ਹੋਰ ਵੀ ਸਾਹਮਣੇ ਲਿਆਉਣ ਦੀ ਜ਼ਰੂਰਤ ਹੈ। ਮੇਰੀ ਕੋਸ਼ਿਸ਼ ਰਹਿੰਦੀ ਹੁੰਦੀ ਹੈ ਕਿ ਉਹਨਾਂ ਬੰਦਿਆਂ ਜਿਨ੍ਹਾਂ ਵਿੱਚ ਪੰਜਾਬ ਦਾ ਇੱਕ ਰੰਗ ਹੈ ਉਹਨਾਂ ਨੂੰ ਫੜਿਆ ਜਾਵੇ। ਇੱਕ ਪੰਜਾਬ ਦਾ ਖਾਕਾ ਬਣਾਇਆ ਸੀ ਅਕੈਡਮਿਕਸਤਾ ਦੇ ਵਿੱਚ, ਬਹੁਤ ਵੱਡੀਆਂ ਬਹਿਸਾਂ ਚੱਲਦੀਆਂ ਨੇ। ਮੇਰੇ ਕੋਲ ਕਿੰਨੀਆਂ ਕਿਤਾਬਾਂ ਮੈਂ ਪੜ੍ਹੀਆਂ ਨੇ, ਪਾਕਿਸਤਾਨ ਦੀਆਂ ਨੇ ਬਹੁਤ ਸਾਰੀਆਂ ਕਿਤਾਬਾਂ। ਇਹਨਾਂ ਦਿਨਾਂ ਵਿੱਚ ਪੰਜਾਬ ਦੇ ਵਿੱਚ ਦ੍ਰਿਸ਼ਟੀ ਕੀ ਹੈ ਪੰਜਾਬ ਦੀ। ਮੈਨੂੰ ਲੱਗਦਾ ਕਿ ਅਕੈਡਮਿਕਸ ਬਹਿਸ ਤੋਂ ਬਿਨਾਂ ਵੀ ਪੰਜਾਬ ਇੱਕ ਸਮਾਜ ਦੇ ਵਿੱਚ ਜਿਹੜੇ ਜਿਉਂਦਾ, ਉੱਥੋਂ ਦੇ ਜਿਹੜੇ ਸਾਡੇ ਬਾਦ ਨੇ ਖਾਸ ਕਰਕੇ, ਉਹ ਸਾਰੇ ਰੱਦ ਰੁੱਦ ਜੇ ਹੋਣ ਦੀ ਤੁਰ ਪੈਂਦੇ ਨੇ ਰਾਹ ਜਦੋਂ ਮੈਂ ਇਹਨਾਂ ਲੋਕਾਂ ਨੂੰ ਪੜ੍ਹਦਾ। ਮੈਨੂੰ ਇਸ ਤਰ੍ਹਾਂ ਲੱਗਦਾ ਇਹ ਗੱਲ। ਪ੍ਰੋਫੈਸਰ ਸਾਹਿਬ, ਤੁਹਾਡੀ ਲਾਇਬ੍ਰੇਰੀ ਤੋਂ ਲੱਗਦਾ ਹੈਗਾ ਵੀ ਤੁਸੀਂ ਅੰਤਰਰਾਸ਼ਟਰੀ ਲੈਵਲ ਤੱਕ ਦਾ ਜਿਹੜਾ ਹੈਗਾ ਸਾਹਿਤ ਆ ਉਹ ਪੜ੍ਹਿਆ ਹੈਗਾ, ਅਤੇ ਜ਼ਾਹਰ ਜੀ ਗੱਲ ਆ ਤੁਸੀਂ ਚੜ੍ਹਦੇ ਅਤੇ ਲਹਿੰਦੇ ਪੰਜਾਬ ਦਾ ਜਿਹੜਾ ਹੈਗਾ ਉਹ ਸਾਹਿਤ ਪੜ੍ਹਿਆ ਹੋਊਗਾ। ਤੁਹਾਨੂੰ ਇਹ ਦੋਨੇ ਪੰਜਾਬਾਂ ਦੇ ਵਿੱਚ ਜਿਹੜਾ ਸਾਹਿਤ ਹੈਗਾ ਇਹਦੇ 'ਚ ਕੀ ਵਖਰੇਵੇਂ ਲੱਗਦੇ ਨੇ ਅਤੇ ਕੀ ਸੁਧਾਰਾਂ ਦੀ ਲੋੜ ਹੈ ਇਹਦੇ ਵਿੱਚ? ਗੁਰਦਿੱਤ, ਬਹੁਤ ਸੋਹਣਾ ਸਵਾਲ ਹੈ ਤੇਰਾ ਇਹ। ਇੱਕ ਸਧਾਰਨ ਬੰਦਾ ਇਹ ਨਹੀਂ ਦੱਸਦਾ ਹੁੰਦਾ ਕਿ ਕੀ ਸੁਧਾਰਾਂ ਦੀ ਲੋੜ ਹੈ, ਪਰ ਮੈਨੂੰ ਲੱਗਦਾ ਕਿ ਪਾਕਿਸਤਾਨ ਪੰਜਾਬ ਦਾ ਜਦੋਂ ਮੈਂ ਸਾਹਿਤ ਪੜ੍ਹਦਾ ਜਾਂ ਪੰਜਾਬ ਵਾਲੇ ਪੰਜਾਬ ਦਾ ਜਾਂ ਲਹਿੰਦੇ ਚੜ੍ਹਦੇ ਪੰਜਾਬ ਦੀ ਗੱਲ ਕਰ ਲਓ, ਮੈਨੂੰ ਲੱਗਦਾ ਕਿ ਸਾਡੇ ਕੋਲੇ ਮੈਨੂਫੈਕਚਰਡ ਲਿਟਰੇਚਰ ਹੈਗਾ ਜ਼ਿਆਦਾ, ਸਾਰਾ ਨਹੀਂ ਹੈ। ਸੁਹਜ ਨਹੀਂ ਸਾਡੇ ਕੋਲੇ ਹੁਣ ਦੇ ਦੌਰ 'ਚ, ਖਾਸ ਕਰਕੇ ਜਿਹੜਾ ਸੁਹਜ ਸਾਡੇ ਕੋਲੇ ਹੋਣਾ ਚਾਹੀਦਾ। ਤੁਸੀਂ ਪਾਕਿਸਤਾਨ ਦੀ ਛੋਟੀ ਤੋਂ ਛੋਟੀ ਕਿਤਾਬ ਪੜ੍ਹੋ, ਕਿਸੇ ਵੀ ਲੇਖ ਦੀ ਕਹਾਣੀ ਪੜ੍ਹ ਲਓ, ਕਵਿਤਾ ਪੜ੍ਹ ਲਓ, ਨਾਵਲ ਪੜ੍ਹ ਲਓ, ਜਿਸ ਤਰ੍ਹਾਂ ਦਾ ਤੁਸੀਂ ਮੁਨਸਾ ਮੁਹੰਮਦ ਜਾਤਵ ਦਾ ਟਾਮਾ ਟਾਮਾ ਤਾਰਾ ਪੜ੍ਹ ਕੇ ਦੇਖੋ, ਤੁਹਾਨੂੰ ਲੱਗਦਾ ਕਿ ਇਹ ਲਿਟਰੇਚਰ ਹੈ। ਇਹ ਲਿਟਰੇਚਰ ਨਹੀਂ ਹੈ। ਹੁਣ ਸਾਡੇ ਸਾਹਮਣੇ ਤਾਂ ਇੱਕ ਸਵਾਲ ਇਹ ਵੀ ਹੈ ਕਿ ਹੁਣ ਸਾਹਿਤ ਹੁੰਦਾ ਕੀ ਹੈ। ਬਹੁਤ ਬੜਾ ਸਧਾਰਨ, ਮੈਨੂੰ ਅਕਸਰ ਵਿਦਿਆਰਥੀ ਪੁੱਛ ਲੈਂਦੇ ਨੇ। ਇਸ ਤਰ੍ਹਾਂ ਕਿਸੇ ਬੰਦੇ ਨੂੰ ਕਿਸੇ ਨੇ ਪੁੱਛਿਆ ਕਿ ਸਾਹਿਤ ਕੀ ਹੁੰਦਾ, ਉਹ ਕਹਿੰਦਾ ਮੈਨੂੰ ਨਹੀਂ ਇਸ ਗੱਲ ਦਾ ਪਤਾ ਕਿ ਸਾਹਿਤ ਕੀ ਹੁੰਦਾ। ਅਸੀਂ ਅਕਸਰ ਕਹਿੰਦੇ ਹਾਂ ਕਿ ਸਾਹਿਤ ਸਤਿਅਮ ਸ਼ਿਵਮ ਸੁੰਦਰਮ ਹੁੰਦਾ, ਉਹ ਕਹਿੰਦਾ ਮੈਨੂੰ ਨਹੀਂ ਪਤਾ। ਮੈਂ ਕਹਿੰਦਾ ਇਹ ਦੱਸ ਸਕਦਾ ਕਿ ਸਾਹਿਤ ਕੀ ਨਹੀਂ ਹੁੰਦਾ। ਮੈਨੂੰ ਲੱਗਦਾ ਕਿ ਜਦੋਂ ਉਹ ਗੱਲ ਕਰ ਰਿਹਾ ਸੀ, ਉਹ ਕਹਿੰਦਾ ਕਿ ਜਿਸ ਬੰਦੇ ਦੀ ਮੌਤ ਦੇ ਨਾਲ ਉਹਦੀ ਲਿਖਤ ਵੀ ਖਤਮ ਹੋ ਜੇ, ਉਹ ਸਾਹਿਤ ਨਹੀਂ ਹੁੰਦਾ। ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਨਹੀਂ ਵਾਪਰਦਾ। ਪਾਕਿਸਤਾਨ ਦੇ ਭਾਵੇਂ ਗੀਤ ਦੇਖ ਲਓ, ਭਾਵੇਂ ਸੰਗੀਤ, ਭਾਵੇਂ ਫਿਲਮ ਵੇਖ ਲਓ, ਭਾਵੇਂ ਸਾਹਿਤ ਵੇਖ ਲਓ, ਇੰਨਾ ਬਰੀਕ ਕਿਸਮ ਦਾ ਉਹਨਾਂ ਦਾ ਕੰਮ ਹੈ, ਇੰਨਾ ਸੁਹਜਾਤਮਕ ਕਿਸਮ ਦਾ ਕੰਮ ਹੈ, ਸ਼ੈਲੀ ਦੇ ਪੱਖ ਤੋਂ ਵੀ, ਖਿਆਲ ਦੇ ਪੱਖ ਤੋਂ ਵੀ। ਕੰਪਲੀਟ ਲਿਟਰੇਚਰ ਮੈਨੂੰ ਲੱਗਦਾ ਹੁੰਦਾ ਕਿ ਪਾਕਿਸਤਾਨ ਦੇ ਵਿੱਚ ਹੈਗਾ। ਬਹੁਤ ਫਿਲਮਾਂ ਅਸੀਂ ਵੇਖਦੇ ਹਾਂ ਜਦੋਂ, ਬਹੁਤ ਸਾਰੇ ਗੀਤ ਅਸ਼ੋਕ ਬੰਸਲ ਅਕਸਰ ਲੱਭਦਾ ਹੈ ਪਾਕਿਸਤਾਨ ਦੇ ਗੀਤ, ਹੈ ਨਾ। ਪਾਕਿਸਤਾਨ ਦੇ ਬਹੁਤ ਸਾਰੇ ਸਟੇਜੀ ਪੋਇਟ ਲੱਭੇ। ਮੈਨੂੰ ਲੱਗਦਾ ਕਿ ਉਹ ਬੰਦਿਆਂ ਕੋਲੇ ਜਿਸ ਤਰ੍ਹਾਂ ਦਾ ਪੰਜਾਬ ਦਾ ਕਲਚਰ ਉਹਨਾਂ ਲੋਕਾਂ ਨੇ ਸਾਂਭਿਆ ਹੋਇਆ, ਸਾਡੇ ਲਿਟਰੇਚਰ ਦੇ ਵਿੱਚ ਨਾ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਅਸੀਂ ਮੈਨੂਫੈਕਚਰਡ ਲਿਟਰੇਚਰ ਵੱਧ ਰੱਖਦੇ ਹਾਂ, ਅਸੀਂ ਘੜਦੇ ਹਾਂ। ਮੈਨੂੰ ਇਸ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਹੈ ਕਿ
ਦਰਸ਼ਨ ਬੁੱਟਰ ਬਹੁਤ ਵਧੀਆ ਪੋਇਟ ਹੈਗਾ, ਪਰ ਉਹਦੀ ਆਖਰੀ ਕਿਤਾਬ ਦੇ ਵਿੱਚ ਕਈ ਕਵਿਤਾਵਾਂ ਐਂ ਲੱਗਦਾ ਕਿ ਉਹਨੇ ਬੜੇ ਸੁਚੇਤ ਹੋ ਕੇ ਗੋਧੂ ਨਾਲ ਜਾਂ ਪਿੰਡ ਨਾਲ ਸੰਬੰਧਿਤ ਇਸ ਤਰ੍ਹਾਂ ਲੱਗਦਾ ਸੀ ਕਿ ਜਦੋਂ ਸਾਡੇ ਕੋਲੇ ਤਨਵੀਰ ਹੈਗਾ, ਰਾਮ ਸਿੰਘ ਚਹਿਲ ਹੈ, ਦੇਵਨੀਤ ਹੈ, ਜਿਨ੍ਹਾਂ ਕੋਲੇ ਮੈਨੂੰ ਲੱਗਦਾ ਕਿ ਪੰਜਾਬ ਦਾ ਜਿਹੜਾ ਖੇਤੀ ਦਾ ਮਸਲਾ ਬੜਾ ਬਰੀਕ ਰਮਜ ਹੈ, ਜਦੋਂ ਕੋਈ ਉਸ ਤੋਂ ਬਿਨਾਂ ਦੂਜਾ ਬੰਦਾ ਲਿਖਦਾ ਨਾ ਉਹਦੇ ਵਿੱਚ ਸੁਹਜ ਖਤਮ ਹੁੰਦਾ, ਮੈਨੂਫੈਕਚਰਡ ਆਉਂਦਾ। ਤਾਂ ਕਰਕੇ ਮੈਨੂੰ ਲੱਗਦਾ ਕਿ ਭਾਵੇਂ ਕਹਾਣੀ ਹੈ, ਭਾਵੇਂ ਨਾਵਲ ਹੈ, ਭਾਵੇਂ ਕਵਿਤਾ ਹੈ, ਭਾਵੇਂ ਫਿਲਮ ਹੈ, ਭਾਵੇਂ ਗੀਤ ਹੈ। ਹੁਣ ਸਾਡੇ ਤਾਂ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇੱਕ ਬੰਦਾ ਗੀਤ ਲਿਖਦਾ, ਭਾਵੇਂ ਉਹ ਹਰਮਨ ਨੇ ਲਿਖਿਆ ਹੋਵੇ, ਭਾਵੇਂ ਗੁਰਦਿੱਤ ਨੇ ਲਿਖਿਆ ਹੋਵੇ, ਭਾਵੇਂ ਕੁਲਦੀਪ ਬੜੈਚ ਨੇ ਲਿਖਿਆ ਹੋਵੇ, ਭਾਵੇਂ ਜਾਂ ਕਿਸੇ ਆਪਣਾ ਅੱਜ ਕੱਲ੍ਹ ਬਹੁਤ ਮਕਬੂਲ ਲੇਖਕ ਹੈਗਾ ਵਰੀ ਰਾਏ ਨੇ ਲਿਖਿਆ ਹੋਵੇ। ਹੁਣ ਉਹ ਜਿਸ ਬੰਦੇ ਨੂੰ ਦੇ ਤਾ ਉਹਦੇ ਨਾਲ ਉਹਦਾ ਨਾ ਸਾਈਨ ਹੋ ਗਿਆ। ਲਿਟਰੇਚਰ ਸਾਈਨ ਨਹੀਂ ਹੋਣਾ ਚਾਹੀਦਾ, ਮੈਨੂੰ ਲੱਗਦਾ ਹੁੰਦਾ ਅਕਸਰ, ਕਿਉਂਕਿ ਜਦੋਂ ਲਿਟਰੇਚਰ ਤੁਹਾਡਾ ਸਾਈਨ ਹੋ ਗਿਆ ਕਿ ਇੱਕ ਬੰਦਾ ਤੁਹਾਡਾ ਇੱਕ ਗੀਤ ਗਾਊਗਾ, ਦੂਜੀ ਵਾਰੀ ਗਾਉਣ ਦੇ ਲਈ ਤੁਹਾਡੇ ਕੋਲ ਪਰਮਿਸ਼ਨ ਨਹੀਂ ਹੈ। ਪਾਕਿਸਤਾਨ ਦੇ ਵਿੱਚ ਐਸਾ ਨਹੀਂ ਹੈ, ਸਾਡੇ ਪੰਜਾਬ ਦੇ ਵਿੱਚ ਵੀ ਐਸਾ ਨਹੀਂ ਸੀ। ਮੈਨੂੰ ਲੱਗਦਾ ਕਿ ਇਸ ਤੋਂ ਤੁਸੀਂ 100 ਸਾਲ ਪਹਿਲਾਂ ਵੇਖੋ ਕਿ ਇੱਕ ਇੱਕ ਗੀਤ ਨੂੰ 10-10 12-12 ਬੰਦੇ ਗਾ ਰਹੇ ਨੇ। ਮੰਨ ਲਓ ਪਿਛਲੇ ਦਿਨੀ ਤਸਕੀਨ ਨੇ ਇੱਕ ਬਹੁਤ ਕਮਾਲ ਦੀ ਗੱਲ ਫਿਲਹਾਲ ਦੇ ਵਿੱਚ ਸ਼ਾਇਦ ਪੇਸ਼ ਕਰੀ ਸੀ ਕਿ ਸ਼ਾਵਾ ਘੁੰਡ ਚੁੱਕ ਕੇ ਹਾਇਓ ਘੁੰਡ ਚੁੱਕ ਕੇ, ਹੈ ਨਾ, ਕਿੱਕਲੀ ਮੈਂ ਪਾਈ ਰਾਤ ਨੂੰ ਅੱਗ, ਪਾਣੀਆਂ ਨੂੰ ਹਾਣੀਆਂ ਮੈਂ ਲਾਈ ਰਾਤ ਨੂੰ। ਤਸਕੀਨ ਕਹਿੰਦਾ ਕਿ ਨੰਦ ਲਾਲ ਨੂਰਪੁਰੀ ਦਾ ਗੀਤ ਹੈ। ਮੈਨੂੰ ਉਸੇ ਵਕਤ ਲੱਗਿਆ ਕਿ ਨਹੀਂ ਹੈ, ਨੰਦ ਲਾਲ ਨੂਰਪੁਰੀ ਦਾ ਨਹੀਂ ਹੈ, ਨੰਦ ਲਾਲ ਨੂਰਪੁਰੀ ਦੇ ਨਾਂ 'ਤੇ ਮਕਬੂਲ ਹੋਇਆ ਹੋ ਸਕਦਾ। ਮੈਂ ਇਸ ਦੀ ਗੱਲ ਅਸ਼ੋਕ ਕੋਲੇ ਕਰਦਾ। ਅਸ਼ੋਕ ਟਿਕਦਾ ਨਹੀਂ ਹੈ, ਉਹ ਲੱਭਦਾ ਕਿ ਇਹ ਭਗਵਾਨ ਸਿੰਘ ਦੀਪਕ ਦਾ ਗੀਤ ਹੈ। ਮੈਨੂੰ ਲੱਗਦਾ ਕਿ ਭਗਵਾਨ ਸਿੰਘ ਦੀਪਕ ਨੂੰ ਅਸੀਂ ਨਹੀਂ ਜਾਣਦੇ, ਕੌਣ ਹੈ, ਕਿੱਥੇ ਰਹਿੰਦਾ, ਕਿਵੇਂ ਰਹਿੰਦਾ। ਫਿਰ ਉਹ ਕਹਿੰਦਾ ਕਿ ਭਗਵਾਨ ਸਿੰਘ ਦੀਪਕ ਦਾ ਵੀ ਨਹੀਂ ਹੈ। ਉਹ ਸੁਰਿੰਦਰ ਕੌਰ ਦੀ ਬੇਟੀ ਨੂੰ ਫੋਨ ਕਰਦਾ, ਬੇਟੀ ਨੂੰ ਫੋਨ ਕਰਕੇ ਉਹ ਡਾਇਰੀ ਲੱਭਦਾ ਜਿਸ ਡਾਇਰੀ 'ਤੇ ਉਹ ਗੀਤ ਦਰਜ ਹੈ, ਉੱਥੇ ਦਰਪਣ ਨਾਮ ਦੇ ਕਿਸੇ ਬੰਦੇ ਦਾ ਨਾਮ ਹੈ। ਹੁਣ ਤੁਸੀਂ ਵੇਖੋ ਕਿ ਕਿਵੇਂ ਕਿਵੇਂ ਗੀਤ ਅਗਾਂਹ ਅਗਾਂਹ ਤੁਰਦੇ ਰਹਿੰਦੇ ਨੇ। ਮੈਨੂੰ ਲੱਗਦਾ ਕਿ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਦੀ ਰਵਾਇਤ ਹੈਗੀ ਹੈ, ਇੱਕ ਗੀਤ ਕੋਈ ਲਿਖਦਾ ਉਹਨੂੰ 2 4 10 20 ਬੰਦੇ ਗਾਉਂਦੇ ਨੇ। ਸਤਿੰਦਰ ਸਰਤਾਜ ਦੀਆਂ ਬਹੁਤ ਸਾਰੀਆਂ ਟਿਊਨ ਨੇ ਜਿਹੜੀਆਂ ਪਾਕਿਸਤਾਨ ਦੇ ਲਿਟਰੇਚਰ ਨਾਲ ਮਿਲਦੀਆਂ ਨੇ। ਮੈਨੂੰ ਲੱਗਦਾ ਲਿਟਰੇਚਰ, ਸੁਹਜ, ਸੰਗੀਤ ਸਾਡੇ ਕੋਲ ਬਹੁਤ ਘੱਟ ਹੈ, ਉਸ ਪੰਜਾਬ ਕੋਲ ਬਹੁਤ ਜ਼ਿਆਦਾ ਹੈ, ਜਿਹੜਾ ਸਾਨੂੰ ਸੰਭਾਲਣ ਦੀ, ਸਾਡੇ ਕੋਲ ਟਰਾਂਸਲੇਟ ਕਰਕੇ ਲਿਆਉਣ ਦੀ ਬਹੁਤ ਵੱਡੀ ਜ਼ਰੂਰਤ ਹੈਗੀ। ਪ੍ਰੋਫੈਸਰ ਸਾਹਿਬ, ਜਿਹੜਾ ਆਪਣਾ ਪੰਜਾਬੀ ਸਾਹਿਤ ਆ, ਇਹਦੇ ਵਿੱਚ ਜੇ ਹੁਣ ਆਪਾਂ ਦੇਖੀਏ ਸੱਭਿਆਚਾਰਕ ਅਤੇ ਸੁਹਜ ਜਿਹੜਾ ਮੰਨਫੀ ਹੋ ਰਿਹਾ ਹੈਗਾ, ਇਹਦਾ ਕਾਰਨ ਕੀ ਹੈ? ਵੀ ਇਹਦੀ ਵਿਚਾਰਧਾਰਕ ਧੜੇਬੰਦੀ ਹੈਗਾ, ਇਹਦਾ ਕੀ ਹੱਲ ਹੈਗਾ ਅੱਗੇ? ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸਲ ਨਾ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੀ ਧੜੇਬੰਦੀਆਂ ਨੇ ਸਾਹਿਤ ਦੇ ਵਿੱਚ। ਵਾਹਿਦ ਨੇ ਤਾਂ ਇੱਕ ਵਾਰੀ ਇਹ ਕਹਿੰਦਾ ਸੀ ਕਿ ਗੈਂਗ ਨੇ, ਸਾਹਿਤਕ ਗੈਂਗ ਨੇ। ਮੈਨੂੰ ਲੱਗਦਾ ਹੁੰਦਾ ਇਹ ਗੱਲ ਠੀਕ ਹੈ ਵਾਹਿਦ ਦੀ ਬਹੁਤ ਹੱਦ ਤੱਕ। ਹੁਣ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਮੈਂ ਬੜੀ ਬੇਬਾਕ ਕਿਸਮ ਦਾ ਬੰਦਾ ਇਸ ਮਾਮਲੇ ਵਿੱਚ। ਦੀਪਕ ਮੇਰਾ ਬਹੁਤ ਨੇੜੇ ਦਾ ਮਿੱਤਰ ਹੈ। ਦੀਪਕ ਦੀ ਕਿਤਾਬ ਬਹੁਤ ਕਮਾਲ ਦੀ ਕਿਤਾਬ ਹੈ। ਜਦੋਂ ਅਸੀਂ ਸਾਹਿਤ ਅਕੈਡਮੀ ਦਾ ਯੁਵਾ ਅਵਾਰਡ ਦੀ ਗੱਲ ਕਰਦੇ ਹਾਂ, ਜਿਹੜੀਆਂ 7 ਕਿਤਾਬਾਂ ਸਿਲੈਕਟ ਹੁੰਦੀਆਂ ਨੇ, ਉਹਨਾਂ 7 ਦੇ ਵਿੱਚੋਂ ਦੀਪਕ ਹੀ ਰਿਜ਼ਰਵ ਕਰਦਾ ਭਾਰਤੀ ਸਾਹਿਤ ਅਕੈਡਮੀ ਦਾ ਅਵਾਰਡ ਲੈਣ। ਪਰ ਸਾਡੀ ਸਮੱਸਿਆ ਇਹ ਹੈ, ਕਰਕੇ ਮੇਰੀ ਪਾਠਕ ਦੇ ਤੌਰ 'ਤੇ, ਜਿਹੜੇ ਮੇਰੇ ਵਰਗੇ ਹੋਣਗੇ ਜਾਂ ਮੇਰੇ ਵਾਂਗੂ ਸੋਚਦੇ ਨੇ, ਸਾਰਿਆਂ ਦੀ ਹੋਊਗੀ ਕਿ ਸਾਡੇ ਕੋਲੇ ਕੀ 7 ਕਿਤਾਬਾਂ ਦੇ ਵਿੱਚ ਵਾਹਿਦ ਦੀ ਕਿਤਾਬ ਨਹੀਂ ਜਾ ਸਕਦੀ, ਪ੍ਰਿਜ਼ਮ ਚੋਂ ਲੰਘਦਾ ਸ਼ਹਿਰ ਨਹੀਂ ਜਾ ਸਕਦੀ, ਜਾਂ ਉਹਦੀਆਂ ਰੰਗ ਜੋ ਰੇਨਬੋ 'ਚ ਨਹੀਂ ਜਾ ਸਕਦੀ, ਜਾਂ ਉਹਦੀ ਪਹਿਲੀ ਕਿਤਾਬ ਆਉਂਦੀ ਹੈ, ਦੂਜੀ ਆਉਂਦੀ ਹੈ, ਤੀਜੀ ਆਉਂਦੀ ਹੈ, ਵਰਤਮਾਨ ਦੇ ਪਿਆ ਪੇਪਰ ਵੇਟ, ਕਿ ਨਹੀਂ ਜਾ ਸਕਦੀ? ਮੈਨੂੰ ਲੱਗਦਾ ਕਿ ਨਿੱਜੀ ਤੌਰ 'ਤੇ ਜਦੋਂ ਪਾਠਕ ਦੇ ਰੂਪ ਦੇ ਵਿੱਚ ਮੈਂ ਪੜ੍ਹਦਾ, ਮੈਂ ਦੀਪਕ, ਹਾਲਾਂਕਿ ਲਿਟਰੇਚਰ ਨੂੰ ਕੰਪੈਰੀਜ਼ਨ ਨਹੀਂ ਕੀਤਾ ਜਾ ਸਕਦਾ, ਮੈਂ ਦੀਪਕ ਨੂੰ ਵੀ ਇੱਕ ਪਾਸੇ ਰੱਖਦਾ ਹਾਂ, ਵਾਹਿਦ ਨੂੰ ਵੀ ਇੱਕ ਪਾਸੇ ਰੱਖਦਾ। ਮੈਨੂੰ ਵਾਹਿਦ ਦੀਪਕ ਦੇ ਮੁਕਾਬਲੇ ਖਿਆਲ ਦੇ ਪੱਖ ਤੋਂ, ਵਿਧਾ ਦੇ ਪੱਖ ਤੋਂ, ਜਾਂ ਬੰਤਰਾਂ ਦੇ ਪੱਖ ਤੋਂ, ਪੈਰ ਦੇ ਪੱਖ ਤੋਂ ਉਹਦਾ ਜਿਹੜਾ ਪੱਲੜਾ ਭਾਰੀ ਹੈ ਵਾਹਿਦ ਦਾ। ਪਰ 7 ਕਿਤਾਬਾਂ ਦੇ ਵਿੱਚ ਨਹੀਂ ਹੈ। ਇਹਦਾ ਕਾਰਨ ਵਿਚਾਰਧਾਰਕ ਧੜੇਬੰਦੀ ਹੈ। ਹੁਣ ਤੁਸੀਂ ਇਹ ਵੇਖੋ ਕਿ ਸਾਡੇ ਕੋਲ ਸੂਹੇ ਅੱਖਰ ਦਾ ਨਾਵਲ ਆਉਂਦਾ, ਮੱਖੀਆਂ। ਬਹੁਤ ਲੋਕ ਉਹਦੇ, ਜਿਵੇਂ ਹਰਮਨ ਦੀ ਰਾਣੀ ਤੱਤ ਆਉਂਦੀ ਹੈ, ਅਸੀਂ ਵਿਭਿੰਨਤਾ ਦੀ ਗੱਲ ਬਹੁਤ ਕਰਦੇ ਹਾਂ। ਹਰੇਕ ਸਟੇਜ 'ਤੇ ਅਸੀਂ ਵਿਭਿੰਨਤਾ, ਡਾਇਵਰਸਿਟੀ, ਪਛਾਣ, ਇਹਦੀ ਗੱਲ ਕਰਦੇ ਹਾਂ। ਪਰ ਅਸੀਂ ਉਸ ਕਿਤਾਬ ਨੂੰ ਚੱਕ ਕੇ ਸੁੱਟ ਦਿੰਦੇ ਹਾਂ, ਅਸੀਂ ਪੜ੍ਹਨਾ ਨਹੀਂ ਚਾਹੁੰਦੇ। ਮਤਲਬ ਕਿ ਇਹ ਇੱਕ ਖਤਰਨਾਕ ਵਰਤਾਰਾ ਹੈ ਜਿਹੜਾ ਸਾਹਿਤ ਦੇ ਵਿੱਚ ਵਾਪਰਦਾ। ਹੁਣ ਜੇਕਰ ਹਰਮਨ ਦੀ ਕੋਈ ਕਿਤਾਬ ਸੁੱਟ ਰਿਹਾ ਤਾਂ ਹਰਮਨ ਕਿਸੇ ਦੂਜੇ ਬੰਦੇ ਦੀ ਸੁੱਟ। ਉਹ ਦਰਾੜ ਜਿਹੜੀ ਲਿਟਰੇਚਰ ਦੇ ਵਿੱਚ ਇਸ ਸਮੇਂ ਪਈ ਹੋਈ ਆ, ਉਹਦੀ ਮੈਂ ਤੁਹਾਨੂੰ ਬਹੁਤ ਵੱਡੀ ਐਗਜ਼ਾਮਪਲ ਦਿੰਦਾ। ਮੇਰੇ ਬਹੁਤ ਨਜ਼ਦੀਕੀ ਮਿੱਤਰ ਨੇ ਜਿਨ੍ਹਾਂ ਨੇ ਕਿਹਾ ਕਿ ਸੂਹੇ ਅੱਖਰ ਸੁਖਬੀਰ ਦਾ ਮੱਖੀਆਂ ਨਾਵਲ ਇੱਕ ਮਾਨਸਿਕ, ਹੈ ਨਾ, ਰੋਗੀ ਦੀ ਆਤਮ ਕਥਾ। ਮੈਂ ਸੁਣਿਆ, ਮੈਨੂੰ ਨਾਵਲ ਦੇ ਤੌਰ 'ਤੇ ਵਧੀਆ ਲੱਗਦਾ ਸੀ, ਕਿਉਂਕਿ ਉਹਦੇ ਵਿੱਚ ਨਾਵਲ ਅਤੇ ਕਵਿਤਾ ਸੀ। ਉਹਦੇ ਵਿੱਚ ਕਵਿਤਾ ਵੱਧ ਸੀ। ਨਾਵਲ ਦੇ 52 ਪੰਨੇ, ਮੇਰੇ ਖਿਆਲ ਨਾਲ 48 ਪੰਨੇ ਕਵਿਤਾ ਦੇ ਨੇ, ਜਾਂ 52 ਪੰਨੇ ਕਵਿਤਾ ਦੇ ਨੇ। ਮੈਂ ਪੜ੍ਹਿਆ ਨਾਵਲ, ਉਹਨੂੰ ਸਾਰੇ ਲੋਕ, ਮੇਰੇ ਮਿੱਤਰ ਵੀ ਇਹੀ ਕਹਿੰਦੇ ਰਹੇ, ਉਹਨੂੰ ਕਿਸੇ ਨੇ ਪੜ੍ਹਿਆ ਤੱਕ ਨਹੀਂ ਹੈ। ਪਰ ਉਹਦੇ ਸਧਾਰਨ ਪਾਠਕ ਬਹੁਤ ਸੀ। ਸੁਖਬੀਰ ਦੇ ਬਹੁਤ ਪਾਠਕ ਨੇ, ਹਰਮਨ ਦੇ ਬਹੁਤ ਪਾਠਕ ਨੇ। ਹੈਰਾਨ ਮੰਨ ਜਾਓਗੇ ਕਿ
ਪਾਠਕ ਦੇ ਪੱਖ ਤੋਂ ਜਦੋਂ ਤੁਸੀਂ ਪ੍ਰਕਾਸ਼ਕਾਂ ਨੂੰ ਮਿਲਦੇ ਹੋ ਅਤੇ ਜਿਹਨੂੰ ਭਾਰਤੀ ਸਾਹਿਤ ਅਕੈਡਮੀ ਦਾ ਅਵਾਰਡ ਮਿਲਦਾ ਕਿਤਾਬ ਨੂੰ, ਮੈਨੂੰ ਲੱਗਦਾ ਕਿ ਜਦੋਂ ਮੋਹਨਜੀਤ ਨੂੰ ਅਵਾਰਡ ਮਿਲਦਾ, ਤੁਸੀਂ ਕਿਸੇ ਵੀ ਪ੍ਰਕਾਸ਼ਕ ਤੋਂ ਜਾ ਕੇ ਪੁੱਛ ਲਿਓ ਕਿ ਮੋਹਨਜੀਤ ਦੀਆਂ ਕਿਤਾਬਾਂ ਕਿੰਨੀਆਂ ਵਿਕੀਆਂ ਨੇ, ਤੁਹਾਨੂੰ ਗਿਣਤੀ ਦੀਆਂ ਕਿਤਾਬਾਂ ਮਿਲਣਗੀਆਂ। ਪਰ ਦੂਸਰੇ ਪਾਸੇ ਤੁਸੀਂ ਕਿਸੇ ਸਧਾਰਨ ਜਿਹੜਾ ਲੇਖਕ ਹੈ, ਸਿਰਜਕ ਹੈ, ਜਿਹਦੇ ਕੋਲ ਗੱਲ ਹੈ, ਉਹਦੀ ਕਿਤਾਬ ਪੁੱਛੋ, ਲੱਖਾਂ ਦੇ ਵਿੱਚ ਉਹਦੀ ਕਿਤਾਬ ਵਿਕੀ ਪਈ ਹੈ, ਹੈ ਨਾ। ਤਾਂ ਮੈਨੂੰ ਲੱਗਦਾ ਕਿ ਜਦੋਂ ਡਾਕਟਰ ਸੁਰਜੀਤ ਕੋਲੇ ਇਹ ਗੱਲ ਗਈ ਵੀ ਇੱਕ ਨਾਵਲ ਹੈ ਮੱਖੀਆਂ, ਡਾਕਟਰ ਸੁਰਜੀਤ ਉਹਨੂੰ ਪੜ੍ਹਦਾ, ਉਹਦੇ ਬਾਰੇ ਬੜੀ ਬਰੀਕ ਸਮਝ ਬਣਾ ਕੇ ਬੜੀ ਬਰੀਕ ਕਿਸਮ ਦੀ ਇੱਕ ਫੇਸਬੁੱਕ 'ਤੇ ਟਿੱਪਣੀ ਕਰਦਾ। ਹੈਰਾਨੀ ਮੰਨ ਜਾਓਗੇ ਕਿ ਜਿਹੜੇ ਬੰਦੇ ਮੇਰੇ ਖਾਸ ਮਿੱਤਰ ਨੇ, ਜਿਹੜੇ ਕਹਿੰਦੇ ਸੀ ਕਿ ਮਾਨਸਿਕ ਰੋਗੀ ਦੀ ਆਤਮ ਕਥਾ, ਉਹਨਾਂ ਬੰਦਿਆਂ ਨੇ ਉਹ ਨਾਵਲ ਖਰੀਦ ਕੇ ਪੜ੍ਹਿਆ। ਹੁਣ ਇਹਦਾ ਮਤਲਬ ਹੈ ਕਿ ਸੁਰਜੀਤ ਸਿੰਘ ਕੀ ਕਹਿ ਰਿਹਾ ਗਲਪ ਬਾਰੇ, ਅਸੀਂ ਉਹ ਪੜ੍ਹਾਂਗੇ। ਸੁਖਦੇਵ ਸਿੰਘ ਸਿਰਸਾ ਕੀ ਕਹਿ ਰਿਹਾ ਕਵਿਤਾ ਬਾਰੇ, ਅਸੀਂ ਉਹ ਪੜ੍ਹਾਂਗੇ। ਜਾਂ ਜਗਵਿੰਦਰ ਜੋਧਾ ਕੀ ਕਹਿ ਰਿਹਾ ਮੇਰੀ ਕਿਤਾਬ ਬਾਰੇ, ਯਾਦਵਿੰਦਰ ਨੇ ਲਿਖਿਆ, ਇਹ ਕੀ ਕਹਿ ਰਿਹਾ, ਅਸੀਂ ਫੇਰ ਪੜ੍ਹ ਰਹੇ ਹਾਂ। ਮੈਨੂੰ ਲੱਗਦਾ ਕਿ ਇਹ ਸਭ ਤੋਂ ਵੱਡਾ ਜਿਹੜਾ ਸੰਕਟ, ਸਭ ਤੋਂ ਵੱਡੀ ਟ੍ਰੈਜਡੀ ਹੈ ਹੁਣ ਦੇ ਦੌਰ ਦੇ ਵਿੱਚ ਲਿਟਰੇਚਰ ਹੰਢਾ ਰਿਹਾ। ਖਾਸ ਕਰਕੇ ਇਸ ਵਕਤ ਤੋਂ ਤੁਸੀਂ ਕਿਤੇ ਕਵਿਤਾ ਨੂੰ ਪੜ੍ਹਨ ਦੀ ਕੋਸ਼ਿਸ਼ ਕਰਿਓ, ਹੈ ਨਾ। ਕਵਿਤਾ ਦੇ ਵਿੱਚ ਜਿਸ ਤਰ੍ਹਾਂ ਦੀਆਂ ਗੁੱਟਬੰਦੀਆਂ ਨੇ, ਜਾਂ ਕਿਉਂਕਿ ਕਵਿਤਾ ਦੇ ਵਿੱਚ ਗੁੱਟਬੰਦੀ ਹੋਣ ਦਾ ਕਾਰਨ ਇੱਕ ਇਹ ਵੀ ਹੈ ਕਿ ਕਵਿਤਾ ਦੇ ਕਵੀ ਦਰਬਾਰ ਬਹੁਤ ਹੁੰਦੇ ਨੇ। ਇੱਕ ਕਿਤੇ ਕਵੀ ਦਰਬਾਰ ਹੁੰਦਾ, ਉਹੀ ਕਵੀ ਮਾਨਸਾ ਕਵਿਤਾ ਪੜ੍ਹ ਰਹੇ ਨੇ, ਉਹੀ ਬਰਨਾਲੇ ਪੜ੍ਹ ਰਹੇ ਨੇ, ਉਹੀ ਮੁਹਾਲੀ ਪੜ੍ਹ ਰਹੇ ਨੇ, ਉਹੀ ਨਾਭੇ ਪੜ੍ਹ ਰਹੇ ਨੇ, ਉਹੀ ਅੰਮ੍ਰਿਤਸਰ ਪੜ੍ਹ ਰਹੇ ਨੇ, ਉਹੀ ਗੁਰਦਾਸਪੁਰ ਪੜ੍ਹ ਰਹੇ ਨੇ, ਉਹੀ ਕੋਟਕਪੂਰੇ ਪੜ੍ਹ ਰਹੇ ਨੇ। ਕਹਾਣੀ ਦਾ ਕੋਈ ਦਰਬਾਰ ਨਹੀਂ ਹੁੰਦਾ, ਨਾਵਲ ਦਾ ਤਾਂ ਜਮਾ ਹੀ ਦਰਬਾਰ ਨਹੀਂ ਹੁੰਦਾ। ਮੈਨੂੰ ਲੱਗਦਾ ਕਿ ਜਸਪਾਲ ਮਾਨਖੇੜੇ ਦਾ ਪਿਛਲੇ ਦਿਨਾਂ ਦੇ ਵਿੱਚ ਨਾਵਲ ਮੈਂ ਪੜ੍ਹਿਆ ਪੰਜਾਬ ਬਾਰੇ, ਬਹੁਤ ਕਮਾਲ ਦਾ ਬਰੀਕ ਸਮਝ ਵਾਲਾ ਨਾਵਲ ਸੀ। ਸੁਖਦੇਵ ਸਿੰਘ ਮਾਨ ਮੌੜਾਂ ਦਾ ਉਹਦਾ ਨਾਵਲ ਮੈਂ ਪੜ੍ਹਿਆ, ਵੈਸੀ ਰੁੱਤ, ਬਹੁਤ ਕਮਾਲ ਦਾ ਨਾਵਲ ਸੀ। ਪਰ ਹੁਣ ਇਹ ਸਭ ਤੋਂ ਵੱਡਾ ਸੰਕਟ ਹੈ ਕਿ ਕਿਹੜੇ ਧੜੇ ਨਾਲ ਖੜੇ ਹੋਏ ਨੇ। ਮਤਲਬ ਜਦੋਂ ਸਾਹਿਤ ਅਕੈਡਮੀ ਦੀਆਂ ਵੋਟਾਂ ਹੁੰਦੀਆਂ ਨੇ ਤਾਂ ਵੋਟਾਂ ਦੇ ਵੇਲੇ ਧੜੇ ਨੇ। ਮੰਨ ਲਓ ਮੈਂ ਸੁਖਦੇਵ ਸਿਰਸੇ ਬਾਰੇ ਰੇਖਾ ਚਿੱਤਰ ਲਿਖ ਕੇ ਜਦੋਂ ਪਿਛਲੇ ਵਾਰ ਦੋ ਧੜੇ ਆਪਸ ਦੇ ਵਿੱਚ ਵਿਰੋਧ ਦੇ ਵਿੱਚ ਵੋਟਾਂ 'ਚ ਖੜੇ ਹੁੰਦੇ ਨੇ, ਮੈਂ ਸੁਖਦੇਵ ਸਿੰਘ ਸਿਰਸਾ ਦਾ ਰੇਖਾ ਚਿੱਤਰ ਲਿਖ ਕੇ ਫੇਸਬੁੱਕ 'ਤੇ ਪਾ ਦਿੰਦਾ, ਕਿਉਂਕਿ ਮੈਂ ਉਹਨਾਂ ਨੂੰ ਹਮਾਇਤ ਕਰਦਾ ਨਿੱਜੀ ਤੌਰ ਦੇ ਉੱਤੇ। ਕੌਣ ਨੇ ਕੀ ਨੇ ਮੈਨੂੰ ਨਹੀਂ ਪਤਾ ਇਹਦੇ ਬਾਰੇ, ਹੈ ਨਾ। ਤਾਂ ਮੈਨੂੰ ਬਹੁਤ ਸਾਰੇ ਲੋਕ ਬਲੌਕ ਕਰ ਦਿੰਦੇ ਆ। ਮੈਨੂੰ ਲੱਗਦਾ ਕਿ ਅਸੀਂ ਇੰਨਾ ਕੁ ਵੀ ਨਹੀਂ ਜਰ ਸਕਦੇ ਕਿ ਆਹ ਬੰਦਾ ਇਹਦੇ ਨਾਲ ਖੜ੍ਹਾ, ਤੈਨੂੰ ਖੜ੍ਹਾ ਰਹਿਣ ਦੇ, ਕਿਉਂਕਿ ਮੇਰੇ ਨਾਲ ਵੀ ਕੋਈ ਬੰਦਾ ਖੜ੍ਹਾ। ਤਾਂ ਚੰਗੇ ਬੰਦੇ ਇਸ ਸਮੇਂ ਦੇ ਵਿੱਚ ਸਭ ਤੋਂ ਵੱਧ ਮਰ ਰਹੇ ਨੇ। ਮੇਰੇ ਕੋਲ ਬਹੁਤ ਸਾਰੀਆਂ ਕਿਤਾਬਾਂ ਨੇ ਪੰਜਾਬੀ ਦੇ ਵਿੱਚ, ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਕਿਤਾਬਾਂ ਨੇ ਜਿਨ੍ਹਾਂ ਦਾ ਇੱਕ ਵੀ ਬੰਦੇ ਨੇ ਨੋਟਸ ਨਹੀਂ ਲਿਆ। ਹਰਮਨ ਦੀ ਰਾਣੀ ਤੱਤ ਮੇਰੇ ਸਾਹਮਣੇ ਆ। ਮੈਨੂੰ ਲੱਗਦਾ ਕਿ ਬਹੁਤ ਘੱਟ ਲੋਕਾਂ ਨੇ ਨੋਟਸ ਲਿਆ, ਜਿਹਨੇ ਵੀ ਲਿਆ ਉਹਨੇ ਉਹਦੇ ਵਿਰੋਧ ਵਿੱਚ ਨੋਟਸ ਲਿਆ। ਪਰ ਸਭ ਤੋਂ ਵੱਧ ਕਿਤਾਬ ਵਿਕੀ ਹੈ। ਸੂਹੇ ਅੱਖਰ ਨਾਲ ਵੀ ਇਹੀ ਵਾਪਰਦਾ। ਜਾਂ ਹੋਰ ਬਹੁਤ ਸਾਰੇ ਬੰਦੇ ਨੇ ਜਿਨ੍ਹਾਂ ਕੋਲ ਬੜੀ ਬਰੀਕ ਕਿਸਮ ਦੀ ਸਮਝ ਹੈ, ਪਰ ਉਹ ਇਹ ਗੁੱਟਬੰਦੀਆਂ 'ਚ ਨਹੀਂ ਪੈਂਦੇ। ਆਪਣਾ ਲਿਖਦੇ ਨੇ, ਅਗਲੀ ਕਿਤਾਬ ਲਿਖਦੇ ਨੇ, ਅਗਲੀ ਕਹਾਣੀ ਲਿਖਦੇ ਨੇ, ਕਵਿਤਾ ਲਿਖਦੇ ਨੇ, ਨਾਵਲ ਲਿਖਦੇ ਨੇ, ਜਾਂ ਜੋ ਵੀ ਲਿਖਦੇ ਨੇ, ਉਹ ਤੁਰਦੇ ਰਹਿੰਦੇ ਨੇ। ਸਾਡੀ ਸਮੱਸਿਆ ਇਹ ਹੈ ਕਿ ਸਾਡਾ ਨਾਰੀਵਾਦ ਹੈ। ਜੇ ਤਸਕੀਨ ਗੋਦੀ ਨਾਰੀਵਾਦ ਲਿਖ ਦਿੰਦਾ ਹੈ, ਸਾਡੇ ਕੋਲ ਉਹਦੇ ਪੈਰਲਲ ਪਹੁੰਚ ਖੜੀ ਕਰਨ ਦੀ ਬਜਾਏ ਉਹਨੂੰ ਰੱਦਣ ਦੇ ਬਹੁਤ ਸਾਰੇ ਤਰੀਕੇ ਨੇ। ਜਿਵੇਂ ਪਿਛਲੇ ਦਿਨੀ ਫਿਲਹਾਲ ਦੇ ਬਾਰੇ ਵੀ ਟਿੱਪਣੀਆਂ ਆਉਂਦੀਆਂ ਨੇ, ਜਾਂ ਪ੍ਰੀ ਪੋਇਟਿਕ ਹੈ, ਹੁਣ ਇਹਨਾਂ ਦਿਨਾਂ ਦੇ ਵਿੱਚ ਮੈਗਜ਼ੀਨ ਆਇਆ, ਹੈ ਨਾ। ਬਹੁਤ ਸਾਰੇ ਘੱਟ ਲੋਕਾਂ ਨੇ ਉਸ ਨੂੰ ਵਧਾਈ ਦਿੱਤੀ ਹੈ। ਮੈਂ ਫੇਸਬੁੱਕ 'ਤੇ ਵੇਖਦਾ, ਦਿੱਤੀ ਬਹੁਤ ਨੇ, ਪਰ ਬਹੁਤ ਘੱਟ ਲੋਕਾਂ ਨੇ। ਹਾਲਾਂਕਿ ਉਹਨੂੰ ਹੱਲਾਸ਼ੇਰੀ ਦੇਣ ਦੀ ਜ਼ਰੂਰਤ ਸੀ। ਇਹ ਵਿਚਾਰਧਾਰਕ ਧੜੇ ਬੰਦੀਆਂ ਹੀ ਨੇ, ਹੋਰ ਇਹ ਕੁਛ ਨਹੀਂ ਹੈ। ਮੈਨੂੰ ਲੱਗਦਾ ਕਿ ਇਹਨਾਂ ਦੇ ਵਿੱਚੋਂ ਨਿਕਲਣਾ ਕੁਛ ਨਹੀਂ ਹੈ। ਇਹਦੇ ਨਾਲ ਇੱਕ ਸਾਂਝ ਦਾ ਨੁਕਸਾਨ ਇਹ ਹੁੰਦਾ ਕਿ ਤੁਹਾਨੂੰ ਫਿਰ ਗੋਲਿਆ ਜਾਂਦਾ ਕਿ ਤੁਸੀਂ ਧੜੇ ਕਿਹੜੇ ਦੇ ਵਿੱਚੋਂ। ਹਾਲਾਂਕਿ ਮੇਰਾ ਕੋਈ ਪਰਸਨਲ ਤੌਰ 'ਤੇ ਨਿੱਜੀ ਧੜਾ ਨਹੀਂ ਹੈ, ਪਰ ਜਿਹੜੇ ਮੇਰੇ ਅਧਿਆਪਕ ਨੇ, ਮੈਂ ਜਦੋਂ ਉਸ ਪੱਖ ਤੋਂ ਉਹਨਾਂ ਦੇ ਰਿਕਮੈਂਡ ਕੀਤੇ ਹੋਏ ਬੰਦਿਆਂ ਬਾਰੇ ਦੇਖਦਾ, ਸੋਚਦਾ, ਤਾਂ ਮੈਨੂੰ ਲੱਗਦਾ ਕਿ ਕੀ ਠੀਕ ਹੈ ਕੀ ਗਲਤ ਹੈ। ਮੈਂ ਇਸ ਪੱਖ ਤੋਂ ਦੇਖਦਾ ਨਾ, ਮੈਂ ਉਹਨਾਂ ਨਾਲ ਖੜ੍ਹਨ ਦੀ ਕਦੇ ਕੋਸ਼ਿਸ਼ ਨਹੀਂ ਕਰੀ। ਵੋਟਾਂ ਵੀ ਹੁੰਦੀਆਂ ਨੇ ਸਾਹਿਤ ਅਕੈਡਮੀ ਦੀਆਂ। ਜਾਂ ਕਹਾਣੀ ਕਿਹੜੀ ਪੜ੍ਹਨੀ ਹੈ, ਮੈਂ ਨਾਵਲ ਪਿਛਲੇ ਦਿਨ ਸੁਖਜੀਤ ਦੀ ਕਹਾਣੀ ਆਉਂਦੀ ਹੈ। ਮੈਂ ਇਹਨਾਂ ਦਿਨਾਂ ਦੇ ਵਿੱਚ ਸੁਖਜੀਤ ਬਾਰੇ ਇੱਕ ਕੰਮ ਛੋਟਾ ਜਿਹਾ ਕਰ ਰਿਹਾ ਸੀ। ਮੈਂ 3-4 ਮਿੱਤਰਾਂ ਨੂੰ ਪੁੱਛਿਆ ਵੀ ਸੁਖਜੀਤ ਬਾਰੇ ਕਿੰਨੇ ਇੱਕ ਪੇਪਰ ਜਿਹੜੇ ਆਲੋਚਨਾ ਦੇ ਲਿਖੇ ਗਏ ਨੇ, ਕਿਸੇ ਨੂੰ ਇੱਕ ਨਹੀਂ ਲੱਭਿਆ। ਤਾਂ ਫਿਰ ਤਨਵੀਰ ਨੇ ਇੱਕ ਭੇਜਿਆ ਮੈਨੂੰ, ਫਿਲਹਾਲ ਦੇ ਵਿਸ਼ਾ ਪਿਆ ਹੋਇਆ ਸੀ, ਮੈਂ ਰੇਪ ਨੂੰ ਇੰਜੋਏ ਕਰਦੀ ਹਾਂ। ਮਤਲਬ ਕਿ ਸੁਖਜੀਤ ਬਹੁਤ ਵੱਡਾ ਬੰਦਾ। ਸੁਖਜੀਤ ਕਿਸੇ ਦੀ ਕੋਈ ਪਰਵਾਹ ਨਹੀਂ ਕਰਦਾ। ਸਾਨੂੰ ਇਸ ਤਰ੍ਹਾਂ ਦੇ ਸਿਰਜਕਾਂ ਦੀ ਬਹੁਤ ਜ਼ਰੂਰਤ ਹੈ ਕਿ ਉਹ ਆਪਣੀ ਕਿਤਾਬ ਦਿੰਦੇ ਨੇ, ਕੌਣ ਉਸ ਕਿਤਾਬ ਬਾਰੇ ਕੀ ਕਹਿੰਦਾ, ਕੀ ਨਹੀਂ ਕਹਿੰਦਾ। ਮੈਨੂੰ ਲੱਗਦਾ ਕਿ ਉਸ ਗੱਲ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਜੇ ਤੁਹਾਡੇ ਵਿਰੋਧ ਵਿੱਚ ਵੀ ਕੋਈ ਡਾਇਲੋਗ ਉਸਰ ਰਿਹਾ ਤਾਂ ਉਹਦਾ ਸਵਾਗਤ ਕਰਨਾ ਚਾਹੀਦਾ, ਜਾਂ ਉਹਦੇ ਪੈਰਲਲ। ਜਿਵੇਂ ਬਹੁਤ ਵੱਡੀਆਂ ਗੱਲਾਂ ਨੀਤੂ ਨੇ ਪਿਛਲੇ ਸਾਲਾਂ ਦੇ ਵਿੱਚ ਕੀਤੀਆਂ। ਉਹ ਇੱਕ ਗੱਲ ਇਹ ਸੀ ਕਿ ਗੁਰਬਚਨ ਸਿੰਘ ਭੁੱਲਰ ਪੰਜਾਬੀ ਦਾ ਬਹੁਤ ਵੱਡਾ ਗਲਪਕਾਰ ਹੈ। ਉਹਨੇ ਇਹ ਜਨਮ ਤੁਮਾਰੇ ਲੇਖੇ, ਸ਼ਾਇਦ ਨਾਵਲ ਦਾ ਨਾਮ ਹੈ, ਉਹ ਨਾਵਲ ਲਿਖਿਆ। ਤਾਂ ਨੀਤੂ ਨੂੰ ਲੱਗਿਆ ਕਿ ਇਹ ਨਾਵਲ ਅੰਮ੍ਰਿਤਾ ਬਾਰੇ ਆ। ਤਾਂ ਨੀਤੂ ਨੇ 1.5 ਸਾਲ ਲਾ ਕੇ ਅੰਮ੍ਰਿਤਾ ਦੀ ਇਕੱਲੀ ਬਰੀਕ ਤੋਂ ਬਰੀਕ ਗੱਲ ਪੜ੍ਹੀ,
ਕੱਲਾ ਕੱਲੀ ਕਹਾਣੀ, ਨਾਵਲ, ਕਵਿਤਾ ਪੜ੍ਹੀ ਅਤੇ ਉਹਦੇ ਪੈਰਲਲ ਆਪਣਾ ਇੱਕ ਥੀਸਜ ਉਲੀਕਿਆ ਅਤੇ ਉਹਦਾ ਜਵਾਬ ਫਿਲਹਾਲ ਦੇ ਵਿੱਚ ਹੈ ਸ਼ਾਇਦ, ਜਾਂ ਹੁਣ ਦੇ ਵਿੱਚ ਹੈ, ਗੁਰਬਚਨ ਸਿੰਘ ਭੁੱਲਰ ਨੇ ਦਿੱਤਾ। ਇਹ ਖੂਬਸੂਰਤੀ ਹੈ ਲਿਟਰੇਚਰ ਦੀ ਕਿ ਆਪਣੀ ਗੱਲ ਉਹ ਸਾਰੋ। ਇਹਨਾਂ ਦਿਨਾਂ ਦੇ ਵਿੱਚ ਵੀ ਤੁਸੀਂ ਵੇਖ ਲਓਗੇ ਕਿ ਕਿਸਾਨ ਮੂਵਮੈਂਟਸ ਬਾਰੇ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਨੇ, ਅਸੀਂ ਰੱਦ ਕਰ ਦਿੰਦੇ ਹਾਂ ਵੀ ਫਲਾਨਾ ਬੰਦਾ ਇਹਨੇ ਐ ਕੀਤਾ, ਰੱਦ ਹੈ ਜੀ ਸਾਡੇ ਵੱਲੋਂ। ਜੇ ਇਹ 'ਚ ਰਲਦਾ ਤਾਂ ਅਸੀਂ ਨਹੀਂ ਸਹਿਮਤ ਹੈਗੇ ਜੀ, ਮੈਂ ਵੀ ਛੱਡ ਦੂੰਗਾ ਤੁਹਾਨੂੰ। ਦੂਜੀ ਧਿਰ ਦੂਜੀ, ਅਸੀਂ ਐਂ ਪਾੜ, ਮੈਨੂੰ ਲੱਗਦਾ ਕਿ ਸੰਵਾਦ ਉੱਥੇ ਹੁੰਦਾ ਜਦੋਂ ਇੱਕ ਗੱਲ ਦੂਸਰੀ ਗੱਲ ਨਾਲ ਖਹਿੰਦੀ ਹੈ ਅਤੇ ਤੀਜੀ ਗੱਲ ਕੋਈ ਨਿਕਲਦੀ ਹੈ। ਸਾਡੀ ਆਲੋਚਨਾ ਦੇ ਵਿੱਚ ਤੀਜੀ ਗੱਲ ਹੀ ਨਹੀਂ ਨਿਕਲ ਰਹੀ ਕੋਈ। ਅਸੀਂ ਬੜੇ ਅੰਦਰੋਂ ਨਫ਼ਰਤ ਨਾਲ ਭਰੇ ਹੋਏ ਹਾਂ ਜਦੋਂ ਕਿਸੇ ਕਿਤਾਬ ਬਾਰੇ ਗੱਲ ਕਰਦੇ ਹਾਂ। ਮੈਨੂੰ ਲੱਗਦਾ ਕਿ ਠੀਕ ਗੱਲ, ਮੇਰੀ ਕਿਤਾਬ ਦਾ ਨੋਟਸ ਕੌਣ ਲੈਂਦਾ, ਨਹੀਂ ਲੈਂਦਾ, ਮੈਨੂੰ ਇਸ ਗੱਲ ਨਾਲ ਬਹੁਤਾ ਤਾਲੁਕ ਨਹੀਂ ਹੈ। ਮੈਨੂੰ ਲੱਗਦਾ ਕਿ ਮੈਂ ਜਿਹੜੀ ਗੱਲ ਕਰੀ ਹੈ ਉਹ ਗੱਲ ਕਿਸ ਤਰੀਕੇ ਨਾਲ ਸਮਾਜ ਦੇ ਵਿੱਚ ਗਈ ਹੈ ਅਤੇ ਕਿਹੜੇ ਪਾਠਕ ਨੇ ਪੜ੍ਹਨ ਤੋਂ ਬਾਅਦ ਮੈਨੂੰ ਸਿੱਧੇ ਇਹ ਕਿਹਾ ਵੀ ਮੈਨੂੰ ਆਹ ਤੁਹਾਡੀ ਕਿਤਾਬ ਬੜੀ ਪਸੰਦ ਹੈ। ਮੈਨੂੰ ਲੱਗਦਾ ਕਿ ਇਹੀ ਭਾਰਤੀ ਸਾਹਿਤ ਅਕਾਡਮੀ ਦੇ ਅਵਾਰਡ ਤੋਂ ਕਿਤੇ ਵੱਡਾ ਅਵਾਰਡ ਹੈ। ਪ੍ਰੋਫੈਸਰ ਸਾਹਿਬ, ਪਹਿਲਾਂ ਜੀਵਨੀ ਲਿਖੀ ਜਾਂਦੀ ਸੀਗੀ ਤੇ ਹੁਣ ਉਹਦੀ ਜਗ੍ਹਾ ਇਸ ਤਰ੍ਹਾਂ ਲੱਗਦਾ ਜਿਵੇਂ ਰੇਖਾ ਚਿੱਤਰ ਨੇ ਲੈ ਲਈ ਹੋਵੇ। ਕੀ ਹੁਣ ਜਿਹੜੀ ਜੀਵਨੀ ਸਾਹਿਤ ਹੈਗਾ ਉਹ ਬਿਲਕੁਲ ਖਤਮ ਹੋ ਕੇ ਉਹਦੀ ਜਗ੍ਹਾ ਹੁਣ ਰੇਖਾ ਚਿੱਤਰ ਲੈ ਲਊਗਾ? ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ। ਮੈਨੂੰ ਲੱਗਦਾ ਕਿ ਸਾਨੂੰ ਨਾ ਇਹਨੂੰ ਥੋੜ੍ਹਾ ਮਾਰਕਸੀ ਐਂਗਲ ਤੋਂ ਸਮਝਣ ਦੀ ਜ਼ਰੂਰਤ ਹੈਗੀ ਹੈ ਕਿ ਰੂਪ ਕੋਈ ਕਿਵੇਂ ਪੈਦਾ ਹੁੰਦਾ। ਮੈਨੂੰ ਲੱਗਦਾ ਕਿ ਕੋਈ ਗੱਲ ਹੁੰਦੀ ਹੈ ਜਿਹੜੀ ਨੇ ਆਪਣੇ ਆਪ ਰੂਪ ਕ੍ਰੀਏਟ ਕਰ ਲੈਣਾ ਹੁੰਦਾ। ਤੁਸੀਂ ਕਹੋਗੇ ਕਿ ਮਿੰਨੀ ਕਹਾਣੀ ਆ, ਤਨਵੀਰ ਨੇ ਬਹੁਤ ਸਮਾਂ ਪਹਿਲਾਂ ਜਦੋਂ ਕਿਸਾਨ ਮੂਵਮੈਂਟ ਚੱਲੀ ਇੱਕ 4 ਸਤਰਾਂ ਲਿਖੀਆਂ, ਉਹਨੂੰ ਰਵੀਸ਼ ਕੁਮਾਰ ਨੇ ਨੋਟਸ ਲਿਆ ਉਹ ਕਿ ਉਹਦੇ ਕੋਲ ਉਨੀ ਕੁ ਗੱਲ ਸੀ, ਉਹ ਕਵਿਤਾ ਦੇ ਵਿੱਚ ਨਹੀਂ ਆਈ, ਉਹ ਆਪਣਾ ਰੂਪ ਲੈ ਕੇ ਆ ਗਈ। ਉਹ ਮਿੰਨੀ ਕਹਾਣੀ ਹੈ, ਉਹ ਗਦ ਕਵਿਤਾ ਹੈ, ਉਹ ਬਰਤਾਨ ਦਾ ਇੱਕ ਛੋਟਾ ਜਿਹਾ ਕਿਣਕਾ ਡਾਇਲੋਗ ਹੈ। ਉਹ ਕੀ ਹੈ? ਮੈਨੂੰ ਲੱਗਦਾ ਕਿ ਜੀਵਨੀ ਵੀ ਲਿਖੀ ਜਾਂਦੀ ਰਹੂਗੀ, ਰੇਖਾ ਚਿੱਤਰ ਵੀ ਲਿਖੇ ਜਾਂਦੇ ਰਹਿਣਗੇ। ਮੈਨੂੰ ਲੱਗਦਾ ਕਿ ਜੀਵਨੀ ਵੱਖਰੀ ਵਿਧਾ ਅਤੇ ਰੇਖਾ ਚਿੱਤਰ ਵਿਧਾ ਵੱਖਰੀ ਹੈ। ਪਰ ਮੈਨੂੰ ਲੱਗਦਾ ਕਿ ਸਾਨੂੰ ਨਾ ਟਰਡੀਸ਼ਨਲ ਜਿਹੜੀਆਂ ਪਰਿਭਾਸ਼ਾਵਾਂ ਬਣਾਈਆਂ ਹੋਈਆਂ ਨੇ ਲਿਟਰੇਚਰ ਦੀਆਂ ਕਿ ਇਹ ਜੀਵਨੀ ਐਂ ਹੁੰਦੀ ਹੈ ਜੀ ਕਿਸੇ ਦੇ ਜੀਵਨ ਬਾਰੇ। ਮੈਨੂੰ ਲੱਗਦਾ ਕਿ ਜੀਵਨੀ ਦੇ ਵਿੱਚ ਸਭ ਤੋਂ ਵੱਧ ਜੇਕਰ ਦਖਲ ਹੁੰਦਾ ਤਾਂ ਉਹ ਸਿਰਜਕ ਦੀ ਵਿਚਾਰਧਾਰਾ ਦਾ ਹੁੰਦਾ। ਹੁਣ ਤੁਸੀਂ ਅਜਮੇਰ ਸਿੰਘ ਔਲਖ ਦੀ ਜੀਵਨੀ ਲਿਖਣਾ ਚਾਹੁੰਦੇ ਹੋ ਜੀ, ਜਾਂ ਤੁਸੀਂ ਦੇਵਨੀਤ ਦੀ ਜੀਵਨੀ ਲਿਖਣਾ ਚਾਹੁੰਦੇ ਹੋ, ਤੁਸੀਂ ਮਨਮੋਹਨ ਦੀ ਲਿਖਣਾ ਚਾਹੁੰਦੇ ਹੋ, ਤੁਸੀਂ ਸਭੀ ਦੀ ਲਿਖਣਾ ਚਾਹੁੰਦੇ ਹੋ, ਗੁਰਪ੍ਰੀਤ ਦੀ ਲਿਖਣਾ ਚਾਹੁੰਦੇ ਹੋ, ਜਾਂ ਤੁਸੀਂ ਨਵਤੇਜ ਭਾਰਤੀ ਦੀ, ਅਮਰਜੀਤ ਚੰਦਨ ਦੀ ਲਿਖਣਾ ਚਾਹੁੰਦੇ ਹੋ। ਹੁਣ ਚੰਦਨ ਬਾਰੇ ਤੁਹਾਡੀ ਇੱਕ ਰਾਏ ਬਣ ਗਈ ਆ। ਤੁਸੀਂ ਚੰਦਨ ਦੀ ਜੀਵਨੀ ਜਦੋਂ ਲਿਖਦੇ ਹੋ ਤੁਸੀਂ ਉਹ ਪੱਖ ਬਹੁਤ ਵੱਡੇ ਪੱਧਰ 'ਤੇ ਉਭਾਰੋਗੇ। ਤੁਸੀਂ ਪਿੰਡਾਂ ਦੇ ਵਿੱਚ ਜਾਓਗੇ, ਉਹਦੇ ਵਿੱਚ ਉਹ ਫੈਕਟ ਇਕੱਠੇ ਕਰੋਗੇ, ਫੈਕਟ ਇਕੱਠੇ ਕਰਕੇ ਜਿਹੜੇ ਤੁਹਾਡੀ ਵਿਚਾਰਧਾਰਾ ਦੇ ਅਕੋਰਡਿੰਗ ਫਿੱਟ ਪੈਂਦੇ ਹੋਣ। ਜਿਵੇਂ ਇਸ ਤਰ੍ਹਾਂ ਦੇ ਬਹੁਤ ਸਾਰੇ ਦੋਸ਼ ਲੱਗਦੇ ਆ ਵੀ ਆਹ ਕਿਤਾਬ ਜਦੋਂ ਹਰਮਨ ਹੋਰਾਂ ਨੇ ਕਿਤਾਬ ਛਾਪੀ, ਉਸ ਕਿਤਾਬ ਦਾ ਮੈਂ ਨਾਂ ਭੁੱਲ ਗਿਆ, ਵਾਰਤਕ ਦੀ ਕਿਤਾਬ ਸੀ ਅੰਤਾਰ ਦੀ। ਉਹ ਉਹਨਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਲੱਗਿਆ, ਕ੍ਰਿਟਿਕਾਂ ਨੂੰ ਲੱਗਿਆ, ਪਾਠਕਾਂ ਨੂੰ, ਮੈਨੂੰ ਵੀ ਲੱਗਿਆ ਕਿ ਇਹ ਬੰਦੇ ਆਪਣੀ ਜਿਹੜੀ ਵਿਚਾਰਧਾਰਾ ਹੈ ਉਹ ਸਮਾਜ ਦੇ ਵਿੱਚ ਲਿਜਾ ਰਹੇ ਨੇ। ਜਿਵੇਂ ਅੱਜ ਕੱਲ੍ਹ ਪਰਵਿੰਦਰ ਸ਼ੌਂਕੀ ਕਰ ਰਿਹਾ। ਪਰਵਿੰਦਰ ਸ਼ੌਂਕੀ ਬਹੁਤ ਹੀ ਕਮਾਲ ਦਾ ਬੰਦਾ, ਬਹੁਤ ਜ਼ਿਆਦਾ ਪੜ੍ਹਦਾ ਮੈਨੂੰ ਲੱਗਦਾ ਸਾਡੇ ਨਵਿਆਂ ਦੇ ਵਿੱਚੋਂ, ਸਾਰਿਆਂ 'ਚੋਂ ਆਪਣੇ 'ਚੋਂ। ਉਹ ਜਿਹੜੀਆਂ ਗੱਲਾਂ ਉਸਾਰ ਰਿਹਾ ਉਹ ਗੱਲਾਂ ਅੱਜ ਤੋਂ ਪਹਿਲਾਂ ਨਹੀਂ ਆਈਆਂ। ਮੈਨੂੰ ਲੱਗਦਾ ਕਿ ਹੁਣ ਉਹ ਉਸਰਨਗੀਆਂ। ਹੁਣ ਜੇ ਉਹ ਜਦੋਂ ਮਤਲਬ ਸ਼ਬਦ ਅੱਜ ਕੱਲ੍ਹ ਕਰ ਰਿਹਾ, ਸਾਰਤਰ ਦੀ ਜੀਵਨੀ ਕਰ ਰਿਹਾ ਨਾ, ਜਾਂ ਜੋ ਵੀ ਆਟੋਬਾਇਓਗ੍ਰਾਫੀ ਕਰ ਰਿਹਾ, ਤਾਂ ਉਹ ਬੰਦੇ ਮੈਨੂੰ ਲੱਗਦਾ ਕਿ ਜਦੋਂ ਮੈਂ ਕਿਸੇ ਬਾਰੇ ਜੀਵਨੀ ਲਿਖਣੀ ਸ਼ੁਰੂ ਕਰੂੰਗਾ ਤਾਂ ਮੈਨੂੰ ਕਿਹੜੇ ਫੈਕਟ ਨੇ ਜਿਹੜੇ ਮੇਰੇ ਪੱਖ 'ਚ ਭੁਗਤਦੇ ਲੱਗਦੇ ਨੇ, ਮੈਂ ਉਹ ਪੇਸ਼ ਕਰੂੰਗਾ। ਰੇਖਾ ਚਿੱਤਰ ਦਾ ਮਸਲਾ ਵੀ ਇਹੀ ਆ। ਰੇਖਾ ਚਿੱਤਰ 'ਚ ਤੁਸੀਂ ਕਿਸੇ ਬੰਦੇ ਨੂੰ ਰੱਦ ਕਰਨਾ, ਤੁਸੀਂ ਨਿੰਦਰ ਘੁਗਿਆਣਵੀ ਦਾ ਰੇਖਾ ਚਿੱਤਰ ਪੜ੍ਹ ਲਓ, ਕਿਰਪਾਲ ਖਜ਼ਾਕ ਬਾਰੇ, ਉਹਨੇ ਛੱਡਿਆ ਹੀ ਕੁਛ ਨਹੀਂ। ਜਾਂ ਤੁਸੀਂ ਗਾਰਗੀ ਦਾ ਪੜ੍ਹ ਲਿਓ, ਜਾਂ ਤੁਸੀਂ ਕਦੇ ਬਹੁਤ ਗੰਭੀਰ ਗੱਲਬਾਤ ਡਾਕਟਰ ਕੁਲਵੀਰ ਕਰਦਾ ਹੁੰਦਾ ਅਕਸਰ, ਉਹਦਾ ਸੁਖਨ ਲੋਕ ਚੈਨਲ ਹੈਗਾ, ਉਹਦੇ 'ਤੇ ਅਜੀਤ ਕੌਰ ਦੀ ਗੱਲਬਾਤ ਹੈ ਕਿ ਗਾਰਗੀ ਕਿਸ ਤਰ੍ਹਾਂ ਦਾ ਬੰਦਾ ਸੀ, ਹੈ ਨਾ। ਗਾਰਗੀ ਬਾਰੇ ਮੈਂ ਕੀ ਜੀਵਨੀ 'ਚੋਂ ਪੜ੍ਹਿਆ ਨਾ, ਉਹਦੀ ਸਵੈ ਜੀਵਨੀ 'ਚੋਂ ਮੈਂ ਕੀ ਪੜ੍ਹਿਆ, ਉਹਦੇ ਰੇਖਾ ਚਿੱਤਰਾਂ 'ਚੋਂ ਕੀ ਪੜ੍ਹਿਆ, ਉਹਦੇ ਨਾਵਲ 'ਚੋਂ ਕੀ ਪੜ੍ਹਿਆ, ਉਹਦੀ ਵਾਰਤਕ 'ਚੋਂ ਕੀ ਪੜ੍ਹਿਆ। ਪਰ ਜਦੋਂ ਅਜੀਤ ਕੌਰ ਕਰਦੀ ਹੈ ਤਾਂ ਗਾਰਗੀ ਬਿਲਕੁਲ ਵੱਖਰੀ ਭਾਂਤ ਦਾ ਬੰਦਾ ਨਜ਼ਰ ਆਉਂਦਾ। ਉਹਦਾ ਕਾਰਨ ਹੈ ਕਿ ਅਸੀਂ ਆਪਣੀ ਵਿਚਾਰਧਾਰਾ ਦੇ ਅਕੋਰਡਿੰਗ ਬੰਦੇ ਨੂੰ ਜੀਵਨੀ ਦੇ ਵਿੱਚ ਵੀ ਜਾਂ ਰੇਖਾ ਚਿੱਤਰਾਂ ਦੇ ਵਿੱਚ ਵੀ ਫਿੱਟ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਹ ਮੇਰੀ ਵੀ ਸਮੱਸਿਆ ਰਹੀ ਹੋਣੀ ਆ ਕਿ ਮੈਂ ਕਿਹੜੇ ਬੰਦੇ ਚੁਣੇ ਅਤੇ ਕਿਉਂ ਚੁਣੇ ਉਹਨਾਂ ਬਾਰੇ, ਕਿਉਂਕਿ ਮੇਰਾ ਜਿਹੜਾ ਅੰਦਰ ਮੇਰੇ ਨਾ ਕਿਤੇ ਇੱਕ ਕੋਨੇ ਦੇ ਵਿੱਚ 84 ਬਾਰੇ ਬਹੁਤ ਕੁਛ ਧੁਖ ਰਿਹਾ। ਮੈਂ ਅਕਸਰ ਪੜ੍ਹਦਾ ਰਹਿੰਦਾ ਉਹਦੇ ਬਾਰੇ। ਤਾਂ ਤਨਵੀਰ ਬਾਰੇ ਵੀ ਜਦੋਂ ਮੈਂ ਰੇਖਾ ਚਿੱਤਰ ਲਿਖਦਾ, ਸਤਿਗੁਰ ਸਿੰਘ ਬਾਰੇ ਵੀ ਮੈਂ ਰੇਖਾ ਚਿੱਤਰ ਲਿਖਦਾ, ਜਾਂ ਸੁਖਦੇਵ ਸਿਰਸੇ ਬਾਰੇ ਵੀ ਰੇਖਾ ਚਿੱਤਰ ਮੈਂ ਲਿਖਦਾ, ਤਾਂ ਮੈਂ ਸੰਤ ਜੀ ਦਾ ਜ਼ਿਕਰ ਲੈ ਕੇ ਆਉਣਾ। ਹੁਣ ਉਹਦੇ ਕਾਰਨ ਮੇਰੇ ਨਿੱਜੀ ਕਾਰਨ ਨੇ। ਉਹ ਹੋ ਸਕਦਾ ਲੋਕ, ਹੁਣ ਤਨਵੀਰ ਨੇ ਇੱਕ ਵਾਰੀ ਕਿਹਾ ਕਿ ਮੈਂ 2 ਵਾਰੀ ਵੇਖੇ ਸੰਤ ਜੀ, ਅਤੇ ਜਦੋਂ ਮੈਂ ਦੇਖਦਾ ਨਾ ਮੇਰਾ ਰੋਣ ਨਿਕਲ ਜਾਂਦਾ। ਉਹਦੇ ਅੰਦਰ ਕੁਛ ਦੱਬਿਆ ਹੋਇਆ,
ਇਸ ਤਰ੍ਹਾਂ ਹੀ ਸੁਖਦੇਵ ਸਿੰਘ ਕਹਿੰਦਾ ਉਹ ਫਕੀਰ ਕਿਸਮ ਦਾ ਬੰਦਾ ਸੀ। ਜੀ ਹੁਣ ਮਸਲਾ ਕੀ ਹੈ ਕਿ ਮੈਨੂੰ ਉਹ ਲੱਗਿਆ ਕਿ ਆਹ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ, ਮੈਨੂੰ ਲਿਆਉਣੀ ਚਾਹੀਦੀ ਹੈ। ਹਾਲਾਂਕਿ ਹੋ ਸਕਦਾ ਸੁਖਦੇਵ ਸਿੰਘ, ਤਨਵੀਰ ਤੇ ਸਤਿਗੁਰੂ ਸਿੰਘ ਉਹ ਗੱਲਾਂ ਨੂੰ ਦਬਾਉਣਾ ਚਾਹੁੰਦੇ ਹੋਣ। ਤਾਂ ਵਿਚਾਰਧਾਰਕ ਦਖਲ ਬਹੁਤ ਹੁੰਦਾ ਸਿਰਜਕ ਦਾ, ਇਹਦੇ ਤੋਂ ਨਹੀਂ। ਪਰ ਜੀਵਨੀ ਵੀ ਲਿਖੀ ਜਾਂਦੀ ਰਹੂਗੀ, ਰੇਖਾ ਚਿੱਤਰ ਵੀ ਵੱਖਰੀਆਂ ਵੱਖਰੀਆਂ ਵਿਧਾਵਾਂ ਨੇ, ਪਰ ਸਾਨੂੰ ਐ ਨਹੀਂ ਕਰਨਾ ਚਾਹੀਦਾ ਵੀ ਰੇਖਾ ਚਿੱਤਰ ਇੱਕ ਲਕੀਰ ਖਿੱਚਦੀ ਹੈ ਜੀ, ਜੀਵਨੀ ਇੱਕ ਉਵੇਂ ਦੀ ਮਸਲਾ ਨਹੀਂ ਹੁੰਦਾ, ਇਹ ਐਸਟੈਬਲਿਸ਼ ਹੁੰਦੀਆਂ ਰਹਿਣਗੀਆਂ। ਪ੍ਰੋਫੈਸਰ ਸਾਹਿਬ, ਤੁਹਾਡਾ ਆਲੋਚਨਾ ਦੇ ਵਿੱਚ ਕਾਫੀ ਵਧੀਆ ਕੰਮ ਆਗਾ ਅਤੇ ਤੁਸੀਂ ਉਹਦੇ ਵਿੱਚ ਸਰਗਰਮ ਰਹਿੰਦੇ ਹੋ, ਪਰਚੇ ਵੀ ਪੜ੍ਹਦੇ ਹੋ। ਅਤੇ ਜੇ ਆਪਾਂ ਨਵੀਂ ਪੰਜਾਬੀ ਆਲੋਚਨਾ ਦੀ ਗੱਲ ਕਰੀਏ, ਉਹ ਕਿਸ ਵਿਚਾਰਧਾਰਾ ਦੇ ਵਿੱਚ ਬੱਝੀ ਹੋਈ ਆ, ਜਾਂ ਵਿਚਾਰਧਾਰਾ ਦੇ ਮੁਕਤ ਹੋ ਰਹੀ ਆ, ਵਿਚਾਰਧਾਰਾ ਤੋਂ ਮੁਕਤ ਹੋਣੀ ਚਾਹੀਦੀ ਹੈ? ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸਲ ਨਾਲ ਗੱਲ ਇਸ ਤਰ੍ਹਾਂ ਹੈ ਕਿ ਸਾਡੇ ਜਦੋਂ ਜਿਹੜੇ ਆਲੋਚਨਾ ਦੇ ਸੰਦ ਨੇ ਨਾ, ਉਹ ਮਾਰਕਸਿਜ਼ਮ ਦੇ ਬਹੁਤ ਨੇੜੇ ਆ। ਜਦੋਂ ਸਾਨੂੰ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਇਆ ਜਾਂਦਾ, ਭਾਵੇਂ ਐਮਫਿਲ ਕਰੀਏ ਭਾਵੇਂ PhD ਕਰੀਏ, ਤਾਂ ਮਾਰਕਸਿਜ਼ਮ ਦੀਆਂ ਪੜਤਾਂ ਵਾਲੀਆਂ ਬਹੁਤ ਸਾਰੀਆਂ ਕਿਤਾਬਾਂ ਸਾਨੂੰ ਰਿਕਮੈਂਡ ਹੁੰਦੀਆਂ ਨੇ। ਤੁਸੀਂ ਕਿਸੇ ਵੀ ਬੰਦੇ ਕੋਲ ਚਲੇ ਜਾਓ ਯੂਨੀਵਰਸਿਟੀ ਦੇ ਵਿੱਚ, 20-25 ਕਿਤਾਬਾਂ ਦੇ ਵਿੱਚੋਂ ਤੁਹਾਨੂੰ ਜ਼ਿਆਦਾਤਰ ਮਾਰਕਸੀ ਪੜਤ ਵਾਲੀਆਂ ਕਿਤਾਬਾਂ। ਇਹਦਾ ਮਤਲਬ ਇਹ ਨਹੀਂ ਕਿ ਉਹ ਕਿਤਾਬਾਂ ਠੀਕ ਜਾਂ ਗਲਤ ਨੇ, ਬਹੁਤ ਖੂਬਸੂਰਤ ਕਿਤਾਬਾਂ ਨੇ, ਬਹੁਤ ਕਮਾਲ ਦੇ ਉਹਨਾਂ ਦੇ ਨੁਕਤੇ ਨੇ। ਪਰ ਮੈਨੂੰ ਅਕਸਰ ਲੱਗਦਾ ਹੁੰਦਾ ਕਿ ਤੁਹਾਡਾ ਪਾਠ ਕੀ ਕਹਿੰਦਾ। ਤਨਵੀਰ ਨੇ ਇੱਕ ਬਹੁਤ ਖੂਬਸੂਰਤ ਗੱਲ ਕਰੀ ਸੀ ਉਦੈ ਪ੍ਰਕਾਸ਼ ਦੀ ਕਹਾਣੀ ਬਾਰੇ। ਹਿੰਦੀ ਦਾ ਬਹੁਤ ਕਮਾਲ ਦਾ ਸਿਰਜਕ ਹੈ। ਉਦੈ ਪ੍ਰਕਾਸ਼ ਨੇ ਕਹਾਣੀ ਲਿਖੀ ਅਤੇ ਆਲੋਚਕ ਕਹਿੰਦੇ ਇਹ ਕਹਾਣੀ ਹੈ ਹੀ ਨਹੀਂ। ਪਰ ਸਮੱਸਿਆ ਇਹ ਸੀ ਕਿ ਉਸ ਕਹਾਣੀ ਨੂੰ ਜਿਹੜੇ ਸੰਦਾਂ ਦੇ ਨਾਲ ਖੋਲ੍ਹਿਆ ਜਾ ਰਿਹਾ ਸੀ, ਮੈਂ ਸੰਦ ਸ਼ਬਦ ਵਰਤਦਾ, ਉਸ ਸੰਦਾਂ ਨਾਲ ਉਹ ਕਹਾਣੀ ਖੁੱਲ੍ਹਦੀ ਹੀ ਨਹੀਂ ਆ। ਕੋਈ ਮੰਨ ਲਓ ਪਾਠ ਦੇ ਵਿੱਚ ਕੀ ਪਿਆ ਹੋਇਆ, ਸਾਨੂੰ ਇਹ ਵੇਖਣ ਦੀ ਵੱਧ ਜ਼ਰੂਰਤ ਹੈ। ਸਾਡਾ ਬਾਦ ਕੀ ਕਹਿੰਦਾ, ਸਾਡੀ ਵਿਚਾਰਧਾਰਾ ਕੀ ਕਹਿੰਦੀ ਹੈ, ਸਾਨੂੰ ਛੱਡ ਲੈਣਾ ਚਾਹੀਦਾ। ਮੈਨੂੰ ਲੱਗਦਾ ਪਾਠ ਨੇ ਨਾ ਵਿਚਾਰਧਾਰਕ ਨੁਕਤੇ ਤੁਹਾਨੂੰ ਦੇਣੇ ਹੁੰਦੇ ਨੇ। ਇਹਨਾਂ ਦਿਨਾਂ ਦੇ ਵਿੱਚ ਮੈਂ ਸੁਖਜੀਤ ਦੀਆਂ ਕਹਾਣੀਆਂ 'ਤੇ ਆਪਣਾ ਕੰਮ ਕਰ ਰਿਹਾ। ਰੇਪ ਸ਼ਬਦ ਹੈ ਸਾਡੇ ਕੋਲ। ਸਾਡੇ ਪੰਜਾਬੀ ਚਿੰਤਨ ਨੇ ਜਾਂ ਸਾਡੇ ਕੋਲ ਨਵੇਂ ਖਾਸ ਕਰਕੇ ਲੋਕਾਂ ਨੇ ਰੇਪ ਨੂੰ ਜਿਸ ਤਰੀਕੇ ਨਾਲ ਸਮਝਣਾ ਚਾਹੀਦਾ ਸੀ ਉਸ ਤਰੀਕੇ ਨਾਲ ਸਮਝਿਆ ਨਹੀਂ ਹੈ। ਬੜਾ ਛੋਟਾ ਸ਼ਬਦ ਬਣਾ ਕੇ ਉਹਨਾਂ ਨੇ ਪੇਸ਼ ਕਰ ਲਿਆ। ਇਸ ਨੁਕਤੇ ਤੋਂ ਜਿਵੇਂ ਬਹੁਤ ਸਾਰੇ ਨਵੇਂ ਆਲੋਚਕ ਨੇ ਸਾਡੇ ਕੋਲ, ਨਵੇਂ ਪੁਰਾਣੇ ਆਲੋਚਕ ਨਹੀਂ ਮੈਨੂੰ ਲੱਗਦਾ ਹੁੰਦੇ। ਇਹਨਾਂ ਦਿਨਾਂ 'ਚ ਮੈਂ ਇੱਕ ਕਹਾਣੀ 'ਤੇ ਕੰਮ ਕਰਿਆ, ਕੈਰਮ ਬੋਰਡ ਕਹਾਣੀ ਹੈ ਦਰਸ਼ਨ ਜੋਗੇ ਦੀ। ਉਹ ਕਹਾਣੀ ਜਿਵੇਂ ਖੁੱਲ੍ਹਣੀ ਚਾਹੀਦੀ ਸੀ ਮੈਂ ਉਹ ਖੋਲ੍ਹਣ ਦੀ ਕੋਸ਼ਿਸ਼ ਕਰੀ। ਮੈਂ ਹਰਬੰਸ ਭੱਲਾ ਪਾਕਿਸਤਾਨ ਦਾ ਬਹੁਤ ਵੱਡਾ ਪੋਇਟ ਹੈ, ਉਹਦੀ ਕਿਤਾਬ ਬਾਰੇ 18-20 ਪੰਨਿਆਂ ਦਾ ਇੱਕ ਪੇਪਰ ਲਿਖਿਆ। ਉਹਦੀ ਕਿਤਾਬ ਜਿਵੇਂ ਖੁੱਲ੍ਹਣੀ ਚਾਹੀਦੀ ਸੀ, ਮੈਂ ਵਿਚਾਰਧਾਰਾ ਮੇਰੀ ਕੀ ਹੈ, ਮੈਂ ਸਟਰਕਚਰਲਿਜ਼ਮ ਨੂੰ ਕਰਦਾ ਜਾਂ ਮਾਰਕਸਿਜ਼ਮ ਨੂੰ ਕਰਦਾ, ਗੁਰਮਤ ਨੂੰ ਕਰਦਾ, ਇਹ ਛੱਡ ਕੇ ਉਹਦੀ ਸਿਰਜਣਾ ਕੀ ਕਹਿ ਰਹੀ ਹੈ, ਅਤੇ ਬਾਅਦ ਦੇ ਵਿੱਚ ਆਪਣੇ ਤਰੀਕੇ ਨਾਲ ਉਸ 'ਤੇ ਕਮੈਂਟ ਕਰਿਆ। ਅਤੇ ਪੰਜਾਬੀ ਦੇ ਵਿੱਚ ਬਹੁਤ ਕਮਾਲ ਦੇ ਜਿਵੇਂ ਸਿਰਜਨਾਤਮਕ ਆਲੋਚਨਾ ਸਾਹਮਣੇ ਆ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ। ਤਨਵੀਰ ਦਾ ਫਿਲਮਾਂ ਬਾਰੇ ਕੰਮ ਹੈ, ਜਿਵੇਂ ਸਕਰੀਨ ਬਾਰੇ ਬਹੁਤ ਖੂਬਸੂਰਤ ਕੰਮ ਹੈ। ਜਾਂ ਹੋਰ ਇਸ ਤਰ੍ਹਾਂ ਦੇ ਬੰਦੇ ਨੇ ਜਿਹੜੇ ਸਿਰਜਨਾਤਮਕ ਆਲੋਚਨਾ ਨੂੰ ਸਾਹਮਣੇ, ਜਿਵੇਂ ਯਾਦਵਿੰਦਰ ਹੈ, ਡਾਕਟਰ ਯਾਦਵਿੰਦਰ ਦਿੱਲੀ ਯੂਨੀਵਰਸਿਟੀ ਤੋਂ, ਡਾਕਟਰ ਜਗਵਿੰਦਰ ਜੋਧਾ ਜਾਂ ਨੀਤੂ ਨੇ ਬਹੁਤ ਪਿਛਲੇ ਦਿਨਾਂ ਦੇ ਵਿੱਚ ਨਾ ਬਹੁਤ ਖੂਬਸੂਰਤ ਕੰਮ ਕਰੇ। ਭਾਰਤੀ ਕਾਵਿ ਸ਼ਾਸਤਰ ਦੀ ਇੱਕ ਪੜਤ ਤਿਆਰ ਕਰ ਰਹੀ ਆ ਉਹ। ਬਲਦੇਵ ਸਿੰਘ ਢਾਲੀਵਾਲ ਦਾ ਕੰਮ ਆਉਂਦਾ, ਨਵਾਂ ਪੁਰਾਣਾ ਨਹੀਂ ਮੈਂ ਕਹਿੰਦਾ, ਆਲੋਚਕ ਨੂੰ ਬਹੁਤ ਵੱਡੇ ਸਾਡੇ ਸਤਿਕਾਰਤ ਨੇ। ਵੀ ਕਹਾਣੀ ਸਾਨੂੰ ਕਿਵੇਂ ਪੜ੍ਹਨੀ ਚਾਹੀਦੀ ਹੈ। ਗੁਰਬਚਨ ਸਿੰਘ ਭੁੱਲਰ ਦੀ ਕਿਤਾਬ ਆਉਂਦੀ ਹੈ ਇਹਨਾਂ ਦਿਨਾਂ ਦੇ ਵਿੱਚ, ਉਹਨੇ ਪੂਰੇ ਪੰਜਾਬੀ ਦੀਆਂ 20-25 ਕਹਾਣੀਆਂ ਲੈ ਕੇ ਇਕੱਲੀ ਕਹਾਣੀ ਨੂੰ ਖੋਲ੍ਹਿਆ। ਜਿਵੇਂ ਪਿਛਲੇ ਦਿਨਾਂ ਦੇ ਵਿੱਚ ਇੱਕ ਗੱਲ ਚੱਲਦੀ ਸੀ ਸਾਡੀ, ਕਿਤੇ ਬੈਠੇ ਸੀ, ਕਿ ਰਾਮ ਸਰੂਪ ਅਣਖੀ ਦੀ ਬਹੁਤ ਖੂਬਸੂਰਤ ਕਹਾਣੀ ਹੈ ਸੁੱਤਾ ਨਾਗ। ਜਦੋਂ ਉਹਨੂੰ ਅਸੀਂ ਕੁਛ ਵੀ ਨਹੀਂ ਵੇਖਿਆ, ਅਸੀਂ ਸਿਰਫ ਸੁੱਤਾ ਨਾਗ ਨੂੰ ਵੇਖਦੇ ਹਾਂ, ਉਹਨੂੰ ਪੜ੍ਹਦੇ ਹਾਂ, ਉਹਦੀ ਪੜਚੋਲ ਕਰਦੇ ਹਾਂ, ਸਾਨੂੰ ਬਹੁਤ ਕੁਝ ਉਹਦੇ ਵਿੱਚੋਂ ਲੱਭਦਾ। ਪਰ ਉਸ ਤਰ੍ਹਾਂ ਦੀਆਂ ਦੰਤ ਕਥਾਵਾਂ ਸਾਡੇ ਕੋਲ ਕਿੰਨੀਆਂ ਨੇ। ਤਾਂ ਆਲੋਚਕ ਨੂੰ ਮੈਨੂੰ ਲੱਗਦਾ ਕਿ ਇੱਕ ਵੱਡੀ ਸਮਝ ਵੀ ਹੋਣੀ ਚਾਹੀਦੀ ਹੈ ਆਲੋਚਕ ਕੋਲ। ਇੱਕ ਟੈਕਸਟ ਦੀ ਸਮਝ ਸਭ ਤੋਂ ਜ਼ਰੂਰੀ ਹੈ, ਅਤੇ ਖਾਸ ਕਰਕੇ ਪਾਠ ਦੇ ਵਿੱਚ ਜਿਹੜਾ ਡਾਇਲੋਗ ਪਿਆ ਹੋਇਆ, ਪਾਠ ਦੇ ਵਿੱਚ ਜਿਹੜਾ ਵਰਤਾਂਤ ਪਿਆ ਹੋਇਆ, ਪਾਠ ਦੇ ਵਿੱਚ ਜਿਹੜਾ ਪ੍ਰਵਚਨ ਪਿਆ ਹੋਇਆ, ਸਾਨੂੰ ਉਹਦੇ ਨੁਕਤੇ ਲੱਭਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਜਿਵੇਂ ਤਨਵੀਰ ਦੀ ਇੱਕ ਨਜ਼ਮ ਹੈ ਦਾਵ। ਮੈਂ ਤਨਵੀਰ ਦੇ ਪਿੰਡ ਦੇ ਇੱਕ ਬੰਦੇ ਨੂੰ ਮਿਲਦਾ, ਅਧਿਆਪਕ ਨੂੰ, ਮੈਨੂੰ ਪੁੱਛਦਾ ਕਿ ਤਨਵੀਰ ਨੇ ਬਹੁਤ ਕਮਾਲ ਦੀ ਕਵਿਤਾ ਲਿਖੀ। ਉਹ ਕਹਿੰਦਾ ਮੈਂ ਤਨਵੀਰ ਨੂੰ ਜਾਣਦਾ ਨਹੀਂ ਹਾਂ। ਉਹ ਕਹਿੰਦਾ ਤਨਵੀਰ ਤਾਂ ਕਿਹੜੀ ਕਵਿਤਾ ਲਿਖਦਾ ਹੋਣਾ। ਮੈਨੂੰ ਲੱਗਦਾ ਤੁਸੀਂ ਕਵਿਤਾ ਨਹੀਂ ਪੜ੍ਹੀ। ਸਾਡੇ ਕੋਲ ਜ਼ਿਆਦਾ ਆਲੋਚਕ 'ਚ ਕੀ ਹੈ ਨਾ, ਅਸੀਂ ਗੋਸ਼ਟੀਆਂ 'ਤੇ ਜਾਂਦੇ ਹਾਂ, ਮੈਂ ਵੀ ਅਕਸਰ ਜਾਂਦਾ, ਸਾਡੇ ਲੇਖਕ ਕਿਤਾਬ ਨਹੀਂ ਪੜ੍ਹ ਕੇ ਆਉਂਦੇ, ਉਹਦਾ ਸਰਵਰਕ ਵੇਖਦੇ ਨੇ। ਸਰਵਰਕ ਵੇਖਣ ਤੋਂ ਬਾਅਦ ਇੱਕ ਗੱਲ ਫੜਦੇ ਨੇ ਅਤੇ ਮੰਨਦੇ ਵੀ ਨੇ। ਬਹੁਤ ਸਾਰੇ ਲੋਕ, ਮੈਂ ਮਾਨਸਾ ਗੋਸ਼ਟੀ ਦੇ ਵਿੱਚ ਨਾਂ ਵੀ ਲੈ ਸਕਦਾ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਯੂਨੀਅਨਾਂ ਦੇ ਬੰਦੇ, ਮਤਲਬ ਬਲਬੀਰ ਪਰਵਾਨੇ ਦੇ ਨਾਵਲ 'ਤੇ ਗੋਸ਼ਟੀ ਹੋਈ ਆ। ਡਾਕਟਰ ਸੁਰਜੀਤ ਨੇ ਇਹਨਾਂ ਨਿੱਠ ਕੇ ਪੇਪਰ ਪੜ੍ਹਿਆ, ਅਮਰਜੀਤ ਗਰੇਵਾਲ ਨੇ ਇੰਨੀ ਨਿੱਠ ਕੇ ਗੱਲ ਕਰੀ ਹੈ। ਅਤੇ ਇੱਕ ਸਾਹਮਣੇ ਬਜ਼ੁਰਗ ਉੱਠਦਾ, ਉਹ ਕਹਿੰਦਾ ਮੈਂ ਨਾਵਲ ਨਹੀਂ ਪੜ੍ਹਿਆ ਕਿਉਂਕਿ ਮੇਰੇ ਕੋਲ ਸਮਾਂ ਨਹੀਂ ਸੀ, ਪਰ ਅੱਧਾ ਘੰਟਾ ਉਸ ਨਾਵਲ ਬਾਰੇ ਬੋਲਦਾ
ਉਹਨੂੰ ਸਮਝ ਹੀ ਨਹੀਂ ਆ ਉਹ ਨਾਵਲ ਕਰ ਕੀ ਰਿਹਾ, ਬਿਲਕੁਲ ਕਹਿ ਕੀ ਰਿਹਾ। ਹੁਣ ਸਾਡੇ ਕੋਲੇ ਕੀ ਹੈ ਨਾ, ਆਲੋਚਨਾ ਜਿਹੜੇ ਖਾਸ ਕਰਕੇ ਗੋਸ਼ਟੀਆਂ ਦੇ ਵਿੱਚ ਪੇਪਰ ਪੜ੍ਹੇ ਜਾਂਦੇ ਨੇ, ਇੱਕ ਸਾਡੇ ਕੋਲੇ ਇੱਕ ਅਸੀਂ ਮੀਟਰ ਜੇ ਬਣਾ ਲਿਆ ਵੀ ਲਾਲ ਸਿੰਘ ਦਿਲ ਇਸ ਤਰ੍ਹਾਂ ਦਾ ਪੋਇਟ ਹੈ, ਪਾਸ਼ ਬਾਰੇ ਬੋਲਣਾ ਉਹਦੇ ਵੀ ਉਹੀ ਨੁਕਤੇ ਨੇ, ਸੰਤ ਰਾਮਦਾਸੀ ਬਾਰੇ ਬੋਲਣਾ ਉਹਦੇ ਵੀ ਉਹੀ ਨੁਕਤੇ ਨੇ, ਸੰਤ ਸੰਧੂ ਬਾਰੇ ਬੋਲਣਾ ਉਹਦੇ ਵੀ ਉਹੀ ਨੁਕਤੇ ਨੇ। ਇਸ ਤਰ੍ਹਾਂ ਹੀ ਜਦੋਂ ਅਸੀਂ ਸਰਗੀ ਦੀ ਕਹਾਣੀ ਪੜ੍ਹਦੇ ਹਾਂ, ਇਹਨਾਂ ਦਿਨਾਂ 'ਚ ਮੈਂ ਕਹਾਣੀ ਪੜ੍ਹੀ, ਬਹੁਤ ਸਟਰੋਂਗ ਕਹਾਣੀ ਹੈ, ਰਾੜ ਉਹਦੀ ਬਹੁਤ ਸਟਰੋਂਗ ਕਹਾਣੀ ਹੈ, ਜਾਂ ਹੌਲੀਡੇ ਵਾਈਫ ਆਪਣਾ ਸ਼ਾਇਦ ਇੱਕ ਉਹਦੀ ਕਿਤਾਬ ਦਾ ਨਾਮ ਮੈਂ ਭੁੱਲ ਗਿਆ, ਉਹਦੀ ਕਹਾਣੀ ਨੂੰ ਤੁਸੀਂ ਕਿਸੇ ਹੋਰ ਕਹਾਣੀ ਵਾਂਗ ਨਹੀਂ ਪੜ੍ਹ ਸਕਦੇ। ਸੁਖਪਾਲ ਥਿੰਦ ਦੀ ਕਹਾਣੀ ਆਉਂਦੀ ਹੈ, ਉਹਦੀ ਕਹਾਣੀ ਨੂੰ ਸਿਆਸੀ ਆਧਾਰ ਤੁਹਾਨੂੰ ਸਮਝ ਹੋਣੇ ਚਾਹੀਦੇ ਨੇ ਸੰਤ ਦਾ ਕਤਲ ਪੜ੍ਹਦੇ ਆ, ਜਾਂ ਜਦੋਂ ਤੁਸੀਂ ਜਸਵੀਰ ਰਾਣੀ ਨੂੰ ਪੜ੍ਹਦੇ ਹੋ, ਸੁਖਜੀਤ ਨੂੰ ਪੜ੍ਹਦੇ ਹੋ, ਦਰਸ਼ਨ ਜੋਗੇ ਦੀ ਇਹਨਾਂ ਦਿਨਾਂ 'ਚ ਕਹਾਣੀਆਂ ਮੈਂ ਸਾਰੀਆਂ ਪੜ੍ਹੀਆਂ ਨੇ, 10 ਕਿਤਾਬਾਂ ਆਈਆਂ ਹੋਣਗੀਆਂ। ਹਰੇਕ ਕਹਾਣੀ ਆਪਣੇ ਆਪਣੇ ਤਰੀਕੇ ਨਾਲ ਪੜ੍ਹੀ ਜਾਊਗੀ। ਜੇ ਤੁਸੀਂ ਇੱਕ ਪੈਰਾਮੀਟਰ ਬਣਾ ਕੇ ਚੱਲ ਪਾਓਗੇ ਨਾ, ਮੈਂ ਗੁਰਪ੍ਰੀਤ ਦੇ ਸੰਬੰਧ ਵਿੱਚ ਇੱਕ ਕਿਤਾਬ ਐਡਿਟ ਕਰੀ ਹੈ, 6 ਸਾਲ ਮੈਂ ਇਸ ਕਿਤਾਬ ਦੇ ਬਾਰੇ ਲੋਕਾਂ ਨਾਲ ਗੱਲਾਂ ਕਰਦਾ ਰਿਹਾ। ਇੱਕ ਸਿਰਜਕ ਇੱਕ ਕਵਿਤਾ ਦੇ ਬਾਰੇ ਕਿਵੇਂ ਸੋਚਦਾ, ਇੱਕ ਆਲੋਚਕ ਇੱਕ ਕਵਿਤਾ ਨੂੰ ਕਿਵੇਂ ਪੜ੍ਹਦਾ, ਇੱਕ ਪਾਠਕ ਇੱਕ ਕਵਿਤਾ ਨੂੰ ਕਿਵੇਂ ਪੜ੍ਹਦਾ, ਅਤੇ ਇੱਕ ਜਦੋਂ ਬਹਿਸ ਹੋ ਰਹੀ ਹੈ ਉਹ ਲੋਕ ਉਸ ਕਵਿਤਾ ਨੂੰ ਕਿਵੇਂ ਪੜ੍ਹ ਰਹੇ ਨੇ। ਮੈਨੂੰ ਲੱਗਦਾ ਕਿ ਪਾਠ ਕੀ ਕਹਿੰਦਾ ਨਾ ਤੁਹਾਡਾ, ਅਸੀਂ ਪਾਠ ਨੂੰ ਤਾਂ ਛੱਡ ਲੈਂਦੇ ਹਾਂ, ਅਸੀਂ ਆਪਣੀਆਂ ਗੱਲਾਂ ਬਣਾਉਣਾ। ਮੰਨ ਲਓ ਹੁਣੀ ਮੈਂ ਨਵੀਂ ਤੁਹਾਨੂੰ ਉਦਾਹਰਨ ਦੇ ਦੇਣਾ, ਸਿੰਘੂ ਬਾਰਡਰ ਹੈ, ਟਿਕਰੀ ਬਾਰਡਰ ਹੈ, ਜਾਂ ਕੁੰਡਲੀ ਬਾਰਡਰ ਹੈ, ਉੱਥੋਂ ਦੇ ਅਸੀਂ ਵਿਚਰਦੇ ਨਹੀਂ, ਉੱਥੇ ਵਾਪਰ ਕੀ ਰਿਹਾ, ਅਸੀਂ ਇੱਥੇ ਮੇਰੇ ਪਿੰਡ ਬੈਠੇ ਕਮੈਂਟ ਕਰ ਰਹੇ ਹਾਂ। ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਮੁੱਦੇ ਉੱਠੇ ਕਿ ਕਿਸੇ ਬੰਦੇ ਨੂੰ ਟੌਰਚਰ ਕਰਦੀ ਹੈ ਸੈਂਟਰ ਦੀ ਗੌਰਮੈਂਟ, ਉਹਦੇ ਬਾਰੇ ਸਾਰੀਆਂ ਪਾਰਟੀਆਂ ਆਪਣਾ ਬਿਆਨ ਦੇ ਰਹੀਆਂ ਨੇ, ਪਰ ਜਿਹੜੇ ਉਸ ਧਿਰ ਨੂੰ ਚਲਾ ਰਹੇ ਬੰਦੇ ਨੇ ਉਹ ਅਜੇ ਚੁੱਪ ਨੇ, ਹੈ ਨਾ। ਇਹਦਾ ਮਤਲਬ ਰਾਜੇ ਵਾਲੇ ਦਾ ਕੋਈ ਬਿਆਨ ਨਹੀਂ ਹੈ ਮੰਨ ਲਓ, ਤਾਂ ਮਤਲਬ ਕਿ ਅਸੀਂ ਉੱਥੇ ਬੈਠੇ, ਇੱਥੇ ਬੈਠੇ, ਤੀਜੇ ਬੈਠੇ, ਅਸੀਂ ਉਹਦੀ ਬੇਸ ਨਹੀਂ ਸਮਝ ਰਹੇ। ਲਿਟਰੇਚਰ ਦੀ ਵੀ ਸਭ ਤੋਂ ਵੱਡੀ ਸਮੱਸਿਆ ਇਹ ਹੈ, ਅਸੀਂ ਆਪਣੀ ਗੱਲ ਮਨਵਾ ਰਹੇ ਹਾਂ ਅਗਲੇ ਤੋਂ, ਅਗਲਾ ਸਾਨੂੰ ਆਪਣੀ ਗੱਲ ਮਨਵਾ ਰਿਹਾ, ਪਰ ਮੈਨੂੰ ਲੱਗਦਾ ਕਿ ਕੀ ਠੀਕ ਹੈ ਕੀ ਗਲਤ ਹੈ। ਦੋ ਬਹਿਸਾਂ ਹੋਣੇ ਚਾਹੀਦੀਆਂ ਨੇ, ਉਸ ਬਹਿਸ ਦੇ ਵਿੱਚੋਂ ਤੁਸੀਂ ਕਦੇ ਬਹੁਤ ਵੱਡੀਆਂ ਬਹਿਸਾਂ ਹੁੰਦੀਆਂ ਨੇ, ਸਾਰਤਰ ਦੀਆਂ ਨੇ ਭਾਵੇਂ ਹੋਰ, ਮੈਨੂੰ ਤਨਵੀਰ ਨੇ ਵੀ ਇੱਕ ਦਿਨ ਗੱਲ ਦੱਸੀ ਸੀ ਕਿ ਉਹਨਾਂ ਬਹਿਸਾਂ ਦੇ ਵਿੱਚ ਨਾ ਬਹੁਤ ਕੁਛ ਨਿਕਲਦਾ। ਉੱਥੇ ਕ੍ਰਿਟਿਸਿਜ਼ਮ ਦੇ ਵਿਚਾਰਧਾਰਕ ਪੈਂਤੜੇ ਵੀ ਨਵੇਂ ਆਉਂਦੇ ਨੇ। ਸਾਡੇ ਕੋਲ ਵਿਚਾਰਧਾਰਾ ਦੀ ਗੱਲ ਤੁਰਦੀ ਹੈ, ਰਵੀ ਤੋਂ ਬਾਅਦ ਤਸਕੀਨ ਵਿਚਾਰਧਾਰਾ ਅਤੀਤ ਵਰਤਮਾਨ ਕਿਤਾਬ ਲੈ ਕੇ ਆਉਂਦਾ, ਅਸੀਂ ਉਸ ਤੋਂ ਵਿਚਾਰਧਾਰਾ ਨੂੰ ਸਮਝਣ ਦੇ ਲਈ ਅੱਗੇ ਨਹੀਂ ਤੁਰੇ, ਹੈ ਨਾ, ਕਿਉਂਕਿ ਸਾਡੇ ਕੋਲ ਪੜਤਾਂ ਨੇ, ਇੱਕ ਪੜਤ ਸਾਡੇ ਕੋਲ, ਅਸੀਂ ਪੂਰਬੀ ਕਵਿਤਾ ਦੀ ਆਤਮਾ ਨੂੰ ਨਹੀਂ ਸਮਝ ਸਕੇ। ਇਹੀ ਕਾਰਨ ਹੈ ਕਿ ਹਰਿੰਦਰ ਸਿੰਘ ਮਹਿਬੂਬ ਨੂੰ ਅਸੀਂ ਨਹੀਂ ਪੜ੍ਹਦੇ, ਪ੍ਰੋਫੈਸਰ ਪੂਰਨ ਸਿੰਘ ਨੂੰ ਉਵੇਂ ਨਹੀਂ ਪੜ੍ਹਦੇ ਜਿਵੇਂ ਪੜ੍ਹਨਾ ਚਾਹੀਦਾ, ਭਾਈ ਵੀਰ ਸਿੰਘ ਨੂੰ ਅਸੀਂ ਨਹੀਂ ਪੜ੍ਹਦੇ, ਪ੍ਰੀਤਮ ਸਿੰਘ ਸਫੀਰ ਨੂੰ ਅਸੀਂ ਨਹੀਂ ਪੜ੍ਹਦੇ, ਜਸਵੰਤ ਸਿੰਘ ਨੇਕੀ ਨੂੰ ਅਸੀਂ ਨਹੀਂ ਪੜ੍ਹਦੇ। ਅਸੀਂ ਕਹਿੰਦੇ ਨੇ ਕਿ ਸਾਡੀ ਧਾਰਾ ਤੋਂ ਬਾਹਰ ਦੇ ਬੰਦੇ ਨੇ, ਸਾਡੇ 'ਚ ਫਿੱਟ ਨਹੀਂ ਪੈਂਦੇ। ਅਤੇ ਹਰਿੰਦਰ ਮਹਿਬੂਬ ਦੇ ਤਾਂ ਈਵਨ ਕਿ ਯੂਨੀਵਰਸਿਟੀਆਂ ਦੇ ਵਿੱਚ ਕੰਮ ਵੀ ਬਹੁਤ ਘੱਟ ਹੋਇਆ, ਪਰ ਮੈਨੂੰ ਲੱਗਦਾ ਕਿ ਜੇਕਰ ਪੰਜਾਬ ਦੇ ਵੇਸ ਨੂੰ ਸਮਝਣਾ ਤਾਂ ਉਸ ਕਵਿਤਾ ਨੂੰ ਤੁਸੀਂ ਕਿਵੇਂ ਪਾਸੇ ਰੱਖ ਦਿਓਗੇ, ਤਾਂ ਇਹ ਸਮੱਸਿਆ ਸਭ ਤੋਂ ਵੱਡੀ ਸਮੱਸਿਆ ਮੇਰੇ ਹਿਸਾਬ ਨਾਲ। ਪ੍ਰੋਫੈਸਰ ਸਾਹਿਬ, ਇੱਕ ਹੋਰ ਦੇਖੀਏ ਆਪਾਂ ਹੁਣ, ਬਹੁਤ ਸਾਰਾ ਪਾਠਕ ਦੇ ਵਿੱਚ ਅਤੇ ਲੇਖਕ ਦੇ ਵਿੱਚ ਪਾੜਾ ਹੈਗਾ, ਉਹਦਾ ਕੀ ਕਾਰਨ? ਉਹਦੇ ਵਿੱਚ ਜ਼ਿੰਮੇਵਾਰ ਲੇਖਕ ਆ ਜਾਂ ਪਾਠਕ ਆ? ਵੀ ਪਾਠਕ ਨੂੰ ਲੇਖਕ ਦੀ ਸਮਝ ਨਹੀਂ ਆ ਰਹੀ, ਜਾਂ ਲੇਖਕ ਨੂੰ ਪਾਠਕ ਤੱਕ ਪਾਠਕ ਦੀ ਕੋਈ ਪਹੁੰਚ ਨਹੀਂ ਹੈਗੀ, ਕੀ ਕਰਨਾ? ਇਹਦੀ ਸਮੱਸਿਆ ਹੋਰ ਹੈ ਮੇਰੇ ਹਿਸਾਬ ਨਾਲ। ਇਹਦੀ ਸਮੱਸਿਆ ਇਹ ਹੈ ਕਿ ਸਾਡੀ ਸਿਰਜਣਾ ਦੀ ਸਭ ਤੋਂ ਵੱਡੀ ਸਮੱਸਿਆ ਮੈਨੂੰ ਲੱਗਦਾ ਹੁੰਦਾ ਕਿ ਅਸੀਂ ਆਲੋਚਕ ਨੂੰ ਵੇਖ ਕੇ ਲਿਖਦੇ ਹਾਂ ਵੀ ਫਲਾਨਾ ਆਲੋਚਕ ਹੈ ਗਲਪ ਦਾ, ਮੰਨ ਲਓ ਡਾਕਟਰ ਸੁਰਜੀਤ ਸਿੰਘ, ਬਲਦੇਵ ਸਿੰਘ ਧਾਲੀਵਾਲ, ਜੋਗਿੰਦਰ ਸਿੰਘ ਨਹਿਰੂ, ਜੋਗਿੰਦਰ ਸਿੰਘ ਰਾਹੀ, ਵੱਡੇ ਬੰਦੇ ਨੇ ਸਾਡੇ ਕੋਲ, TR ਵਿਨੋਦ। ਅਸੀਂ ਵੇਖਦੇ ਹਾਂ ਵੀ ਆਹ ਆਲੋਚਕ ਨੇ ਨਾ, ਇਹਨਾਂ ਦਿਨਾਂ ਦੇ ਵਿੱਚ ਮੈਂ ਮੂਲਕਤਾ ਕਹਾਣੀ ਬਾਰੇ ਗੱਲ ਕਰੀ ਹੈ। ਤੁਸੀਂ ਰਿਕਾਰਡ ਕਢਾ ਕੇ ਦੇਖ ਲਿਓ, ਕਿਤਾਬਾਂ ਦੇ ਵਿੱਚ ਪਿਆ ਉਸ ਸਾਲ ਦੀਆਂ ਦਾ, ਜਿੰਨੀਆਂ ਕਹਾਣੀਆਂ ਲਿਖੀਆਂ ਜਾ ਰਹੀਆਂ ਨੇ ਸਾਰੀਆਂ ਮੈਂ ਮੁਲਕ ਦੀਆਂ ਕਹਾਣੀਆਂ ਲਿਖੀਆਂ ਜਾ ਰਹੀਆਂ ਨੇ। ਇੱਕ ਟਰੈਂਡ ਹੀ ਬਦਲ ਗਿਆ ਹੁਣ। ਪਾਠਕ, ਮੈਂ ਪਿਛਲੇ ਦਿਨ ਇੱਕ ਅਜੀਤ ਪੈਸੇ ਦੀ ਕਹਾਣੀ ਪੜ੍ਹੀ, ਡਰਨਾ, ਜਿਨ੍ਹਾਂ ਲੋਕਾਂ ਬਾਰੇ ਕਹਾਣੀ ਹੈ ਉਹਨਾਂ ਲੋਕਾਂ ਨੂੰ ਤਾਂ ਬਹੁਤ ਬਾਅਦ 'ਚ ਸਮਝ ਆਊਗੀ ਉਹ ਕਹਾਣੀ। ਮੈਨੂੰ ਵੀ 7-8 ਵਾਰ ਪੜ੍ਹਨ ਦੀ ਕੋਸ਼ਿਸ਼ ਕਰੀ ਮੈਂ, ਫਿਰ ਮੈਨੂੰ ਕਿਤੇ ਨਾ ਕਿਤੇ ਉਹਦੇ ਫੇਸ ਲੱਭੇ ਆ। ਜਾਂ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਨੇ ਕਿ ਪਾਠਕ ਦੂਰ ਇਸ ਕਰਕੇ ਵੀ ਹੋ ਗਿਆ ਕਿ ਲੇਖਕ ਨੇ ਨਾ ਆਪਣੀ ਜੁਗਲਬੰਦੀ ਲਿਟਰੇਚਰ 'ਚ ਕਰਨੀ ਸ਼ੁਰੂ ਕਰਤੀ, ਕਿ ਇੱਕ ਨਾ ਸਕ੍ਰਿਪਟਡ ਕਹਾਣੀ ਲਿਖਣੀ ਸ਼ੁਰੂ ਕਰਤੀ। ਹਾਂਸ ਉੱਥੇ ਜਾ ਕੇ ਮਰਦਾ, ਪੰਜਾਬੀ ਕਹਾਣੀ 'ਚ ਬਹੁਤ ਵੱਡਾ ਕਹਾਣੀਕਾਰ ਹੈ। ਰਾਣਾ ਉੱਥੇ ਜਾ ਕੇ ਮਰਦਾ ਜਿੱਥੇ ਸਕ੍ਰਿਪਟਡ ਗੱਲਾਂ ਕਰਦੇ ਨੇ, ਅਤੇ ਪੰਜਾਬੀ ਦੀ ਜ਼ਿਆਦਾ ਕਹਾਣੀ ਅਤੇ ਜ਼ਿਆਦਾ ਨਾਵਲ ਸਕ੍ਰਿਪਟਡ ਨੇ। ਕਵਿਤਾ ਇਸ ਤੋਂ ਬਚੀ ਹੋਈ ਹੈ, ਕਿਉਂਕਿ ਜਦੋਂ ਕੋਈ ਮੂਵਮੈਂਟਸ ਚੱਲਦੀਆਂ ਨੇ, ਮੂਵਮੈਂਟਸ ਦੇ ਅਕੋਰਡਿੰਗ ਇਹਨਾਂ ਦਿਨਾਂ ਦੇ ਵਿੱਚ ਮੈਂ 4-500 ਕਵਿਤਾ ਮੈਨੂੰ ਲੱਗਦਾ ਕਿਸਾਨੀ ਮੂਵਮੈਂਟ ਨਾਲ ਪੜ੍ਹੀ, ਉਹ ਸਕ੍ਰਿਪਟਡ ਹੈ ਕਵਿਤਾ। ਪਰ ਤੁਸੀਂ ਉਹਦੇ ਮੁਕਾਬਲੇ ਵਰੀ ਰਾਏ ਦੇ ਗੀਤ ਸੁਣਿਓ, ਉਹ ਸਕ੍ਰਿਪਟਡ ਨਹੀਂ ਹਨ।
ਜਾਂ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਗੱਲ ਰੌਂਦੇ ਦੇ ਗੀਤ ਸੁਣੇ, ਉਹ ਸਕ੍ਰਿਪਟਡ ਨਹੀਂ ਹਨ, ਜੀ ਉਹ ਅੰਦਰ ਦੀ ਕੋਈ ਹੂਕ ਹੈ। ਅਤੇ ਕਵਿਤਾ ਦੇ ਵਿੱਚ ਇੱਕ ਮੈਂ ਕਹਿੰਦਾ ਕਿ ਸੁਚੇਤ ਸੰਵਾਦ ਹੈ, ਭਾਵੇਂ ਉਹ ਰਤਿੰਦਰ ਦੀਆਂ ਕਵਿਤਾਵਾਂ ਦੀ ਕਿਤਾਬ ਹੋਵੇ, ਭਾਵੇਂ ਲਖਵਿੰਦਰ ਜੌਹਲ ਹੋਰਾਂ ਨੇ ਐਡਿਟ ਕਰੀ ਹੈ, ਭਾਵੇਂ ਇੱਕ ਮੁਕਤਸਰ ਤੋਂ ਪ੍ਰੋਫੈਸਰ ਨੇ ਕਰੀ ਹੈ, ਕੋਟ ਕਪੂਰਥਲੇ ਤੋਂ ਕਰੀ ਹੈ। ਸਾਨੂੰ ਨਾ ਉਸ ਵਿਜ਼ਨ ਦੇ ਵਿੱਚੋਂ ਮੈਨੂੰ ਲੱਗਦਾ ਕਿ ਦੂਰ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਪਾਠਕ ਤਾਂ ਕਰਕੇ ਪਾਠਕ ਬਹੁਤ ਹੈ, ਸ਼ਰਾਰਤੀ ਤੱਤ ਦਾ ਇੰਨਾ ਪਾਠਕ ਹੈ, ਮਿੰਟੂ ਗੁਰੂਸਰੀ ਦੀ ਕਿਤਾਬ ਦਾ ਇੰਨਾ ਪਾਠਕ ਹੈ, ਰਾਣੀ ਤੱਤ ਦਾ ਇੰਨਾ ਪਾਠਕ ਹੈ, ਪਾਠਕ ਤਾਂ ਹੈਗਾ, ਪਰ ਸਮੱਸਿਆ ਕਿ ਲੇਖਕ ਪਾਠਕ ਤੋਂ ਕਿਤੇ ਨਾ ਕਿਤੇ ਦੂਰ ਹੋ ਗਏ। ਇਹਨਾਂ ਦਿਨਾਂ ਦੇ ਵਿੱਚ ਨਾ ਇੱਕ ਨਾਵਲ ਆਇਆ ਬਲਜਿੰਦਰ ਨਸਰਾਲੀ ਦਾ, ਉਹ ਨਾਵਲ ਇਸ ਦੌਰ ਦਾ ਬਹੁਤ ਹੀ ਖੂਬਸੂਰਤ, ਖਾਸ ਕਰਕੇ ਤਕਨੀਕ ਦੇ ਪੱਖ ਤੋਂ ਨਾਵਲ ਹੈ, ਅੰਬਰ ਪਰੀਆਂ ਨਾਵਲ ਹੈ। ਮੈਨੂੰ ਲੱਗਦਾ ਕਿ ਸਾਰੇ ਪਾਠਕਾਂ ਨੂੰ ਪੜ੍ਹਨਾ ਚਾਹੀਦਾ ਉਸ ਤਰ੍ਹਾਂ ਦੀ ਸਕ੍ਰਿਪਟ। ਪਰ ਮੈਨੂੰ ਜਦੋਂ ਅਸੀਂ ਵਿਜ਼ੂਅਲ ਲਿਟਰੇਚਰ ਪੜ੍ਹਦੇ ਹਾਂ, ਉਸ ਤਰ੍ਹਾਂ ਦਾ ਡਿਜ਼ਾਈਨ ਨਾਵਲ ਦਾ ਸਾਨੂੰ ਲੱਭ ਜਾਏਗਾ, ਪਰ ਜੇ ਲੱਭ ਵੀ ਜਾਵੇਗਾ ਉਸ ਗੱਲ ਨੂੰ ਅਸੀਂ ਛੱਡ ਵੀ ਲਈ ਤਾਂ ਬਲਜਿੰਦਰ ਨਸਰਾਲੀ ਮੈਨੂੰ ਲੱਗਦਾ ਕਿ ਅੰਬਰ ਪਰੀਆਂ ਦੇ ਵਿੱਚ ਉਹਨੇ ਬਹੁਤ ਉੱਚੀ ਉਡਾਨ ਹੈ ਜਿਹੜੀ, ਖਾਸ ਕਰਕੇ ਟੈਕਨੀਕ ਦੇ। ਜੀਵਨੀ ਵਰਗਾ ਨਾਵਲ ਹੈ ਉਹ, ਅਸੀਂ ਕਿਤੇ ਸੋਚਿਆ ਵੀ ਨਹੀਂ ਸੀ ਇਸ ਤਰ੍ਹਾਂ ਦੇ ਨਾਵਲ ਜਾਂ ਕਹਾਣੀ। ਪਿਛਲੇ ਦਿਨਾਂ ਦੇ ਵਿੱਚ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ, ਬਹੁਤ ਹੀ ਵੱਖਰੇ ਅੰਦਾਜ਼ ਦੇ ਵਿੱਚ ਕਹਾਣੀ ਕਹੀ ਜਸਵੀਰ ਰਾਣੇ ਨੇ ਖੌਫ 84। ਹੁਣ ਤੱਕ ਜਿੰਨੀ ਗੱਲ ਹੋਈ ਹੈ 84 ਬਾਰੇ, ਉਹ ਤੋਂ ਜਮਾਂ ਹੀ ਡਿਫਰੈਂਟ ਗੱਲ ਲੈ ਕੇ ਆ ਗਿਆ ਬੰਦਾ। ਜਾਂ ਗੁਰਮੀਤ ਦੀ ਜੇ ਤੁਸੀਂ ਆਤੋ ਖੋਜੀ ਪੜ੍ਹਦੇ ਹੋ, ਇੰਨਾ ਕਮਾਲ ਦਾ ਕੰਮ ਬੰਦੇ ਦਾ। ਜਾਂ ਹੋਰ ਨਾਵਲ ਵੀ ਹੈਗੇ ਨੇ, ਜੋਰਬਾ ਵਰਗੇ ਨਾਵਲ ਵੀ ਸਾਡੇ ਕੋਲ ਨੇ, ਤੁਰਗਨੇਬ ਵੀ ਸਾਡੇ ਚਿੰਤਨ ਦੇ ਵਿੱਚ ਪਿਆ ਹੋਇਆ ਵਿਸ਼ਵ ਕਲਾਸਿਕ ਹੈ। ਸਾਡੇ ਕੋਲ ਮੋਮੂ ਵਰਗੇ ਨਾਵਲ ਨੇ, ਜਾਂ ਸਾਡੇ ਕੋਲ ਹੋਰ ਪਤਾ ਨਹੀਂ ਕਿੰਨਾ ਕੁਛ ਹੈਗਾ ਜਿਹੜਾ ਸਾਨੂੰ, ਮੈਨੂੰ ਲੱਗਦਾ ਕਿ ਅਸੀਂ ਪੜ੍ਹਦੇ ਨਹੀਂ ਹਾਂ। ਅੰਨਾ ਸੰਗੀਤਕਾਰ ਪੜ੍ਹਿਆ ਮੈਂ ਪਿਛਲੇ ਦਿਨੀ, ਬਹੁਤ ਖੂਬਸੂਰਤ ਹੈ ਜੀ। ਕੁਛ ਹੱਦ ਤੱਕ ਪ੍ਰੋਫੈਸਰ ਸਾਹਿਬ ਤੁਹਾਨੂੰ ਐਂ ਨਹੀਂ ਲੱਗਦਾ ਵੀ ਕੁਛ ਪਾਠਕ ਨੇ ਜਿਹੜੇ ਸੌਖ ਭਾਲਦੇ ਨੇ ਵੀ ਇਹ ਕਵਿਤਾ ਜਿਹੜੀ ਹੈ ਜਾਂ ਕਹਾਣੀ ਹੈ ਸੌਖੀ ਹੋਵੇ ਸਾਨੂੰ, ਜਿਵੇਂ ਹੁਣ ਤਨਵੀਰ ਹੋਵੇ, ਦੇਵਨੀਤ ਹੋਵੇ, ਬਹੁਤ ਸਾਡੇ ਲਈ ਬਹੁਤ ਵਧੀਆ ਲੇਖਕ ਨੇਗੇ, ਇਹਨਾਂ ਦੇ ਪਾਠਕ ਬਹੁਤ ਘੱਟ ਨੇਗੇ। ਅਤੇ ਇਹਨਾਂ ਦਾ ਕਾਰਨ ਇਹੀ ਨਹੀਂ ਵੀ ਜਿਹੜੇ ਪਾਠਕ ਨੇਗੇ ਉਹ ਸੌਖ ਭਾਲਦੇ ਨੇ ਵੀ ਸਾਨੂੰ ਸੌਖੀ ਕਵਿਤਾ ਮਿਲੇ, ਕਿਉਂਕਿ ਗੀਤਾਂ ਦੇ ਪਾਠਕ ਜ਼ਿਆਦਾ ਹੁੰਦੇ ਨੇ। ਕੋਈ ਕਾਰਨ ਇਸ ਤਰ੍ਹਾਂ ਦਾ ਨਹੀਂ ਲੱਗਦਾ ਗਾ? ਮੈਨੂੰ ਲੱਗਦਾ ਕਿ ਕਵਿਤਾ ਸੌਖੀ ਔਖੀ ਨਹੀਂ ਹੁੰਦੀ, ਕਵਿਤਾ ਸੰਕੇਤਕ ਹੁੰਦੀ ਹੈ। ਤੁਸੀਂ ਦਦਾਰ ਸੰਧੂ ਦੇ ਗੀਤ ਸੁਣ ਲਿਓ, ਦਦਾਰ ਸੰਧੂ ਜਿੰਨਾ ਬਰੀਕ ਕਿਸਮ ਦਾ ਬੰਦਾ ਹੈ ਨਾ, ਪੰਜਾਬੀ ਕਵਿਤਾ ਤਾਂ ਬਹੁਤੀ ਕਵਿਤਾ ਤਾਂ ਉਹਦੇ ਜਿਹੜਾ ਸੰਕੇਤ ਲੈ ਕੇ ਆਉਂਦਾ, ਉਹਦੇ ਨੇੜੇ ਵੀ ਨਹੀਂ ਖੜਦੀ। ਮੰਨ ਲਓ ਇੱਕ ਕੁੜੀ ਦਾ ਡਾਇਲੋਗ ਉਹਦੇ ਵਿੱਚ ਕਿ ਮੇਰੀ ਧੌਣ ਸਰਾਹੀ ਵਰਗੀ ਵੇ ਦੱਸ ਤੈਨੂੰ ਕੈਸੀ ਲੱਗਦੀ ਹੈ। ਉਹ ਕਹਿੰਦਾ ਵੀ ਜਿਉਂ ਛਣਕਾਇਆ ਬੋਤਲ ਦੇ ਗਲ ਦੇ ਵਿੱਚ ਕੰਗਣੀ ਵੱਜਦੀ ਹੈ। ਹੁਣ ਘਰ ਦੀ ਸ਼ਰਾਬ ਦੀ ਬੋਤਲ ਦੀ ਜਦੋਂ ਛਣਕਦੀ ਹੈ ਤਾਂ ਕੰਗਣੀ ਕਿਵੇਂ ਵੱਜਦੀ ਹੈ। ਇੰਨਾ ਸੂਖਮ ਅਤੇ ਇੰਨਾ ਕਮਾਲ ਦਾ ਬਿੰਬ ਉਸ ਦਦਾਰ ਦੇ ਗੀਤਾਂ ਦੇ ਵਿੱਚ। ਮੈਂ ਕਹਿੰਦਾ ਕਿ ਕਿੰਨੇ ਗੀਤ ਨੇ ਉਹਦੇ। ਜਾਂ ਸਾਡੇ ਕੋਲ ਬਹੁਤ ਸਾਰੀਆਂ ਨਜ਼ਮਾਂ ਵੀ ਇਸ ਤਰ੍ਹਾਂ ਦੀਆਂ, ਇਸ ਦੌਰ ਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਆਉਂਦੀਆਂ ਨੇ। ਤੁਸੀਂ ਕਦੇ ਮਨ ਰੰਗੀਆਂ ਚਿੜੀਆਂ ਪੜ੍ਹ ਕੇ ਦੇਖੋ, ਕੰਵਰ ਦੀ ਬੜੀ ਹਲਕੀ ਤਰ੍ਹਾਂ ਦੀ ਜਿਹੜੀ ਸੰਕੇਤਕਤਾ ਤੇ ਬਹੁਤ ਵੱਡੀ ਗੱਲ। ਨੀਤੂ ਦੀ ਕਵਿਤਾ ਤੁਸੀਂ ਕਦੇ ਪੜ੍ਹ ਕੇ ਦੇਖਿਓ, ਜਿਹਦੇ ਵਿੱਚ ਉਹ ਕਹਿੰਦੀ ਹੈ ਕਿ ਉਹ ਮੇਰੀਆਂ ਅੱਖਾਂ 'ਚ ਵੇਖਣਾ ਭੁੱਲ ਜਾਂਦੇ ਨੇ ਜਿੱਥੇ ਮੈਂ ਸੁਪਨੇ ਲੁਕੋ ਕੇ ਰੱਖਦੀ ਹਾਂ। ਮੈਨੂੰ ਲੱਗਦਾ ਕਿ ਇਹ ਕਵਿਤਾ ਜਦੋਂ ਇਸ ਤਹਿ 'ਚ ਪਾਠਕ ਪਹੁੰਚਦਾ ਨਾ, ਪਾਠਕ ਉਹਨੂੰ ਫੇਰ ਪੜ੍ਹਦਾ। ਅਤੇ ਪਾਠਕ ਜਦੋਂ ਪਾਠਕ ਵਜੋਂ ਨਜ਼ਮ ਨੂੰ ਪੜ੍ਹਦਾ ਤਾਂ ਉਹ ਹੋਰ ਤਰੀਕੇ ਨਾਲ ਪੜ੍ਹਦਾ। ਜਦੋਂ ਇੱਕ ਅੰਦਰੋਂ ਸੁਚੇਤ ਪਾਠਕ ਵਜੋਂ ਪੜ੍ਹਦਾ, ਹੋਰ ਤਰੀਕੇ ਨਾਲ ਪੜ੍ਹਦਾ। ਜਿਵੇਂ ਮੈਂ ਨਜ਼ਮ ਪੜ੍ਹਦਾ ਉਵੇਂ ਤੁਸੀਂ ਨਜ਼ਮ ਨਹੀਂ ਪੜ੍ਹਦੇ ਹੋਵੋਗੇ ਰੁਕ ਕੇ। ਕਈ ਨਜ਼ਮਾਂ ਜਿਵੇਂ ਨਵਾਂ ਲਿਟਰੇਚਰ ਆ ਖਾਸ ਕਰਕੇ, ਉਹ ਸਾਨੂੰ ਰੁਕ ਕੇ ਪੜ੍ਹਨਾ ਪੈਂਦਾ। ਉਹ ਤੁਸੀਂ ਸੰਤ ਰਾਮ ਉਦਾਸੀ ਵਾਂਗ ਜਾਂ ਧਰਮ ਕੰਮਿਆਣੇ ਦੀ ਕਵਿਤਾ ਵਾਂਗ ਨਹੀਂ ਪੜ੍ਹ ਸਕਦੇ, ਹੈ ਨਾ। ਕੱਲ੍ਹ ਜਦੋਂ ਉਹ ਕਹਿੰਦਾ ਕਿ ਮਿੱਟੀ ਲਾਉਣ ਲੱਗੀ ਮੈਂ ਗੰਧੋਲੀ ਉੱਤੇ ਮਿੱਟੀ ਦਾ ਬਣਾ ਬੈਠੀ ਮੋਰ, ਹੈ ਨਾ। ਜਾਂ ਸੰਤ ਰਾਮ ਉਦਾਸੀ ਜਦੋਂ ਕਹਿੰਦਾ ਕਿ ਸਾਡੀਆਂ ਤਾਂ ਇੱਜ਼ਤਾਂ ਦਾ ਮੁੱਲ ਥੱਬੀ ਪੱਠਿਆਂ ਦੀ ਜਦੋਂ ਤੋਂ ਤੁਸੀਂ ਪਾ। ਜਾਂ ਜਦੋਂ ਉਹ ਸਾਡੇ ਕੋਲੇ ਬਾਬੂ ਸਿੰਘ ਮਾਨ ਕਹਿੰਦਾ ਬੁੱਝ ਮੇਰੀ ਮੁੱਠੀ ਵਿੱਚ ਕੀ। ਜਾਂ ਦਦਾਰ ਇਸੇ ਤਰੀਕੇ ਨਾਲ, ਜਾਂ ਬਾਬੂ ਸਿੰਘ ਮਾਨ ਦੇ ਬਹੁਤ ਸਾਰੇ ਇਸ ਤਰ੍ਹਾਂ ਦੇ ਗੀਤ ਹੋਰ ਨੇ। ਵੀ ਸੰਕੇਤਕਤਾ ਜਿਹੜਾ ਨਾ ਸੁਣਾਉਣ ਵਾਲੀ ਹੁੰਦੀ ਆ, ਸਟੇਜੀ ਨਜ਼ਮ ਹੁੰਦੀ ਆ ਖਾਸ ਕਰਕੇ, ਉਹ ਪਾਠਕ ਦੇ ਸਿੱਧਾ ਅੰਦਰ ਉਤਰ ਜਾਂਦੀ ਹੈ। ਪਾਕਿਸਤਾਨ ਦਾ ਲਿਟਰੇਚਰ ਇਸ ਕਰਕੇ ਖੂਬਸੂਰਤ ਹੈ। ਤੁਸੀਂ ਪਿੱਛੇ ਜਿਹੇ ਨਵਦੀਪ ਨੇ ਇੱਕ ਕਿਤਾਬ ਦਾ ਮੈਂ ਨਾਂ ਭੁੱਲ ਗਿਆ, ਉਹਨੇ ਇੱਧਰ ਲੈ ਕੇ ਆਂਦੀ ਲਿਪੀ ਕਰਕੇ, ਲਫ਼ਜ਼ੀ ਲਾਂਘੇ ਤੋਂ ਬਿਨਾਂ ਇੱਕ ਹੋਰ ਕਿਤਾਬ ਸੀ। ਇੰਨੀ ਖੂਬਸੂਰਤ ਹੈ ਕਿ ਅੰਦਰ ਉਤਰੀ ਜਾਂਦੀ ਹੈ। ਸਾਡੀ ਨਜ਼ਮ ਚਿੰਤਨ ਦੀ ਹੈ। ਮੰਨ ਲਓ ਤੁਸੀਂ ਪਾਤਰ 'ਤੇ ਜਦੋਂ ਜਗਤਾਰ ਨੂੰ ਕੰਪੈਰੇਟਿਵ ਕਰਦੇ ਹੋ, ਜਗਤਾਰ ਦੀ ਨਜ਼ਮ ਪੜ੍ਹਨ ਦੀ ਨਜ਼ਮ ਹੈ, ਪਾਤਰ ਦੀ ਬਹੁਤੀ ਨਜ਼ਮ ਸੁਣਾਉਣ ਦੀ ਨਜ਼ਮ ਹੈ। ਤਾਂ ਕਰਕੇ ਪਾਤਰ ਅਤੇ ਜਗਤਾਰ ਦੇ ਵਿੱਚ ਕਲੈਸ਼ ਰਿਹਾ, ਕੌਣ ਵੱਡਾ ਕੌਣ ਛੋਟਾ, ਹੈ ਨਾ। ਹਾਲਾਂਕਿ ਪਾਠਕ ਦੇ ਲਈ ਸਾਰੇ ਇੱਕੋ ਹੀ ਹੁੰਦੇ ਨੇ। ਬਹੁਤ ਸਧਾਰਨ ਕਵਿਤਾ ਦੇ ਵੀ ਪਾਠਕ ਬਹੁਤ ਨੇ, ਬਹੁਤ ਗੰਭੀਰ। ਤੁਸੀਂ ਮੈਨੂੰ ਲੱਗਦਾ ਕਿ
ਮੈਂ ਪਹਿਲਾਂ ਵੀ ਗੱਲ ਕਰੀ ਸੀ ਕਿ ਮੋਹਨਜੀਤ ਦੀ ਕੋਨੇ ਦਾ ਸੂਰਜ ਦੇ ਮਸਾਂ ਹੀ ਸਾਰੇ ਵਿਸ਼ਵ ਦੇ ਵਿੱਚ ਬਹੁਤ ਘੱਟ ਕਿਤਾਬਾਂ ਵਿਕੀਆਂ ਨੇ, ਮੇਰੇ ਕਹਿਣ ਦਾ ਭਾਵ ਗਿਣਤੀ ਹੈ। ਉਹਦੇ ਮੁਕਾਬਲੇ ਬੜੀ ਇੱਕ ਹੋਰ ਸਧਾਰਨ ਕਿਤਾਬ ਹੋਵੇ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਿਕਲ ਜਾਂਦੀ। ਪ੍ਰੋਫੈਸਰ ਸਾਹਿਬ, ਟੈਕਨੋਲੋਜੀ ਦਾ ਪੰਜਾਬੀ ਸਾਹਿਤ ਦੇ ਉੱਤੇ ਕੀ ਪ੍ਰਭਾਵ ਹੈਗਾ? ਤਕਨੀਕ ਨੂੰ ਤੁਸੀਂ ਪਤਾ ਨਹੀਂ ਕਿਵੇਂ ਸਮਝਦੇ ਹੋ। ਇੱਕ ਤਾਂ ਸਾਡੇ ਕੋਲੇ ਮੀਡੀਆ ਦੀ ਟੈਕਨੋਲੋਜੀ ਹੈਗੀ ਹੈ, ਹਾਂਜੀ, ਇੱਕ ਵਿਧਾ ਦੀ ਆਪਣੀ ਟੈਕਨੀਕ ਹੁੰਦੀ ਹੈ। ਸਾਡੇ ਕੋਲ ਦੋ ਸਵਾਲ ਨੇ। ਵਿਧਾ ਦੀ ਜਿਹੜੀ ਆਪਣੀ ਕਹਿਣ ਦੀ ਤਕਨੀਕ ਹੁੰਦੀ ਆ ਉਹ ਵੱਖਰਾ ਮਸਲਾ ਹੈ ਕਿ ਤੁਸੀਂ ਕੋਈ ਆਪਣੀ ਗੱਲ ਨੂੰ, ਮੰਨ ਲਓ ਮੈਂ ਜਦੋਂ ਰੇਖਾ ਚਿੱਤਰ ਲਿਖ ਰਿਹਾ ਸੀ, ਮੈਂ ਆਪਣੀ ਗੱਲ ਨੂੰ ਡਾਇਲੋਗ ਜ਼ਰੀਏ ਉਸਾਰ ਰਿਹਾ ਵੀ ਇੱਕ ਬੰਦਾ ਗੱਲ ਕਰਿਆ, ਦੂਜਾ ਬੰਦਾ ਗੱਲ ਕਰਿਆ। ਵਾਰਤਾਲਾਪ ਕਹਾਣੀ ਵੀ ਆਪਣੇ ਆਪ ਨੂੰ ਵਾਰਤਾਲਾਪ 'ਚ ਉਸਾਰਦੀ ਹੈ, ਨਾਵਲ ਵੀ। ਜਾਂ ਤਕਰੀਰ 'ਚ ਜਿਵੇਂ ਜਸਵੰਤ ਕਮਲ ਦੇ ਨਾਵਲ ਪੜ੍ਹਦੇ ਆ, ਇੱਕ ਬੰਦਾ 15 ਪੰਨਿਆਂ 'ਤੇ ਆਪਣਾ ਲੈਕਚਰ ਦਿੰਦਾ, ਆਪਣੀ ਪਾਰਟੀ ਦਾ ਫਲਸਫਾ ਸਮਝਾ ਰਿਹਾ ਹੈ ਨਾ। ਅਤੇ ਇੱਕ ਸਾਡੇ ਕੋਲੇ ਮੀਡੀਆ ਨਾ ਜਿਹੜੀ ਇਹ ਟੈਕਨੋਲੋਜੀ ਹੈ, ਮੈਨੂੰ ਲੱਗਦਾ ਕਿ ਟਰੈਂਡਿੰਗਤਾ ਲੈ ਕੇ ਆਉਂਦੀ ਆ ਬੰਦੇ ਦੇ ਵਿੱਚ। ਬੰਦੇ ਨੂੰ ਜ਼ਿਆਦਾ ਵੀ ਇੱਕਦਮ, ਮਤਲਬ ਮੇਰੀ ਕਿਤਾਬ ਆਈ, ਮੈਨੂੰ ਲੱਗੇ ਕਿ ਕੱਲ੍ਹ ਨੂੰ ਜੀ 1000 ਕਾਪੀ ਵਿਕ ਜੇ। ਇਹ ਨਾ ਝੂਠੀਆਂ ਜਾਂ ਲਾਲਸਾਵਾਂ ਬੰਦੇ ਅੰਦਰ ਇਹ ਚੀਜ਼ਾਂ ਪੈਦਾ ਕਰਦੀਆਂ ਨੇ। ਪਰ ਸੈਲੀਬ੍ਰਿਟੀ, ਮੈਂ ਪਹਿਲਾਂ ਵੀ ਕਿਹਾ ਕਿ ਲਿਟਰੇਚਰ ਨੂੰ ਮਾਰ ਦਿੰਦੀ ਹੈ। ਜਿਹੜੀ ਮੰਨ ਲਓ ਜੋ ਵੀ ਕਿਤਾਬ ਹੈ ਨਾ, ਪਿਛਲੇ ਸਾਲਾਂ ਦੇ ਵਿੱਚ ਮੈਂ ਬਹੁਤ ਸਾਰੀਆਂ ਕਿਤਾਬਾਂ, ਸੱਚ ਦਾ ਅਰਕ ਵੀ ਵੇਖੀ ਜਾਂ ਹੋਰ ਬਹੁਤ ਸਾਰੀਆਂ ਕਿਤਾਬਾਂ ਵੇਖੀਆਂ, ਉਹਨਾਂ ਨੂੰ ਵੱਖਰੇ ਵੱਖਰੇ ਡਿਜ਼ਾਈਨ ਦੇ ਵਿੱਚ ਹੈ ਨਾ ਸਜਾ ਕੇ, ਮੇਰੀ ਕਵਿਤਾ ਨੂੰ ਵੀ ਬਹੁਤ ਸਾਰੇ ਲੋਕਾਂ ਨੇ ਭੇਜਦੇ ਨੇ, ਇੱਕ ਥਾਂ ਰੱਖ ਕੇ, ਫੁੱਲਾਂ ਦੇ ਵਿੱਚ ਰੱਖ ਕੇ ਮੈਨੂੰ ਫੋਟੋ ਭੇਜਦੇ ਨੇ ਨਾ ਵੀ ਮੈਂ ਤੇਰੀ ਕਵਿਤਾ ਪੜ੍ਹੀ। ਇਹ ਲਿਟਰੇਚਰ ਦੀ ਗੱਲ ਨਹੀਂ ਹੁੰਦੀ, ਇਹ ਸੋਹਜ ਦੀ ਗੱਲ ਹੈਗੀ ਆ। ਸੋਹਜ ਤੁਸੀਂ ਅੱਜ ਕੱਲ੍ਹ ਜਿਹੜੀਆਂ ਛਪਰੀਆਂ ਕਿਤਾਬਾਂ ਨੇ ਨਾ, ਤੁਸੀਂ ਉਹਨਾਂ ਨੂੰ ਹੱਥ 'ਤੇ ਰੱਖ ਕੇ, ਤਾਸਮਾਨ ਪੇਪਰ ਆਇਆ ਮੰਨ ਲਓ, ਤੁਸੀਂ ਰਾਤ 'ਤੇ ਰੱਖ ਦੇਖੋ, ਤੁਹਾਨੂੰ ਅੰਦਰ ਖਿੱਚਦਾ ਹੈ ਭਾਵ ਉਹ। ਤਾਂ ਇਹ ਸੈਲੀਬ੍ਰਿਟੀ ਵੱਲ ਵਧੇ ਨੇ ਸਾਰੇ ਪ੍ਰਕਾਸ਼ਕ ਕਿ ਉਹਨਾਂ ਦੀ ਕਿਤਾਬ ਦੂਰੋਂ ਦਿਖੀ ਚਮਕ ਕੇ। ਅਤੇ ਪ੍ਰਕਾਸ਼ਕਾਂ ਦੀ ਦਿੱਕਤ ਹੈ ਕਿ ਉਹਨਾਂ ਨੇ ਆਪਣੀ ਕਿਤਾਬ ਵੇਚਣੀ ਹੈ। ਵੇਚਣੀ ਕਿਵੇਂ ਹੈ? ਉਹ ਕੀ ਕਰਦੇ ਨੇ ਹੈ ਨਾ, ਕਿਵੇਂ ਬਣਾਉਂਦੇ ਨੇ, ਉਹ ਖਿੱਚ ਪੈਦਾ ਕਰਦੇ ਆ। ਬਿਲਕੁਲ। ਧੰਨਵਾਦ ਪ੍ਰੋਫੈਸਰ ਸਾਹਿਬ ਤੁਹਾਡਾ ਕਿ ਤੁਸੀਂ ਪੰਜਾਬੀ ਸਾਹਿਤ ਦੀਆਂ, ਪੰਜਾਬੀ ਆਲੋਚਨਾ ਦੀਆਂ ਪਰਤਾਂ ਖੋਲ੍ਹੀਆਂ। ਸ਼ੁਕਰੀਆ ਗੁਰਦਿੱਤ। ਅਤੇ ਗੱਲਾਂ ਤਾਂ ਹੋਰ ਵੀ ਕਰਨੀਆਂ ਸੀ ਤੁਹਾਡੇ ਨਾਲ, ਪਰ ਸਮੇਂ ਦੀ ਘਾਟ ਆ ਗਈ। ਅਤੇ ਅਖੀਰ ਦੇ ਵਿੱਚ ਅਸੀਂ ਦਰਸ਼ਕਾਂ ਨੂੰ, ਸਰੋਤਿਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਪ੍ਰੋਫੈਸਰ ਗੁਰਦੀਪ ਸਿੰਘ ਜੀ ਦੀ 5ਵੀਂ ਕਿਤਾਬ ਹੈ ਜਿਹੜੀ ਮਾਣ ਸੁੱਚੇ ਇਸ਼ਕ ਦਾ, ਇਹਦੇ ਵਿੱਚ ਲਗਭਗ 13 ਰੇਖਾ ਚਿੱਤਰ ਨੇ। ਉਹ ਹਰ ਇੱਕ ਪਾਠਕ ਨੂੰ ਪੜ੍ਹਨੀ ਚਾਹੀਦੀ ਆ। ਇਹਦੇ ਵਿੱਚ ਵੱਖ-ਵੱਖ ਸ਼ਖਸੀਅਤਾਂ ਬਾਰੇ ਵੀ ਗੱਲਬਾਤ ਹੋਈ ਆ, ਤੁਹਾਡੇ ਪਿੰਡਾਂ ਦੇ ਵਿੱਚ ਨੇੜੇ ਤੇੜੇ ਫਿਰਦੇ ਉਹਨਾਂ ਵਰਗੇ ਲੋਕਾਂ ਬਾਰੇ ਵੀ ਗੱਲਬਾਤ ਹੋਈ ਹੈਗੀ। ਅਤੇ ਇਹ ਕਿਤਾਬ ਮੈਂ ਬੇਨਤੀ ਕਰਾਂਗਾ ਕਿ ਹਰ ਇੱਕ ਪਾਠਕ ਇਹਨੂੰ ਜ਼ਰੂਰ ਪੜ੍ਹੇ। ਸ਼ੁਕਰੀਆ ਜੀ, ਧੰਨਵਾਦ।